ਪਿਆਰੇ ਬੱਚਿਓ, 10ਵੀਂ ਕਲਾਸ ਦਾ ਅਤੇ 9ਵੀਂ ਕਲਾਸ ਦਾ ਟੌਪਿਕ ਹੈਗਾ ਆ ਸਿੱਖ ਗੁਰੂਆਂ ਦਾ ਯੋਗਦਾਨ। ਕੰਟਰੀਬਿਊਸ਼ਨ ਆਫ ਸਿੱਖ ਗੁਰੂਜ਼। ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡ ਕੇ ਬਾਕੀ ਸਾਰੇ ਗੁਰੂਆਂ ਦੇ ਸਿੱਖ ਧਰਮ ਦੇ ਵਿਕਾਸ ਦੇ ਵਿੱਚ ਯੋਗਦਾਨ ਬਾਰੇ ਆਪਾਂ ਸੰਖੇਪ ਵਿੱਚ ਬੱਚਿਓ ਇਸ ਪਾਠ ਦੇ ਵਿੱਚ ਕਰਾਂਗੇ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਅਧਿਆਤਮਿਕ ਵਿਰਾਸਤ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਕੇ ਗੁਰਗੱਦੀ ਦੀ ਪਰੰਪਰਾ ਸ਼ੁਰੂ ਕੀਤੀ। ਸੋ ਸਾਨੂੰ ਪਤਾ ਹੈ ਵੀ ਗੁਰੂ ਅੰਗਦ ਦੇਵ ਜੀ ਸਾਡੇ ਦੂਜੇ ਗੁਰੂ ਸਨ। 1539 ਈਸਵੀ ਤੋਂ ਲੈ ਕੇ 1552 ਈਸਵੀ ਤੱਕ ਇਹ ਗੁਰੂ ਰਹੇ। ਤਾਂ ਇਹਨਾਂ ਦੇ ਬਾਰੇ ਸੰਖੇਪ ਜਾਣਕਾਰੀ ਇਹ ਆ, ਇਹਨਾਂ ਦਾ ਨਾਮ ਭਾਈ ਲਹਿਣਾ ਜੀ ਸੀ। ਭਾਈ ਲਹਿਣਾ ਜੀ ਤੋਂ ਸ਼੍ਰੀ ਗੁਰੂ ਅੰਗਦ ਦੇਵ ਜੀ, ਇਹਨਾਂ ਦਾ ਨਾਮ ਗੁਰੂ ਨਾਨਕ ਦੇਵ ਜੀ ਨੇ ਪਾਇਆ। ਇਹਨਾਂ ਦਾ ਜਨਮ 31 ਮਾਰਚ 1504 ਈਸਵੀ ਨੂੰ ਮੱਤੇ ਦੀ ਸਰਾਏ ਨਾਗਾ, ਜ਼ਿਲ੍ਹਾ ਮੁਕਤਸਰ ਸਾਹਿਬ ਵਿਖੇ ਹੋਇਆ। ਪਿਤਾ ਦਾ ਨਾਂ ਸ਼੍ਰੀ ਫੇਰੂਮਲ ਸੀ, ਮਾਤਾ ਦਾ ਨਾਂ ਸਭਰਾਈ ਦੇਵੀ ਸੀ। ਵਿਆਹ ਦੇਵੀ ਚੰਦ ਦੀ ਪੁੱਤਰੀ ਬੀਬੀ ਖੀਵੀ ਜੀ ਨਾਲ ਇਹਨਾਂ ਨਾਲ ਹੋਇਆ ਅਤੇ 2 ਪੁੱਤਰ ਇਹਨਾਂ ਦੇ ਹੋਏ, ਦਾਤੂ ਅਤੇ ਦਾਸੂ, ਅਤੇ 2 ਪੁੱਤਰੀਆਂ ਬੀਬੀ ਅਮਰੋ ਅਤੇ ਬੀਬੀ ਅਨੋਖੀ। 1526 ਈਸਵੀ ਵਿੱਚ ਬਾਬਰ ਦੇ ਪੰਜਾਬ 'ਤੇ ਹਮਲੇ ਕਾਰਨ ਇਹਨਾਂ ਦਾ ਪਰਿਵਾਰ ਫਿਰ ਖਡੂਰ ਸਾਹਿਬ ਚਲੇ ਗਿਆ ਸੀ। ਸੋ ਬੱਚਿਓ, ਆਹ ਤੁਹਾਨੂੰ ਨਾਲ ਪੰਜਾਬ ਦਾ ਨਕਸ਼ਾ ਨਜ਼ਰ ਆ ਰਿਹਾ, ਜਿਹੜਾ ਇੱਥੇ ਨੀਲਾ ਨੀਲਾ ਕੀਤਾ ਹੋਇਆ ਆ, ਇਹ ਖਡੂਰ ਸਾਹਿਬ ਆ। ਖਡੂਰ ਸਾਹਿਬ ਦੇ ਬਾਰੇ ਜਿਹੜਾ ਆਪਾਂ ਨਕਸ਼ੇ ਦੇ ਵਿੱਚ ਦੱਸਿਆ ਵੀ ਖਡੂਰ ਸਾਹਿਬ ਕਿਸ ਜਗ੍ਹਾ 'ਤੇ ਜਿਹੜਾ ਹੈਗਾ ਆ। ਹੋਰ ਜਾਣਕਾਰੀ ਇਹ ਹੈ ਵੀ ਪਹਿਲਾਂ ਇਹ ਦੁਰਗਾ ਮਾਤਾ ਦੇ ਉਪਾਸਕ ਸਨ। ਜਦੋਂ ਗੁਰੂ ਨਾਨਕ ਦੇਵ ਜੀ ਦੀ ਸ਼ਰਨ 'ਚ ਆਏ ਉਸ ਤੋਂ ਪਹਿਲਾਂ ਦੁਰਗਾ ਮਾਤਾ ਦੇ ਉਪਾਸਕ ਸਨ। ਫਿਰ ਮਾਤਾ ਜਵਾਲਾ ਜੀ ਦੀ ਯਾਤਰਾ ਹਰ ਸਾਲ ਕਰਦੇ ਸਨ। ਭਾਈ ਜੋਧਾ ਜੀ ਤੋਂ ਇਹਨਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣੀ। ਉਸ ਤੋਂ ਸੁਣ ਕੇ ਫਿਰ ਇਹਨਾਂ ਦਾ ਜਿਹੜਾ ਆ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਦਾ ਜਿਹੜਾ ਮਨ ਕੀਤਾ ਅਤੇ ਫਿਰ ਇਹ ਕਰਤਾਰਪੁਰ ਚਲੇ ਗਏ। ਉੱਥੇ ਜਾ ਕੇ ਗੁਰੂ ਜੀ ਦੇ ਸਿੱਖ ਬਣ ਗਏ ਅਤੇ ਉਹਨਾਂ ਦੀ ਸੇਵਾ ਕਰਨ ਲੱਗ ਪਏ। ਭਾਈ ਲਹਿਣਾ ਜੀ ਨੂੰ ਅੰਗਦ ਦਾ ਨਾਂ ਦੇ ਕੇ ਗੁਰੂ ਨਾਨਕ ਦੇਵ ਜੀ ਨੇ ਆਪਣਾ ਉੱਤਰਾਧਿਕਾਰੀ ਬਣਾਇਆ। ਭਾਈ ਲਹਿਣਾ ਜੀ ਸਿੱਖਾਂ ਦੇ ਦੂਜੇ ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ ਪ੍ਰਸਿੱਧ ਹੋਏ। ਸੋ ਬੱਚਿਓ, ਇਹ ਸੀ ਸੰਖੇਪ ਜਾਣਕਾਰੀ ਇਹਨਾਂ ਦੇ ਬਾਰੇ, ਪੁਆਇੰਟਾਂ ਦੇ ਵਿੱਚ ਦਿੱਤੀ ਹੈ ਤਾਂ ਕਿ ਤੁਸੀਂ ਇਹਨੂੰ ਚੰਗੀ ਤਰ੍ਹਾਂ ਯਾਦ ਕਰ ਸਕੋ। ਸ਼੍ਰੀ ਗੁਰੂ ਅੰਗਦ ਦੇਵ ਜੀ 2 ਸਤੰਬਰ 1539 ਈਸਵੀ ਤੋਂ 29 ਮਾਰਚ 1552 ਈਸਵੀ ਤੱਕ ਗੁਰਗੱਦੀ 'ਤੇ ਬਿਰਾਜਮਾਨ ਰਹੇ। ਇਸ ਸਮੇਂ ਦੌਰਾਨ ਗੁਰੂ ਜੀ ਨੇ ਸਿੱਖ ਪੰਥ ਦੇ ਵਿਕਾਸ ਲਈ ਬਹੁਤ ਹੀ ਮਹੱਤਵਪੂਰਨ ਕੰਮ ਕੀਤੇ। ਉਹਨਾਂ ਦੇ ਕੰਮਾਂ ਦੇ ਬਾਰੇ ਆਪਾਂ ਸੰਖੇਪ ਵਿੱਚ ਜਾਣਕਾਰੀ ਲਵਾਂਗੇ। ਤਾਂ ਸਭ ਤੋਂ ਪਹਿਲੀ ਗੱਲ ਹੈ ਗੁਰਮੁਖੀ ਲਿਪੀ ਦਾ ਮਿਆਰੀਕਰਨ। ਉਸ ਵੇਲੇ ਤੱਕ ਜਿਹੜੀ ਆ ਗੁਰਮੁਖੀ ਕਿਹਾ ਜਾਂਦਾ, ਗੁਰਾਂ ਦੇ ਮੂੰਹ 'ਚੋਂ ਨਿਕਲੀ ਹੋਈ ਬੋਲੀ, ਉਹਨੂੰ ਗੁਰਮੁਖੀ ਕਿਹਾ ਜਾਂਦਾ। ਠੀਕ ਹੈ, ਉਸ ਦਾ ਜਨਮ ਭਾਵੇਂ ਪਹਿਲਾਂ ਹੀ ਹੋ ਚੁੱਕਿਆ ਸੀ, ਪਰ ਗੁਰੂ ਅੰਗਦ ਦੇਵ ਜੀ ਨੇ ਇਸ ਲਿਪੀ ਦਾ ਮਿਆਰੀ ਰੂਪ, ਯਾਨੀ ਉਹਦੀ ਜਿਹੜੀ ਕੁਆਲਿਟੀ ਆ ਉਹ ਵਧੀਆ ਕਰ ਦਿੱਤੀ ਤਾਂ ਕਿ ਲੋਕ ਆਸਾਨੀ ਨਾਲ ਸਮਝ ਸਕਣ। ਇਹਦਾ ਮਿਆਰੀਕਰਨ ਕੀਤਾ ਉਹਨਾਂ ਨੇ। ਠੀਕ ਹੈ ਜੀ, ਇਹ ਤੁਸੀਂ ਫੋਟੋ ਵਿੱਚ ਦੇਖ ਰਹੇ ਹੋ ਅਤੇ ਕਿਸ ਤਰ੍ਹਾਂ ਜਿਹੜਾ ਵਾ ਬੱਚਿਆਂ ਨੂੰ, ਬਜ਼ੁਰਗਾਂ ਨੂੰ, ਸਾਰਿਆਂ ਨੂੰ ਜਿਹੜਾ ਆ ਇਹ ਸਿਖਾਉਂਦੇ ਸਨ। ਅਤੇ ਇਹਨਾਂ ਨੇ ਲਿਪੀ ਨੂੰ ਗੁਰਮੁਖੀ ਦਾ ਨਾਂ ਦਿੱਤਾ। ਗੁਰੂਆਂ ਦੇ ਮੁਖ ਵਿੱਚੋਂ ਨਿਕਲਣ ਵਾਲੀ, ਗੁਰਮੁਖੀ, ਮੁੱਖ ਦਾ ਮਤਲਬ ਹੁੰਦਾ ਮੂੰਹ, ਗੁਰੂ ਦੇ ਮੂੰਹ 'ਚੋਂ ਨਿਕਲਣ ਵਾਲੀ ਲਿਪੀ ਨਾਂ ਦਿੱਤਾ। ਫਿਰ ਇਹਨਾਂ ਨੇ ਬਾਲ ਬੋਧ ਨਾਂ ਦੀ ਜਿਹੜੀ ਬਾਣੀ, ਉਹਦੀ ਵੀ ਰਚਨਾ ਇਹਨਾਂ ਨੇ ਕੀਤੀ ਸੀਗੀ। ਇਹਦੇ ਵਿੱਚ ਇਸ ਤਰ੍ਹਾਂ ਆਪਾਂ ਇਹ ਦੇਖ ਸਕਦੇ ਹਾਂ ਵੀ ਇਹਨਾਂ ਨੇ ਜਿਹੜਾ ਸਭ ਤੋਂ ਮਹੱਤਵਪੂਰਨ ਗੁਰਮੁਖੀ ਲਿਪੀ ਦਾ ਮਿਆਰੀਕਰਨ ਕੀਤਾ। ਫਿਰ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਬਾਣੀ ਸੀਗੀ, ਉਹਨਾਂ ਨੇ ਕਾਫੀ ਕੁਛ ਲਿਖਿਆ ਸੀ, ਜਿਵੇਂ ਵਾਰ ਮਲਹਾਰ, ਵਾਰ ਮਾਝ, ਵਾਰ ਆਸਾ, ਜਪਜੀ, ਓਂਕਾਰ, ਭੱਟੀ, ਥਿੱਤ, ਬਾਰਾਮਾ ਆਦਿ ਬਹੁਤ ਸਾਰੀਆਂ ਬਾਣੀਆਂ ਉਹਨਾਂ ਨੇ, ਜਾਂ ਕੁਛ ਹੋਰ ਸ਼ਬਦ ਵੀ ਲਿਖੇ ਸੀਗੇ, ਉਹਨਾਂ ਨੇ ਉਸ ਜਿਹੜੇ ਆ ਇਕੱਠੇ ਕੀਤੇ, ਇਕੱਠੇ ਕਰਕੇ ਅਤੇ ਉਹਨਾਂ ਨੂੰ ਸੰਭਾਲਿਆ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ, ਤਾਂ ਕਿ ਉਹਨਾਂ ਨੂੰ ਪਤਾ ਸੀਗਾ ਵੀ ਇਹ ਜਿਹੜੀ ਬਾਣੀ ਬਹੁਤ ਮਹੱਤਵਪੂਰਨ ਆ। ਇਸ ਕਰਕੇ ਉਹਨਾਂ ਨੇ ਇਹ ਸਭ ਤੋਂ ਮਹੱਤਵਪੂਰਨ ਜਿਹੜਾ ਬਾਣੀ ਨੂੰ ਸੰਭਾਲਣ ਦਾ ਕੰਮ ਉਹਨਾਂ ਤੋਂ ਹੀ ਸ਼ੁਰੂ ਹੋਇਆ। ਉਸ ਤੋਂ ਬਾਅਦ ਲੰਗਰ ਪ੍ਰਥਾ ਦਾ ਵਿਸਥਾਰ। ਲੰਗਰ ਪ੍ਰਥਾ ਸਾਨੂੰ ਪਤਾ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ, ਜਦੋਂ ਉਹਨਾਂ ਨੇ 20 ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਸੀ, ਉਦੋਂ ਤੋਂ ਹੀ ਸ਼ੁਰੂ ਹੋ ਗਈ ਸੀ। ਪਰ ਇਸ ਦਾ ਇਹਨਾਂ ਨੇ ਵਿਸਥਾਰ ਕੀਤਾ, ਇਹਨਾਂ ਨੇ ਹੋਰ ਅੱਗੇ ਉਹਨੂੰ ਤੋਰਿਆ।
ਠੀਕ ਹੈ। ਇਹ ਨਹੀਂ ਹੈਗਾ ਵੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਫਿਰ ਜਿਹੜਾ ਆ ਲੰਗਰ ਪ੍ਰਥਾ ਦਾ ਜਿਹੜਾ ਸੀਗਾ ਉਹ ਕੰਮ ਬੰਦ ਹੋ ਗਿਆ ਸੀ, ਇੱਦਾਂ ਨਹੀਂ ਸੀ। ਲੰਗਰ ਵਿੱਚ ਇਸਤਰੀ ਪੁਰਖ ਬੱਚੇ ਗਰੀਬ ਬੇਸਹਾਰਾ ਬਿਨਾਂ ਕਿਸੇ ਭੇਦਭਾਵ ਤੇ ਪੰਗਤ ਵਿੱਚ ਬੈਠ ਕੇ ਲੰਗਰ ਛਕਦੇ ਸਨ। ਜਦ ਕਿ ਇਹ ਉਹ ਸਮਾਂ ਸੀ ਜਦੋਂ ਲੋਕਾਂ ਦੇ ਵਿੱਚ ਊਚ ਨੀਚ ਬਹੁਤ ਜ਼ਿਆਦਾ ਫੈਲੀ ਹੋਈ ਸੀ। ਫਿਰ ਵੀ ਗੁਰੂ ਜੀ ਨੇ ਜਿਹੜਾ ਇਸ ਊਚ ਨੀਚ ਨੂੰ ਦੂਰ ਕਰਨ ਦਾ ਲੰਗਰ ਪ੍ਰਥਾ ਦੇ ਰਾਹੀਂ ਯਤਨ ਕੀਤਾ, ਜਿਸ ਨਾਲ ਆਪਸੀ ਭਾਈਚਾਰਾ, ਆਪਸੀ ਸਹਿਯੋਗ ਜਿਹੜਾ ਆ ਅਤੇ ਵੰਡ ਕੇ ਛਕਣ ਦੀ ਭਾਵਨਾ ਜਿਹੜੀ ਆ ਲੋਕਾਂ ਦੇ ਵਿੱਚ ਵਿਕਸਿਤ ਹੋਈ। ਇਹ ਲੰਗਰ ਪ੍ਰਥਾ ਦਾ ਜਿਹੜਾ ਬਹੁਤ ਮਹੱਤਵਪੂਰਨ ਉਹਨਾਂ ਨੇ ਵਿਕਾਸ ਕੀਤਾ। ਅਗਲੀ ਗੱਲ ਆ ਸੰਗਤ ਪ੍ਰਥਾ ਦਾ ਵਿਕਾਸ। ਹੁਣ ਬੱਚੋ ਲੰਗਰ ਪ੍ਰਥਾ ਦਾ ਸਾਨੂੰ ਪਤਾ ਲੱਗ ਜਾਂਦਾ ਹੈ ਨਾ, ਲੰਗਰ ਨੂੰ ਤੁਸੀਂ ਯਾਦ ਰੱਖਿਓ ਇੱਕ ਪੰਗਤ ਵੀ ਕਹਿ ਦਿੰਦੇ ਆ। ਕਈ ਵਾਰੀ ਸਾਨੂੰ ਸਮਝਣ ਵਿੱਚ ਮੁਸ਼ਕਲ ਆ ਜਾਂਦੀ ਵੀ ਲੰਗਰ ਅਤੇ ਆਪਣਾ ਸੰਗਤ ਅਤੇ ਪੰਗਤ ਦੀ ਜਦੋਂ ਗੱਲ ਹੁੰਦੀ ਹੈ ਨਾ, ਅਤੇ ਪੰਗਤ ਅਸੀਂ ਲੰਗਰ ਨੂੰ ਹੀ ਕਹਿੰਦੇ ਹਾਂ, ਅਤੇ ਸੰਗਤ ਹੁੰਦਾ ਵੀ ਜਦੋਂ ਕੋਈ ਗੁਰੂ ਵਾਲਾ ਵਿਅਕਤੀ ਜਾਂ ਗੁਰੂ ਸਾਨੂੰ ਕੋਈ ਉਪਦੇਸ਼ ਦੱਸਦਾ ਆ, ਅਸੀਂ ਬੈਠੇ ਹੁੰਦੇ ਜਿਵੇਂ ਆਪਾਂ ਗੁਰਦੁਆਰੇ ਬੈਠ ਕੇ ਕਿਸੇ ਸੰਤ ਮਹਾਤਮਾ ਦੇ ਵਿਚਾਰ ਸੁਣਦੇ ਹਾਂ ਨਾ, ਉਹਨੂੰ ਅਸੀਂ ਸੰਗਤ ਪ੍ਰਥਾ ਕਹਿੰਦੇ ਹਾਂ। ਅਤੇ ਅੱਜ ਤੁਸੀਂ ਫੋਟੋਆਂ 'ਚ ਦੇਖ ਰਹੇ ਹੋ ਕਿਵੇਂ ਗੁਰੂ ਜੀ ਜਿਹੜੇ ਆ ਲੋਕਾਂ ਨੂੰ ਇਕੱਠੇ ਕਰਕੇ ਅਤੇ ਉਹਨਾਂ ਨੂੰ ਜਿਵੇਂ ਖਡੂਰ ਸਾਹਿਬ ਵਿਖੇ ਰੋਜ਼ਾਨਾ ਸਵੇਰੇ ਸ਼ਾਮ ਗੁਰੂ ਨਾਨਕ ਜੀ ਦੀ ਬਾਣੀ ਦਾ ਸ਼ਬਦ ਕੀਰਤਨ ਕੀਤਾ ਜਾਂਦਾ ਸੀਗਾ, ਅਤੇ ਇਸ ਨੂੰ ਉਹ ਸੰਗਤ ਪ੍ਰਥਾ ਦਾ ਨਾਮ ਦਿੰਦੇ ਸੀ। ਰੋਜ਼ਾਨਾ ਹੀ ਕਰਦੇ ਸੀ ਸਵੇਰੇ ਸ਼ਾਮ। ਅਤੇ ਇਸ ਤਰ੍ਹਾਂ ਉਹਨਾਂ ਸੰਗਤ ਨੂੰ ਇਕੱਠਾ ਕਰਨ ਦਾ ਵੀ ਉਹਨਾਂ ਨੂੰ ਦੱਸਿਆ ਵੀ ਕਿਵੇਂ ਆਪਾਂ ਇਕੱਠੇ ਹੋ ਕੇ ਪਰਮਾਤਮਾ ਦਾ ਨਾਮ ਲੈਣਾ। ਫਿਰ ਸਰੀਰਕ ਵਿਕਾਸ 'ਤੇ ਵੀ ਜ਼ੋਰ ਦਿੱਤਾ। ਉਹਨਾਂ ਨੇ ਖਡੂਰ ਸਾਹਿਬ ਦੇ ਲਾਗੇ ਇੱਕ ਅਖਾੜਾ ਵੀ ਬਣਵਾਇਆ ਜਿਹਨੂੰ ਮੱਲ ਅਖਾੜਾ ਕਿਹਾ ਜਾਂਦਾ ਹੈ। ਠੀਕ ਹੈ, ਉਸ ਅਖਾੜੇ ਦਾ ਨਾਮ ਬੱਚਿਓ ਕੀ ਸੀ? ਮੱਲ ਅਖਾੜਾ ਸੀ। ਇਹ ਪਰੰਪਰਾ ਉਹਨਾਂ ਨੇ ਇਸ ਕਰਕੇ ਸ਼ੁਰੂ ਕੀਤੀ ਤਾਂ ਕਿ ਜਿਹੜੇ ਸਿੱਖਾਂ ਦੇ ਵਿੱਚ ਤਾਕਤ ਭਰੀ ਜਾ ਸਕੇ, ਉਹਨਾਂ ਦੀ ਸਰੀਰਕ ਸਮਰੱਥਾ ਜਿਹੜੀ ਵੱਧ ਸਕੇ, ਅਤੇ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਮੁਗਲਾਂ ਦੇ ਨਾਲ ਲੜਾਈ ਲਈ ਜਿਹੜਾ ਆ ਤਿਆਰ ਕੀਤਾ ਜਾਵੇ। ਇਸ ਕਰਕੇ ਉਹਨਾਂ ਨੇ ਜਿਹੜਾ ਸਰੀਰਕ ਵਿਕਾਸ 'ਤੇ ਵੀ ਜ਼ੋਰ ਪਾਇਆ ਸੀ। ਉਸ ਤੋਂ ਬਾਅਦ ਅੱਗੇ ਹੈ ਗੋਇੰਦਵਾਲ ਦੀ ਸਥਾਪਨਾ। ਤਾਂ ਗੁਰੂ ਅੰਗਦ ਦੇਵ ਜੀ ਨੇ 1546 ਈਸਵੀ ਵਿੱਚ ਗੁਰੂ ਅਮਰਦਾਸ ਜੀ ਦੀ ਨਿਗਰਾਨੀ ਹੇਠ ਗੋਇੰਦਵਾਲ ਨਗਰ ਦੀ ਸਥਾਪਨਾ ਕੀਤੀ, ਜੋ ਕਿ ਇੱਕ ਸਿੱਖਾਂ ਦਾ ਬਹੁਤ ਮਹੱਤਵਪੂਰਨ ਸਥਾਨ ਬਣ ਗਿਆ। ਇਹ ਗੋਇੰਦਵਾਲ ਸਾਹਿਬ ਦੇ ਗੁਰਦੁਆਰੇ ਦੀ ਫੋਟੋ ਤੁਹਾਨੂੰ ਬੱਚਿਓ ਦਿਖਾਈ ਜਾ ਰਹੀ ਹੈ ਸਾਹਮਣੇ। ਫਿਰ ਅੱਗੇ ਹੈ ਜੀ ਉੱਤਰਾਧਿਕਾਰੀ ਦੀ ਨਿਯੁਕਤੀ। ਉੱਤਰਾਧਿਕਾਰੀ ਕਿਹਨੂੰ ਕਹਿੰਦੇ ਆ? ਜਿਵੇਂ ਗੁਰੂ ਜੀ ਤੋਂ, ਜਿਵੇਂ ਗੁਰੂ ਨਾਨਕ ਦੇਵ ਜੀ ਦੇ ਉੱਤਰਾਧਿਕਾਰੀ ਗੁਰੂ ਅੰਗਦ ਦੇਵ ਜੀ ਸੀ। ਗੁਰੂ ਅੰਗਦ ਦੇਵ ਜੀ ਨੂੰ ਜਦੋਂ ਲੱਗਿਆ ਵੀ ਉਹਨਾਂ ਦਾ ਅੰਤ ਸਮਾਂ ਲਾਗੇ ਆ ਗਿਆ, ਉਹਨਾਂ ਨੇ ਉਸ ਤੋਂ ਅੱਗੇ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ। ਤਾਂ ਉਹਨਾਂ ਨੇ ਕੀ ਕੀਤਾ? 1552 ਈਸਵੀ ਵਿੱਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਜੋਤੀ ਜੋਤ ਦਾ ਮਤਲਬ ਹੈਗਾ ਵੀ ਅੰਤ ਸਮਾਂ, ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਅੰਗਦ ਦੇਵ ਜੀ ਨੇ ਆਪਣੇ ਪੁੱਤਰਾਂ ਨੂੰ ਆਪਣੀ ਗੁਰਗੱਦੀ ਨਹੀਂ ਦਿੱਤੀ। ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ। ਇਹ ਇੱਕ ਬਹੁਤ ਮਹੱਤਵਪੂਰਨ ਕਦਮ ਸੀਗਾ। ਠੀਕ ਹੈ ਨਾ। ਅਤੇ 29 ਮਾਰਚ 1552 ਈਸਵੀ ਨੂੰ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾ ਗਏ। ਉਹਨਾਂ ਨੇ 13 ਸਾਲ ਤੱਕ ਸਿੱਖ ਧਰਮ ਦੀ ਨਿਸ਼ਕਾਮ ਜਿਹੜੀ ਆ ਸੇਵਾ ਕੀਤੀ, ਅਤੇ ਉਹਨਾਂ ਤੋਂ ਬਾਅਦ ਗੁਰੂ ਅਮਰਦਾਸ ਜੀ ਤੀਸਰੇ ਗੁਰੂ ਬਣੇ। 1552 ਈਸਵੀ ਤੋਂ 1574 ਈਸਵੀ ਤੱਕ ਉਹ ਜਿਹੜੇ ਗੁਰਗੱਦੀ 'ਤੇ ਬਿਰਾਜਮਾਨ ਰਹੇ। ਇਹਨਾਂ ਦੇ ਬਾਰੇ ਦੇਖਦੇ ਹਾਂ। ਗੁਰੂ ਅਮਰਦਾਸ ਜੀ ਦਾ ਜਨਮ 5 ਮਈ 1479 ਈਸਵੀ ਨੂੰ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਜੀ ਦੇ ਪਿੰਡ ਬਾਸਰਕੇ ਵਿਖੇ ਹੋਇਆ। ਪਿਤਾ ਦਾ ਨਾਂ ਤੇਜਭਾਨ ਭੱਲਾ ਜੀ, ਮਾਤਾ ਦਾ ਨਾਂ ਲਕਸ਼ਮੀ, ਭੂਪ ਕੌਰ, ਬਖਤ ਕੌਰ, ਸੁਲੱਖਣੀ। ਹੁਣ ਤੁਸੀਂ ਸੋਚੋਗੇ ਵੀ ਇੰਨੇ ਨਾਂ ਕਿਉਂ ਦਿੱਤੇ ਆ? ਬੱਚਿਓ ਇਸ ਤਰ੍ਹਾਂ ਆ ਵੀ ਇਤਿਹਾਸ ਦੇ ਵਿੱਚ ਵੱਖ-ਵੱਖ ਤੱਤਾਂ ਦੇ ਆਧਾਰ 'ਤੇ ਜਿਹੜੇ ਵੀ ਸਾਡੇ ਇਤਿਹਾਸਕਾਰ ਹੈ, ਉਹਨਾਂ ਨੇ ਉਹਨਾਂ ਦੀ ਪਤਨੀ ਦੇ ਵੱਖ-ਵੱਖ ਨਾਂ ਦਿੱਤੇ ਆ। ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੁਛ ਕਿਹਾ। ਠੀਕ ਹੈ। ਵੈਸੇ ਜਿਹੜਾ ਉਹਨਾਂ ਦਾ ਨਾਂ ਪ੍ਰਚਲਿਤ ਆ, ਉਹਨਾਂ ਦੀ ਮਾਤਾ ਦਾ ਨਾਂ ਉਹ ਹੈਗਾ ਬੀਬੀ ਸੁਲੱਖਣੀ। ਇਹ ਤੁਸੀਂ ਯਾਦ ਰੱਖਿਓ। ਬਾਕੀ ਨਾਂ ਹੋਰ ਵੀ ਯਾਦ ਤੁਹਾਨੂੰ ਦਿੱਤੇ ਤਾਂ ਅੱਗੇ ਤੁਹਾਡੇ ਦਿਮਾਗ ਦੇ ਵਿੱਚ ਗੱਲ ਬੈਠੀ ਰਹੇ। ਫਿਰ ਅੱਗੇ ਗੁਰੂ ਅਮਰਦਾਸ ਜੀ ਦੀ ਪਤਨੀ ਸੀ, ਉਹਨਾਂ ਦਾ ਨਾਮ ਮਨਸਾ ਦੇਵੀ ਸੀ। ਪੁੱਤਰ 2 ਸੀ, ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ। ਪੁੱਤਰੀਆਂ ਵੀ 2 ਸੀ, ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਜੀ। ਗੁਰਗੱਦੀ ਦੀ ਪ੍ਰਾਪਤੀ ਉਹਨਾਂ ਨੂੰ ਹੋਈ ਆ 16 ਮਾਰਚ 1552 ਈਸਵੀ ਨੂੰ, ਅਤੇ ਜੋਤੀ ਜੋਤ ਸਮਾਉਣ ਦਾ ਸਮਾਂ 1 ਸਤੰਬਰ 1574 ਈਸਵੀ ਆ। ਇਸ ਤਰ੍ਹਾਂ ਆਪਾਂ ਦੇਖ ਸਕਦੇ ਹਾਂ ਵੀ ਗੁਰੂ ਅਮਰਦਾਸ ਜੀ ਦੀ ਉਮਰ ਜਿਹੜੀ ਆ ਉਸ ਵੇਲੇ 73 ਸਾਲ ਦੀ ਸੀ ਜਦੋਂ ਉਹਨਾਂ ਨੂੰ ਗੁਰਗੱਦੀ ਮਿਲੀ, ਅਤੇ ਗੁਰਗੱਦੀ ਪ੍ਰਾਪਤ ਕਰਨ ਤੋਂ ਬਾਅਦ ਅਮਰਦਾਸ ਜੀ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ। ਠੀਕ ਹੈ ਜੀ। ਹੁਣ ਉਹਨਾਂ ਨੇ ਬਹੁਤ ਚਿਰ ਸੇਵਾ ਕੀਤੀ ਸੀਗੀ,
ਗੁਰੂ ਅੰਗਦ ਦੇਵ ਜੀ ਉਹ ਉਹਨਾਂ ਦੀ ਸੇਵਾ 'ਚ ਲੱਗੇ ਰਹਿੰਦੇ ਸੀ। ਉਹ ਜਲ ਦੀ ਸੇਵਾ ਕਰਦੇ ਸੀਗੇ, ਰੋਜ਼ ਬਿਆਸ ਨਦੀ ਤੋਂ ਜਿਹੜਾ ਜਲ ਭਰ ਕੇ ਲਿਆਉਂਦੇ ਸੀ ਅਤੇ ਗੁਰੂ ਜੀ ਨੂੰ ਇਸ਼ਨਾਨ ਕਰਾਉਂਦੇ ਸੀ। ਇਹ ਉਹਨਾਂ ਦਾ ਬਿਨਾਂ ਨਾਗਾ ਦਾ ਰੋਜ਼ ਦਾ ਕੰਮ ਸੀਗਾ। ਇਸ ਤਰ੍ਹਾਂ ਉਹਨਾਂ ਦੀ ਸੇਵਾ ਨੂੰ ਮੇਵਾ ਮਿਲਿਆ। ਅਤੇ ਅਮਰਦਾਸ ਜੀ ਦੇਖੋ ਇੱਥੇ ਲਿਖਿਆ 65 ਸਾਲ ਦੀ ਉਮਰ ਵਿੱਚ ਗੁਰੂ ਅੰਗਦ ਦੇਵ ਜੀ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਆਪਣਾ ਗੁਰੂ ਧਾਰਨ ਕੀਤਾ ਸੀ। ਜਦੋਂ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਦੀ ਉਹ ਸ਼ਰਨ 'ਚ ਆਏ ਆ, ਉਹਨਾਂ ਨੂੰ ਗੁਰੂ ਧਾਰਨ ਕੀਤਾ। ਉਹਨਾਂ ਦੀ ਉਮਰ 65 ਸਾਲ ਦੀ ਸੀ। ਫਿਰ ਉਹਨਾਂ ਨੂੰ ਜਿਹੜੀ ਗੁਰਗੱਦੀ ਪ੍ਰਾਪਤ ਹੋਈ ਆ ਉਹ 16 ਮਾਰਚ 1552 ਈਸਵੀ ਨੂੰ 5 ਪੈਸੇ ਅਤੇ ਨਾਰੀਅਲ ਭੇਟ ਕਰਕੇ ਉਹਨਾਂ ਨੂੰ ਆਪਣਾ ਉੱਤਰਾਧਿਕਾਰੀ ਜਿਹੜਾ ਗੁਰੂ ਅੰਗਦ ਦੇਵ ਜੀ ਨੇ ਨਿਯੁਕਤ ਕੀਤਾ ਸੀ। ਹੁਣ ਔਕੜਾਂ ਕੀ ਸੀ? ਔਕੜਾਂ ਮਤਲਬ ਮੁਸ਼ਕਲਾਂ ਕੀ ਆਈਆਂ ਉਹਨਾਂ ਨੂੰ? ਹੁਣ ਦਾਤੂ ਅਤੇ ਦਾਸੂ ਦਾ ਵਿਰੋਧ ਸੀ। ਦਾਤੂ ਅਤੇ ਦਾਸੂ ਜਿਹੜੇ ਸੀਗੇ ਉਹਨਾਂ ਨੇ ਗੁਰੂ ਜੀ ਦਾ ਇਹਨਾਂ ਦਾ ਵਿਰੋਧ ਕੀਤਾ। ਕਿਉਂ ਕੀਤਾ? ਕਿਉਂਕਿ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਹੋਣ ਦੇ ਨਾਤੇ ਉਹ ਸੋਚਦੇ ਸੀ ਵੀ ਸਾਡਾ ਪਹਿਲਾ ਹੱਕ ਜਿਹੜਾ ਸਾਡਾ ਆ ਗੁਰਗੱਦੀ ਦੇ ਉੱਤੇ। ਜਦ ਕਿ ਗੁਰੂ ਅੰਗਦ ਦੇਵ ਜੀ ਨੇ ਦਾਤੂ ਅਤੇ ਦਾਸੂ ਜੋ ਕਿ ਉਹਨਾਂ ਦੇ ਪੁੱਤਰ ਸੀ ਉਹਨਾਂ ਨੂੰ ਗੁਰਗੱਦੀ ਨਹੀਂ ਦਿੱਤੀ। ਗੁਰਗੱਦੀ ਉਹਨਾਂ ਨੇ ਦਿੱਤੀ ਅੱਗੇ ਜਾ ਕੇ ਗੁਰੂ ਅਮਰਦਾਸ ਜੀ ਨੂੰ, ਉਹਨਾਂ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ, ਇਹ ਦੇਖ ਕੇ ਵੀ ਇਹ ਜਿਹੜਾ ਸਿੱਖ ਧਰਮ ਦੀ ਵਧੀਆ ਢੰਗ ਨਾਲ ਸੇਵਾ ਕਰ ਸਕਦੇ, ਇਸ ਕਰਕੇ। ਅਤੇ ਦਾਤੂ ਅਤੇ ਦਾਸੂ ਦਾ ਵਿਰੋਧ ਜਿਹੜਾ ਉਹਨਾਂ ਨੂੰ ਸਹਿਣਾ ਪਿਆ। ਫਿਰ ਬਾਬਾ ਸ਼੍ਰੀ ਚੰਦ ਜੀ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਸਨ, ਉਦਾਸੀ ਸੰਪਰਦਾਇ ਦੇ ਵੱਲ ਚਲੇ ਗਏ ਸੀ, ਉਹਨਾਂ ਦਾ ਵੀ ਵਿਰੋਧ ਉਹਨਾਂ ਨੂੰ ਸਹਿਣਾ ਪਿਆ। ਹਿੰਦੂਆਂ ਦਾ ਵਿਰੋਧ ਅਤੇ ਮੁਸਲਮਾਨਾਂ ਦਾ ਵੀ। ਕਿਉਂਕਿ ਬਹੁਤ ਸਾਰੇ ਹਿੰਦੂ ਜਿਹੜੇ ਆ ਉਹ ਸਿੱਖ ਧਰਮ ਵਿੱਚ ਆ ਰਹੇ ਸੀ, ਬਹੁਤ ਸਾਰੇ ਮੁਸਲਮਾਨ ਵੀ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਸਿੱਖਾਂ ਦੇ ਵਿੱਚ ਆ ਰਹੇ ਸੀ। ਇਸ ਕਰਕੇ ਉਹਨਾਂ ਦਾ ਵੀ ਵਿਰੋਧ ਗੁਰੂ ਅਮਰਦਾਸ ਜੀ ਨੂੰ ਕਰਨਾ, ਉਹਨਾਂ ਸਾਹਮਣਾ ਜਿਹੜਾ ਉਹਨਾਂ ਨੂੰ ਕਰਨਾ ਪਿਆ। ਹੁਣ ਅਗਲੀ ਗੱਲ ਹੈ ਜਿਹੜਾ ਉਹਨਾਂ ਨੇ ਸਿੱਖ ਧਰਮ ਦੇ ਵਿਕਾਸ ਲਈ ਕਾਰਜ ਕੀਤੇ। ਤਾਂ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦਾ ਨਿਰਮਾਣ, ਤੁਸੀਂ ਜਿਹੜੇ ਬੱਚੇ ਵੀ ਗੋਇੰਦਵਾਲ ਸਾਹਿਬ ਵਿਖੇ ਗਏ ਹੋਣਗੇ ਤੁਸੀਂ ਦੇਖਿਆ ਹੋਊਗਾ ਵੀ ਗੁਰਦੁਆਰਾ ਸਾਹਿਬ ਦੇ ਨਾਲ ਜਿਹੜਾ ਇੱਕ ਹੇਠਾਂ ਨੂੰ ਕਰਕੇ ਰਸਤਾ ਬਣਿਆ ਹੋਇਆ, ਪੌੜੀਆਂ ਬਣੀਆਂ ਹੋਈਆਂ, ਉੱਥੇ 84 ਪੌੜੀਆਂ ਬਣੀਆਂ, ਥੱਲੇ ਜਾ ਕੇ ਪਾਣੀ ਆ। ਠੀਕ ਹੈ, ਉਹਨੂੰ ਬਾਉਲੀ ਸਾਹਿਬ ਕਿਹਾ ਜਾਂਦਾ। ਅਤੇ ਉਹਨਾਂ ਦਾ ਜਿਹੜਾ ਉਹਦਾ ਉਸਾਰੀ ਇਹਨਾਂ ਨੇ 1552 ਸ਼ੁਰੂ ਕੀਤੀ ਸੀ ਅਤੇ ਸੰਪੂਰਨ ਹੋਇਆ 1559 ਵਿੱਚ। 84 ਪੌੜੀਆਂ ਆ। ਅਤੇ ਇਹ ਮੰਨਿਆ ਜਾਂਦਾ ਆ ਵੀ ਜਿਹੜਾ ਵੀ ਸਿੱਖ ਇੱਥੇ ਦਰਸ਼ਨ ਕਰਨ ਜਾਂਦਾ ਹੈ ਅਤੇ ਇੱਥੇ ਪਾਠ ਕਰਦਾ ਆ ਜਪਜੀ ਸਾਹਿਬ ਦਾ, 84 ਪੌੜੀਆਂ 'ਤੇ ਹਰੇਕ ਪੌੜੀ 'ਤੇ ਉਹਦੀ 84 ਕੱਟੀ ਜਾਂਦੀ ਹੈ। 84 ਕੱਟੀ ਦਾ ਮਤਲਬ ਜਿਹੜੀਆਂ 84 ਲੱਖ ਜੂਨਾਂ ਆ ਉਹ ਕੱਟੀਆਂ ਜਾਂਦੀਆਂ, ਇਹ ਮੰਨਿਆ ਜਾਂਦਾ। ਅੱਗੇ ਆ ਲੰਗਰ ਸੰਸਥਾ ਦਾ ਵਿਸਥਾਰ। ਪੰਗਤ ਵਿੱਚ ਬੈਠ ਕੇ ਬਿਨਾਂ ਭੇਦਭਾਵ ਤੋਂ ਭੋਜਨ ਛਕਣਾ। ਲੰਗਰ ਦੀ ਗੱਲ ਆਪਾਂ ਕਰਦੇ ਆ ਰਹੇ ਹਾਂ। ਸਾਰੇ ਗੁਰੂਆਂ ਨੇ ਲੰਗਰ ਸੰਗਤ ਨੂੰ ਅਤੇ ਪੰਗਤ ਨੂੰ ਦਿੱਤਾ ਸੀਗਾ। ਉਹਨਾਂ ਕਿਹਾ ਵੀ ਪਹਿਲਾਂ ਪੰਗਤ ਫਿਰ ਸੰਗਤ। ਪੰਗਤ ਮਤਲਬ ਪਹਿਲਾਂ ਬਹਿ ਕੇ ਲੰਗਰ ਛਕੋ, ਫਿਰ ਤੁਸੀਂ ਜਿਹੜਾ ਆ ਗੁਰੂ ਦੇ ਵਿਚਾਰ ਸੁਣੋ। ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ? ਮੰਜੀ ਪ੍ਰਥਾ ਦੀ ਸਥਾਪਨਾ ਕੀਤੀ। ਮੰਜੀ ਪ੍ਰਥਾ ਇੱਕ ਬਹੁਤ ਮਹੱਤਵਪੂਰਨ ਕੰਮ ਸੀ, ਕਿਉਂਕਿ ਸਿੱਖ ਧਰਮ ਦਾ ਪ੍ਰਚਾਰ ਕਾਫੀ ਹੋ ਚੁੱਕਿਆ ਸੀ। ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਅੰਗਦ ਦੇਵ ਜੀ, ਫਿਰ ਤੀਸਰੇ ਗੁਰੂ ਅਮਰਦਾਸ ਜੀ ਆ ਗਏ ਸੀ। ਕਾਫੀ ਲੋਕ ਸਿੱਖ ਬਣ ਚੁੱਕੇ ਸੀ, ਦੂਰੋਂ ਦੂਰੋਂ ਆਉਂਦੇ ਸੀਗੇ ਅਤੇ ਦੂਰ ਦੂਰ ਇਲਾਕੇ ਤੱਕ ਜਿਹੜੇ ਆ ਗੁਰੂ ਜੀ ਨੂੰ ਪਹੁੰਚਣਾ ਔਖਾ ਸੀਗਾ, ਕਿਉਂਕਿ ਗੁਰੂ ਜੀ ਬਜ਼ੁਰਗ ਸੀ। ਆਪਾਂ ਪਹਿਲਾਂ ਪੜ੍ਹ ਚੁੱਕੇ ਵੀ 73 ਸਾਲ ਦੀ ਉਮਰ ਵਿੱਚ ਉਹ ਗੁਰੂ ਬਣੇ ਆ ਅਤੇ ਉਹਨਾਂ ਲਈ ਹਰ ਥਾਂ 'ਤੇ ਜਾਣਾ ਔਖਾ ਸੀ। ਇਸ ਕਰਕੇ ਉਹਨਾਂ ਨੇ 22 ਮੰਜੀਆਂ ਦੀ ਸਥਾਪਨਾ ਕੀਤੀ। ਜਿਹੜਾ ਮੰਜੀ ਦਾ ਪ੍ਰਮੁੱਖ ਸੀਗਾ, ਜਿਹੜਾ ਮੇਨ ਵਿਅਕਤੀ ਸੀ ਜਿਹਨੇ ਗੁਰੂ ਦੇ ਵਿਚਾਰ ਲੋਕਾਂ ਨੂੰ ਜਿਨ੍ਹਾਂ ਨੇ ਸੁਣਾਉਣੇ ਸੀਗੇ, ਉਹਨੂੰ ਮੰਜੀਦਾਰ ਕਿਹਾ ਜਾਂਦਾ ਸੀ। ਉਹ ਮੰਜੀ 'ਤੇ ਬੈਠ ਕੇ ਲੋਕਾਂ ਦੇ ਵਿੱਚ ਗੁਰੂ ਦੇ ਵਚਨਾਂ ਨੂੰ ਪਹੁੰਚਾਉਂਦਾ ਸੀ। ਜੋ ਗੁਰੂ ਜੀ ਕਹਿੰਦੇ ਸੀ ਉਹ ਗੱਲਾਂ ਗੁਰੂ ਜੀ ਦੀਆਂ ਉਹ ਥਾਂ ਥਾਂ ਕੇ ਜਾ ਕੇ ਦੱਸਦੇ ਸੀ। 22 ਥਾਵਾਂ 'ਤੇ 22 ਮੰਜੀਆਂ 'ਤੇ 22 ਵਿਅਕਤੀ ਨਿਯੁਕਤ ਕੀਤੇ ਗਏ। ਉਹਨਾਂ ਨੂੰ ਮੰਜੀਦਾਰ ਕਿਹਾ ਜਾਣ ਲੱਗਾ। ਠੀਕ ਹੈ, ਅਤੇ ਉਹ ਗੁਰੂ ਜੀ ਦੇ ਸਾਰੇ ਵਿਚਾਰਾਂ ਤੱਕ ਪਹੁੰਚਦੇ ਸੀ। ਜੋ ਗੁਰੂ ਜੀ ਨੂੰ ਸੰਗਤ ਭੇਟਾ ਕਰਦੀ ਸੀ ਉਹ ਗੁਰੂ ਜੀ ਤੱਕ ਇਹ ਪਹੁੰਚਾਉਂਦੇ ਸਨ। ਤਾਂ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਲੋਕ ਹੋਰ ਵੀ ਸਿੱਖ ਧਰਮ ਦੇ ਨਾਲ ਜੁੜਨੇ ਸ਼ੁਰੂ ਹੋ ਗਏ। ਤਾਂ 22 ਮੰਜੀਆਂ ਵਿੱਚੋਂ 2 ਮੰਜੀਆਂ ਇਸਤਰੀ ਸੇਵਾਦਾਰ ਕਾਬੁਲ ਦੀ ਮਾਇਆ ਸੇਵਾ ਅਤੇ ਕਾਬੁਲ ਦੀ ਮਾਈ ਸੇਵਾ ਅਤੇ ਕਸ਼ਮੀਰ ਦੀ ਮਾਈ ਭਾਗ ਭਰੀ ਨੂੰ ਵੀ ਦਿੱਤੀਆਂ ਗਈਆਂ। ਕਈ ਵਾਰ ਪ੍ਰਸ਼ਨ ਆ ਜਾਂਦਾ ਵੀ ਮੰਜੀਦਾਰਾਂ ਦੇ ਵਿੱਚ ਕੀ ਕੋਈ ਇਸਤਰੀ ਮੰਜੀਦਾਰ ਵੀ ਸਨ? ਤਾਂ ਇਹ ਨਾਂ ਜਿਹੜੇ 2 ਲਏ ਜਾ ਸਕਦੇ ਆ। ਫਿਰ ਉਹਨਾਂ ਨੇ ਉਦਾਸੀ ਮੱਤ ਦਾ ਖੰਡਨ ਕੀਤਾ। ਉਦਾਸੀ ਮੱਤ ਦੀ ਗੱਲ ਆਪਾਂ ਪਹਿਲਾਂ ਕਰ ਚੁੱਕੇ ਹਾਂ। ਜਿਵੇਂ ਸ਼੍ਰੀ ਚੰਦ ਜੀ ਉਦਾਸੀ ਮੱਤ ਨਾਲ ਸੰਬੰਧਿਤ ਸੀਗੇ। ਉਦਾਸੀ ਮੱਤ ਦਾ ਮਤਲਬ ਇਹ ਹੁੰਦਾ ਵੀ ਸੰਸਾਰਿਕ ਸੁੱਖਾਂ ਨੂੰ
ਜਾਂ ਆਪਣੇ ਪਰਿਵਾਰ ਨੂੰ ਛੱਡ ਕੇ ਜੰਗਲਾਂ ਦੇ ਵਿੱਚ, ਪਹਾੜਾਂ ਦੇ ਵਿੱਚ ਰਹਿ ਕੇ ਪਰਮਾਤਮਾ ਦੀ ਭਗਤੀ ਕਰਨਾ। ਤਾਂ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਵੀ ਇਹ ਗੱਲ ਕਹੀ ਸੀ ਵੀ ਸੰਸਾਰ ਦੇ ਵਿੱਚ ਰਹਿੰਦੇ ਹੋਏ ਤੁਸੀਂ ਪਰਮਾਤਮਾ ਦੀ ਪ੍ਰਾਪਤੀ ਕਰਨੀ ਆ, ਸੰਸਾਰ ਨੂੰ ਛੱਡ ਕੇ ਨਹੀਂ ਜਾਣਾ। ਅਤੇ ਉਸ ਉਦਾਸੀ ਮਤ ਦਾ ਇਹਨਾਂ ਨੇ ਖੰਡਨ ਕੀਤਾ। ਫਿਰ ਗੁਰਬਾਣੀ ਦਾ ਸੰਗ੍ਰਹਿ ਅਤੇ ਰਚਨਾ। ਗੁਰੂ ਨਾਨਕ ਦੇਵ ਜੀ ਬਾਣੀ ਗੁਰੂ ਅੰਗਦ ਦੇਵ ਜੀ ਨੇ ਸਾਂਭੀ। ਗੁਰੂ ਅੰਗਦ ਦੇਵ ਜੀ ਅਤੇ ਗੁਰੂ ਨਾਨਕ ਦੇਵ ਜੀ ਦੋਵਾਂ ਦੀ ਬਾਣੀ ਫਿਰ ਗੁਰੂ ਅਮਰਦਾਸ ਜੀ ਨੇ ਸਾਂਭੀ। ਠੀਕ ਹੈ। ਫਿਰ ਅਗਲਾ ਜਿਹੜਾ ਮਹੱਤਵਪੂਰਨ ਕੰਮ ਹੈ ਜੀ ਇਹਨਾਂ ਨੇ ਕੀਤਾ, ਗੁਰਗੱਦੀ ਨੂੰ ਜੱਦੀ ਬਣਾਉਣਾ। ਜੱਦੀ ਮਤਲਬ ਹੁੰਦਾ ਵੀ ਜਿਵੇਂ ਇੱਕ ਪਰਿਵਾਰ ਤੋਂ ਹੀ ਅਗਾਂਹ ਨੂੰ ਅਗਾਂਹ ਚੱਲਦੀ ਜਾਂਦੀ ਹੈ, ਉਹਨੂੰ ਜਿਹੜਾ ਜੱਦੀ ਬਣਾਉਣ ਦੀ ਗੱਲ ਕਹੀ ਜਾਂਦੀ ਹੈ। ਫਿਰ ਸ਼੍ਰੀ ਗੁਰੂ ਅਮਰਦਾਸ ਜੀ ਦੁਆਰਾ ਸਮਾਜਿਕ ਸੁਧਾਰ ਹੋਰ ਕੀ ਕੀਤੇ ਗਏ? ਸਤੀ ਪ੍ਰਥਾ। ਸਤੀ ਪ੍ਰਥਾ ਮਤਲਬ ਜਦੋਂ ਵੀ ਕੋਈ ਇਸਤਰੀ ਦਾ ਪਤੀ ਮਰ ਜਾਂਦਾ ਸੀਗਾ, ਔਰਤ ਨੂੰ ਵੀ ਉਸ ਦੀ ਚਿਤਾ 'ਤੇ ਜਿਹੜਾ ਸਾੜ ਦਿੱਤਾ ਜਾਂਦਾ ਸੀ, ਉਹਨੂੰ ਸਤੀ ਪ੍ਰਥਾ ਕਿਹਾ ਜਾਂਦਾ ਸੀ। ਉਹਦਾ ਵਿਰੋਧ ਕੀਤਾ। ਨਸ਼ੀਲੀਆਂ ਚੀਜ਼ਾਂ 'ਤੇ ਪਾਬੰਦੀ। ਉਹ ਕਹਿੰਦਾ ਕੋਈ ਵੀ ਸਿੱਖ ਜਿਹੜਾ ਹੈ ਉਹ ਨਸ਼ੀਲੀ ਵਸਤੂ ਦਾ ਸੇਵਨ ਨਹੀਂ ਕਰੇਗਾ। ਅੰਤਰਜਾਤੀ ਵਿਆਹ 'ਤੇ ਜ਼ੋਰ। ਜਾਤ ਪਾਤ ਦੇ ਦਾ ਉਹਨਾਂ ਨੇ ਖੰਡਨ ਕੀਤਾ, ਵਿਰੋਧ ਕੀਤਾ ਵੀ ਕੋਈ ਉੱਚ ਜਾਤ ਨਹੀਂ, ਕੋਈ ਨੀਵੀਂ ਜਾਤ ਨਹੀਂ, ਸਾਰੇ ਇੱਕੋ ਆ। ਇਸ ਸੰਸਾਰ ਵਿੱਚ ਲੋਕ ਜਿਹੜੇ ਰਹਿੰਦੇ ਆ ਪਰਮਾਤਮਾ ਦੇ ਬਣਾਏ ਹੋਏ ਆ, ਇਸ ਕਰਕੇ ਉਹ ਸਾਰੇ ਲੋਕ ਇੱਕ ਆ। ਸਾਰਿਆਂ ਦਾ ਜਿਹੜਾ ਆ ਧਰਤੀ 'ਤੇ ਬਰਾਬਰ ਦਾ ਹੱਕ ਆ। ਇਸ ਕਰਕੇ ਉਹਨਾਂ ਨੇ ਅੰਤਰਜਾਤੀ ਵਿਆਹਾਂ ਦੇ ਵਿੱਚ 'ਤੇ ਜ਼ੋਰ ਪਾਇਆ। ਤਿਉਹਾਰਾਂ ਨੂੰ ਨਵੇਂ ਢੰਗ ਨਾਲ ਮਨਾਉਣਾ ਸ਼ੁਰੂ ਕੀਤਾ। ਕੀ ਕਰਦੇ ਸੀ ਵੀ ਉਹਨਾਂ ਨੇ ਗੋਇੰਦਵਾਲ ਸਾਹਿਬ ਦੀ ਜਿਵੇਂ ਸਥਾਪਨਾ ਕੀਤੀ। ਉਹਨਾਂ ਨੇ ਸਿੱਖਾਂ ਨੂੰ ਕਿਹਾ ਵੀ ਆਪਾਂ ਦੀਵਾਲੀ, ਦੁਸਹਿਰਾ, ਜੋ ਵੀ ਤਿਉਹਾਰ ਆਉਂਦੇ ਆ, ਉਹ ਵਿਸਾਖੀ, ਉਹ ਆਪਾਂ ਤੀਰਥ ਸਥਾਨਾਂ 'ਤੇ ਮਨਾਉਣੇ ਆ। ਜਾਤੀ ਭੇਦਭਾਵ ਅਤੇ ਛੂਤ-ਛਾਤ ਦਾ ਖੰਡਨ, ਇਹਦੀ ਗੱਲ ਆਪਾਂ ਪਹਿਲਾਂ ਕਰ ਚੁੱਕੇ ਹਾਂ। ਜਨਮ, ਮੌਤ ਅਤੇ ਵਿਆਹ ਸੰਬੰਧੀ ਰੀਤੀਆਂ ਵਿੱਚ ਵੀ ਉਹਨਾਂ ਨੇ ਜਿਹੜੇ ਪਰਿਵਰਤਨ ਕੀਤੇ। ਉਹਨਾਂ ਦੇ ਵਿੱਚ ਵੀ ਉਹਨਾਂ ਨੇ ਲੋਕਾਂ ਨੂੰ ਨਵੇਂ ਜਿਹੜੇ ਆ ਰਾਹ ਦਿਖਾਏ। ਤੋ ਇਸ ਤਰ੍ਹਾਂ ਕਰਕੇ ਜਿਹੜਾ ਸੀਗਾ ਗੁਰੂ ਅਮਰਦਾਸ ਜੀ ਨੇ ਬਹੁਤ ਮਹੱਤਵਪੂਰਨ ਜਿਹੜੇ ਆ ਸਿੱਖ ਧਰਮ ਦੇ ਵਿਕਾਸ ਲਈ ਕਾਰਜ ਕੀਤੇ। ਜੋਤੀ ਜੋਤ ਸਮਾਉਣ ਦਾ ਸਮਾਂ ਉਹਨਾਂ ਦਾ ਜਿਹੜਾ ਸੀਗਾ 1 ਸਤੰਬਰ 1574 ਈਸਵੀ ਸੀ। ਉਮਰ ਉਦੋਂ ਉਹਨਾਂ ਦੀ 95 ਸਾਲ ਸੀ ਅਤੇ ਗੁਰੂ ਕਾਲ ਉਹਨਾਂ ਦਾ 1552 ਤੋਂ 74 ਸਾਲ 1574 ਤੱਕ। ਉਸ ਤੋਂ ਬਾਅਦ ਉੱਤਰਾਧਿਕਾਰੀ ਉਹਨਾਂ ਨੇ ਬਣਾਇਆ ਗੁਰੂ ਰਾਮਦਾਸ ਜੀ ਨੂੰ। ਠੀਕ ਹੈ। ਅਤੇ ਇਹ ਜਿਹੜਾ ਸੀਗਾ ਗੁਰੂ ਅਮਰਦਾਸ ਜੀ ਬਾਰੇ ਸੀਗਾ ਸਾਰਾ ਜਾਣਕਾਰੀ। ਅੱਗੇ ਗੁਰੂ ਰਾਮਦਾਸ ਜੀ ਦੇ ਬਾਰੇ ਆਪਾਂ ਦੇਖਦੇ ਹਾਂ ਕੀ ਆ। ਜਨਮ ਹੋਇਆ 24 ਸਤੰਬਰ 1534 ਈਸਵੀ। ਜਗ੍ਹਾ ਸੀ ਲਾਹੌਰ ਦੀ ਚੂਨਾ ਮੰਡੀ। ਬਚਪਨ 'ਚ ਨਾਂ ਇਹਨਾਂ ਦਾ ਭਾਈ ਜੇਠਾ ਜੀ ਸੀ। ਮਾਤਾ ਦਾ ਨਾਂ ਦਇਆ ਕੌਰ ਜੀ, ਪਿਤਾ ਦਾ ਨਾਂ ਹਰੀਦਾਸ ਜੀ, ਪਤਨੀ ਬੀਬੀ ਭਾਨੀ, ਸੰਤਾਨ ਪ੍ਰਿਥੀ ਚੰਦ, ਮਹਾਦੇਵ ਅਤੇ ਅਰਜਨ ਦੇਵ। ਇਹ 3 ਬੱਚੇ ਇਹਨਾਂ ਦੇ ਸਨ। ਤਾਂ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਭਾਈ ਜੇਠਾ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਸੀ, ਜੋ ਬਾਅਦ ਵਿੱਚ ਗੁਰੂ ਰਾਮਦਾਸ ਜੀ ਦੇ ਨਾਂ ਤੋਂ ਪ੍ਰਸਿੱਧ ਹੋਏ। ਤਾਂ ਇਹ ਜਿਹੜਾ ਸਾਡੇ ਲਈ ਜਾਣਨਾ ਬਹੁਤ ਜ਼ਰੂਰੀ ਆ ਵੀ ਭਾਈ ਜੇਠਾ ਜੀ ਇਹਨਾਂ ਦਾ ਪਹਿਲਾ ਨਾਂ ਸੀਗਾ ਅਤੇ ਬਾਅਦ 'ਚ ਬਦਲ ਕੇ ਗੁਰੂ ਰਾਮਦਾਸ ਜੀ ਰੱਖ ਦਿੱਤਾ ਗਿਆ। ਵਿਆਹ ਇਹਨਾਂ ਦਾ ਹੋਇਆ। ਸ਼੍ਰੀ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਦੀ ਸੇਵਾ ਭਾਵਨਾ ਤੋਂ ਪ੍ਰਭਾਵਿਤ ਹੋ ਕੇ 1553 ਵਿੱਚ ਭਾਈ ਜੇਠਾ ਜੀ ਦਾ ਵਿਆਹ ਆਪਣੀ ਛੋਟੀ ਸਪੁੱਤਰੀ ਬੀਬੀ ਭਾਨੀ ਜੀ ਨਾਲ ਕਰ ਦਿੱਤਾ। ਉਹਨਾਂ ਨੇ ਆਪਣੀ ਪੁੱਤਰੀ ਦੇ ਨਾਲ ਇਹਨਾਂ ਦਾ ਵਿਆਹ ਕੀਤਾ ਸੀਗਾ। ਠੀਕ ਹੈ, ਯਾਦ ਰੱਖਿਓ ਵੀ ਗੱਲ। ਫਿਰ ਗੁਰਗੱਦੀ ਦੀ ਪ੍ਰਾਪਤੀ ਕਿਵੇਂ ਹੋਈ? ਸ਼੍ਰੀ ਗੁਰੂ ਅਮਰਦਾਸ ਜੀ ਆਪਣੀ ਸਪੁੱਤਰੀ ਬੀਬੀ ਭਾਨੀ ਅਤੇ ਜਵਾਈ ਜੇਠਾ ਜੀ ਦੀ ਸੇਵਾ ਅਤੇ ਤਿਆਗ ਭਾਵਨਾ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਭਾਈ ਜੇਠਾ ਜੀ ਦੇ ਗੁਣਾਂ ਨੂੰ ਦੇਖਦੇ ਹੋਏ ਉਹਨਾਂ ਨੇ ਮਿਤੀ 1 ਸਤੰਬਰ 1574 ਈਸਵੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਅਤੇ ਉਹਨਾਂ ਦਾ ਨਾਂ ਗੁਰੂ ਰਾਮਦਾਸ ਜੀ ਕਿਹਾ ਜਾਣ ਲੱਗਾ। ਫਿਰ ਜਿਹੜੇ ਉਹਨਾਂ ਨੇ ਵਿਕਾਸ ਲਈ ਕਾਰਜ ਕੀਤੇ ਸਿੱਖ ਧਰਮ ਦੇ, ਰਾਮਦਾਸਪੁਰਾ ਦੀ ਸਥਾਪਨਾ ਸਭ ਤੋਂ ਮਹੱਤਵਪੂਰਨ ਕੰਮ ਆ ਬੱਚਿਓ ਵੀ। ਰਾਮਦਾਸਪੁਰ ਦੀ ਸਥਾਪਨਾ, ਜਿਹਨੂੰ ਅੱਜ ਕੱਲ੍ਹ ਆਪਾਂ ਅੰਮ੍ਰਿਤਸਰ ਕਹਿੰਦੇ ਹਾਂ, ਉਹਨਾਂ ਦਾ ਨਾਂ ਰਾਮਦਾਸਪੁਰ ਵੀ ਸੀ ਕਿਉਂਕਿ ਗੁਰੂ ਰਾਮਦਾਸ ਜੀ ਨੇ ਇਹਦੀ ਸਥਾਪਨਾ ਕੀਤੀ ਸੀਗੀ। ਅਤੇ 1577 ਵਿੱਚ ਬਾਬਾ ਬੁੱਢਾ ਜੀ ਦੀ ਨਿਗਰਾਨੀ ਹੇਠ ਅੰਮ੍ਰਿਤ ਸਰੋਵਰ ਦੀ ਖੁਦਾਈ ਦਾ ਕੰਮ ਸ਼ੁਰੂ ਹੋਇਆ ਅਤੇ ਗੁਰੂ ਜੀ ਨੇ ਸਿੱਖਾਂ ਨੂੰ ਆਦੇਸ਼ ਦਿੱਤਾ ਕਿ ਉਹ ਰਾਮਦਾਸਪੁਰ ਵਿੱਚ ਜਾ ਕੇ ਵਸਣ। ਉਹਨਾਂ ਨੇ ਇੱਕ ਬਾਜ਼ਾਰ ਵੀ ਬਣਾਇਆ ਜਿਹਨੂੰ ਗੁਰੂ ਕਾ ਬਾਜ਼ਾਰ ਕਿਹਾ ਜਾਂਦਾ ਆ। 52 ਵਪਾਰੀ ਵੀ ਉੱਥੇ ਆ ਕੇ ਵਸ ਗਏ ਜਿਨ੍ਹਾਂ ਨੇ ਵਪਾਰ ਉੱਥੇ ਕਰਨਾ ਸ਼ੁਰੂ ਕਰਤਾ। ਹੌਲੀ ਹੌਲੀ ਇਹ ਬਾਜ਼ਾਰ ਜਿਹੜਾ ਬਹੁਤ ਵੱਡਾ ਹੋ ਗਿਆ। ਰਾਮਦਾਸਪੁਰਾ ਨੂੰ ਚੱਕ ਗੁਰੂ ਰਾਮਦਾਸ ਦੇ ਨਾਂ ਨਾਲ ਵੀ ਜਾਣਿਆ ਜਾਣ ਲੱਗਾ
ਅਤੇ ਅੰਮ੍ਰਿਤਸਰ ਸਰੋਵਰ ਅਤੇ ਸੰਤੋਖਸਰ ਸਰੋਵਰ ਇਹ ਦੋ ਇਹਨਾਂ ਦੀ ਜਿਹੜੀ ਉੱਥੇ ਖੁਦਾਈ ਕੀਤੀ ਗਈ। ਹੁਣ ਵੀ ਆਪਾਂ ਜਾਂਦੇ ਅਤੇ ਜਿਹੜਾ ਅੰਮ੍ਰਿਤਸਰ ਆ ਗੋਲਡਨ ਟੈਂਪਲ ਹੈ, ਉਹਦੇ ਆਲੇ ਦੁਆਲੇ ਜਿਹੜਾ ਸਰੋਵਰ ਹੈ ਉਹਨੂੰ ਅੰਮ੍ਰਿਤਸਰ ਸਰੋਵਰ ਕਹਿੰਦੇ ਆ, ਅਤੇ ਲਾਗੇ ਹੀ ਉਹਦੇ ਸੰਤੋਖਸਰ ਸਰੋਵਰ ਵੀ ਹੈਗਾ। ਉਸ ਤੋਂ ਬਾਅਦ ਅਗਲੀ ਗੱਲ ਹੈਗੀ ਉਦਾਸੀ ਮੱਤ ਨਾਲ ਸਮਝੌਤਾ। ਹੁਣ ਜਿਵੇਂ ਪਹਿਲਾਂ ਵਿਰੋਧ ਹੁੰਦਾ ਰਿਹਾ ਉਦਾਸੀ ਮੱਤ ਦਾ, ਇੱਥੇ ਸ਼੍ਰੀ ਗੁਰੂ ਰਾਮਦਾਸ ਜੀ ਨੇ ਉਦਾਸੀ ਮੱਤ ਦੇ ਨਾਲ ਸਮਝੌਤਾ ਕਰ ਲਿਆ। ਬਾਬਾ ਸ਼੍ਰੀ ਚੰਦ ਜੀ ਸ਼੍ਰੀ ਗੁਰੂ ਰਾਮਦਾਸ ਜੀ ਦੀ ਨਿਮਰਤਾ, ਸੇਵਾ ਅਤੇ ਦਿਆਲਤਾ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਨੇ ਗੁਰੂ ਰਾਮਦਾਸ ਜੀ ਦਾ ਵਿਰੋਧ ਕਰਨਾ ਬੰਦ ਕਰਤਾ। ਇਸ ਤੋਂ ਪਹਿਲਾਂ ਜਿਹੜੇ ਗੁਰੂ ਸੀਗੇ, ਜਿਵੇਂ ਗੁਰੂ ਅੰਗਦ ਦੇਵ ਜੀ ਸੀ, ਗੁਰੂ ਨਾਨਕ ਦੇਵ ਜੀ ਸੀ, ਗੁਰੂ ਅਮਰਦਾਸ ਜੀ ਸੀ, ਉਹਨਾਂ ਨੇ ਉਦਾਸੀ ਮੱਤ ਦਾ ਖੰਡਨ ਕੀਤਾ ਸੀ। ਇੱਥੇ ਆ ਕੇ ਚੌਥੇ ਗੁਰੂ ਦੇ ਸਮੇਂ, ਗੁਰੂ ਰਾਮਦਾਸ ਜੀ ਦੇ ਸਮੇਂ ਉਦਾਸੀ ਮੱਤ ਨਾਲ ਜਿਹੜਾ ਆ ਉਹਨਾਂ ਦਾ ਸਮਝੌਤਾ ਜਿਹੜਾ ਹੋ ਜਾਂਦਾ ਆ। ਅਤੇ ਇਹ ਇੱਕ ਬਹੁਤ ਮਹੱਤਵਪੂਰਨ ਕੰਮ ਸੀਗਾ, ਕਿਉਂਕਿ ਜਿਹੜੇ ਸਿੱਖ ਸੀਗੇ ਉਹਨਾਂ ਦਾ ਇਸ ਜਗ੍ਹਾ 'ਤੇ ਵਟਾਂਦਰਾ ਹੋਇਆ ਪਿਆ। ਕੁਛ ਸਿੱਖ ਗੁਰੂਆਂ ਦੇ ਨਾਲ ਸੀ, ਕੁਛ ਸਿੱਖ ਜਿਹੜੇ ਆ ਉਦਾਸੀ ਮੱਤ ਵੱਲ ਤੁਰੇ ਫਿਰਦੇ ਸੀਗੇ। ਇਸ ਕਰਕੇ ਇਹ ਬਹੁਤ ਮਹੱਤਵਪੂਰਨ ਇੱਕ ਕਾਰਜ ਹੋਇਆ ਉਹਨਾਂ ਦੇ ਸਮੇਂ ਵਿੱਚ। ਅਗਲੀ ਗੱਲ ਹੈ ਮਸੰਦ ਪ੍ਰਥਾ ਦਾ ਆਰੰਭ। ਜਿਵੇਂ ਪਹਿਲਾਂ ਆਪਾਂ ਪੜ੍ਹਿਆ ਸੀਗਾ, ਗੁਰੂ ਅਮਰਦਾਸ ਜੀ ਵੇਲੇ ਮੰਜੀ ਪ੍ਰਥਾ ਦਾ ਆਰੰਭ ਹੋਇਆ ਸੀਗਾ, ਗੁਰੂ ਰਾਮਦਾਸ ਜੀ ਵੇਲੇ ਮਸੰਦ ਪ੍ਰਥਾ ਦਾ ਆਰੰਭ ਹੋਇਆ। ਤਾਂ ਹੁਣ ਜਿਵੇਂ ਆਪਾਂ ਪੜ੍ਹ ਚੁੱਕੇ ਹਾਂ ਵੀ ਉਹਨਾਂ ਨੇ ਇੱਕ ਬਹੁਤ ਵੱਡਾ ਨਗਰ ਵਸਾਇਆ ਰਾਮਦਾਸਪੁਰਾ, ਫਿਰ ਉੱਥੇ ਉਹਨਾਂ ਨੇ ਸਰੋਵਰਾਂ ਦੀ ਖੁਦਾਈ ਦਾ ਕੰਮ ਵੀ ਸ਼ੁਰੂ ਕੀਤਾ। ਹੁਣ ਇਹ ਸਾਰੇ ਕੰਮ ਵਾਸਤੇ ਪੈਸੇ ਦੀ ਲੋੜ ਸੀ, ਧਨ ਦੀ ਲੋੜ ਸੀ। ਤਾਂ ਗੁਰੂ ਰਾਮਦਾਸ ਜੀ ਨੇ ਆਪਣੇ ਕੁਝ ਸ਼ਰਧਾਲੂ ਸਿੱਖਾਂ ਨੂੰ ਧਨ ਇਕੱਠਾ ਕਰਨ ਲਈ ਕਈ ਵੱਖ-ਵੱਖ ਥਾਵਾਂ 'ਤੇ ਭੇਜਿਆ, ਅਤੇ ਉਹਨਾਂ ਸਿੱਖਾਂ ਨੂੰ ਮਸੰਦ ਕਿਹਾ ਜਾਣ ਲੱਗਾ। ਯਾਨੀ ਜਿਵੇਂ ਉਹ ਵੱਖ-ਵੱਖ ਪਿੰਡਾਂ ਵਿੱਚ ਚਲੇ ਗਏ, ਉਹਨਾਂ ਨੇ ਉੱਥੇ ਜਾ ਕੇ ਗੁਰੂ ਜੀ ਦੀਆਂ ਗੱਲਾਂ ਉਹਨਾਂ ਨੂੰ ਦੱਸੀਆਂ ਲੋਕਾਂ ਨੂੰ ਵੀ ਆਪਾਂ ਇਸ ਤਰ੍ਹਾਂ ਕਰਕੇ ਜਿਹੜਾ ਗੁਰੂ ਜੀ ਕਾਰਜ ਕਰਦੇ ਪਏ ਆ, ਧਨ ਦੀ ਲੋੜ ਹੈਗੀ ਆ, ਸੇਵਾ ਦੀ ਲੋੜ ਆ। ਲੋਕ ਆਪ ਵੀ ਆਉਣ ਲੱਗ ਪਏ, ਧਨ ਵੀ ਜਿਹੜਾ ਭੇਜਣ ਲੱਗ ਪਏ। ਇਸ ਕਰਕੇ ਮਸੰਦ ਪ੍ਰਥਾ ਜਿਹੜਾ ਇੱਕ ਬਹੁਤ ਹੀ ਮਹੱਤਵਪੂਰਨ ਕੰਮ ਸੀ ਹੋਇਆ। ਇਹਦੇ ਨਾਲ ਇੱਕ ਤਾਂ ਸਿੱਖ ਧਰਮ ਦਾ ਪ੍ਰਚਾਰ ਹੋਇਆ, ਦੂਜਾ ਮਾਇਆ ਇਕੱਠੀ ਹੋਈ ਅਤੇ ਗੁਰੂ ਜੀ ਦੇ ਹੁਕਮ ਨੂੰ ਸਿੱਖਾਂ ਤੱਕ ਪਹੁੰਚਾਇਆ ਜਾਣ ਲੱਗਾ। ਬਾਣੀ ਦੀ ਰਚਨਾ। ਸ਼੍ਰੀ ਆਦਿ ਗ੍ਰੰਥ ਸਾਹਿਬ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਦੇ 679 ਸ਼ਬਦ ਜਿਹੜੇ ਆ ਸੰਕਲਿਤ ਹਨ। ਇਹ ਉਹਨਾਂ ਨੇ ਬਾਣੀ ਰਚੀ ਸੀ। ਸਿੱਖ ਧਰਮ ਦੇ ਪ੍ਰਚਾਰ ਦੇ ਵਿੱਚ ਉਹਨਾਂ ਨੇ ਕੀ ਕੀਤਾ, ਧਰਮ ਪ੍ਰਚਾਰਕਾਂ ਦੀ ਨਿਯੁਕਤੀ ਕੀਤੀ। ਕਿੰਨੇ ਸਾਰੇ ਦੇਖੋ ਲਿਖੇ ਹੋਏ, ਭਾਈ ਧਰਮਦਾਸ, ਭਾਈ ਤੀਰਥ, ਭਾਈ ਹੰਦਾਲ, ਭਾਈ ਗੁਰਦਾਸ, ਭਾਈ ਦੀਪਾ, ਭਾਈ ਮਾਇਆ, ਇਹ ਸਾਰੇ ਲੋਕਾਂ ਨੇ ਸਿੱਖ ਧਰਮ ਦੇ ਵਿਕਾਸ ਦੇ ਵਿੱਚ ਮਹੱਤਵਪੂਰਨ ਕਦਮ ਯੋਗਦਾਨ ਪਾਇਆ। ਫਿਰ 4 ਲਾਵਾਂ ਦੀ ਮਰਿਆਦਾ, ਜਿਹੜੀਆਂ 4 ਲਾਵਾਂ ਅਸੀਂ ਪੜ੍ਹਦੇ ਹਾਂ ਵਿਆਹ ਦੇ ਸਮੇਂ ਦੇ ਵਿੱਚ, ਉਹ ਜਿਹੜੀਆਂ ਲਾਵਾਂ ਆ ਉਹ ਕਿਹੜੇ ਸਮੇਂ 'ਚ ਆਈਆਂ? ਉਹ ਗੁਰੂ ਰਾਮਦਾਸ ਜੀ ਦੇ ਸਮੇਂ ਦੇ ਵਿੱਚ ਆਈਆਂ। ਅਤੇ ਲੰਗਰ ਪ੍ਰਥਾ ਨੂੰ ਵੀ ਇਹਨਾਂ ਨੇ ਜਾਰੀ ਰੱਖਿਆ। ਅਕਬਰ ਦੇ ਨਾਲ ਵੀ ਇਹਨਾਂ ਨੇ ਮਿੱਤਰਤਾਪੂਰਨ ਸੰਬੰਧ ਆਪਣੇ ਬਣਾਈ ਰੱਖੇ। ਅਕਬਰ ਜਿਹੜਾ ਸੀਗਾ ਉਹ ਸਿੱਖ ਗੁਰੂਆਂ ਦੇ ਨਾਲ ਉਹਨਾਂ ਦਾ ਸੰਬੰਧ ਵਧੀਆ ਰਹੇ ਆ। ਅਤੇ ਜਦੋਂ ਵੀ ਜਿਵੇਂ ਹੁਣ ਇੱਕ ਵਾਰੀ ਕੀ ਹੋਇਆ ਸੀਗਾ ਵੀ ਬੱਚਿਓ ਵੀ ਬਾਰਿਸ਼ ਨਹੀਂ ਪਈ ਅਤੇ ਸੋਕਾ ਪੈ ਗਿਆ, ਅਤੇ ਜਿਹੜਾ ਲਗਾਨ ਕਿਸਾਨਾਂ ਨੂੰ ਦੇਣਾ ਪੈਂਦਾ ਸੀ, ਗੁਰੂ ਰਾਮਦਾਸ ਜੀ ਦੇ ਕਹਿਣ 'ਤੇ ਅਕਬਰ ਨੇ ਉਸ ਸਾਲ ਦਾ ਕਿਸਾਨਾਂ ਦਾ ਜਿਹੜਾ ਸਾਰਾ ਲਗਾਨ ਸੀ ਉਹ ਵਾਪਸ ਕਰਦਾ। ਇਸ ਤਰ੍ਹਾਂ ਜਿਹੜਾ ਉਹਨਾਂ ਦਾ ਬਹੁਤ ਪ੍ਰਸਿੱਧੀ ਹੋਈ। ਫਿਰ ਜੋਤੀ ਜੋਤ ਚੋਣ ਸਮਾਉਣ ਦਾ ਸਮਾਂ ਜਿਹੜਾ ਉਹਨਾਂ ਦਾ 1 ਸਤੰਬਰ 1581 ਆ। 1574 ਤੋਂ ਲੈ ਕੇ 1581 ਤੱਕ ਦਾ ਗੁਰੂ ਕਾਲ ਆ। ਉੱਤਰਾਧਿਕਾਰੀ ਉਹਨਾਂ ਨੇ ਕਿਹਨੂੰ ਨਿਯੁਕਤ ਕੀਤਾ? ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਉੱਤਰਾਧਿਕਾਰੀ ਨਿਯੁਕਤ ਕੀਤਾ। ਹੁਣ ਇੱਥੇ ਕੀ ਪਰਿਵਰਤਨ ਆਇਆ? ਦੇਖੋ ਆਪਾਂ ਪਿਛਲੇ ਗੁਰੂ ਆਪਾਂ ਪੜ੍ਹਿਆ ਸੀਗਾ, ਗੁਰੂ ਅਮਰਦਾਸ ਜੀ ਨੇ ਗੁਰਗੱਦੀ ਜਿਹੜੀ ਸੀਗੀ ਉਹ ਜੱਦੀ ਬਣਾ ਤੀ। ਜੱਦੀ ਬਣਾਉਣ ਦਾ ਮਤਲਬ ਸੀਗਾ ਵੀ ਪਰਿਵਾਰ ਦੇ ਵਿੱਚੋਂ ਹੀ ਗੁਰੂ ਜਿਹੜੇ ਆ ਅੱਗੇ ਉਹਨਾਂ ਨੇ ਉੱਤਰਾਧਿਕਾਰੀ ਬਣਾਏ। ਜਿਵੇਂ ਉਹਨਾਂ ਨੇ ਬੀਬੀ ਭਾਨੀ ਜੀ ਦੇ ਜਿਹੜੇ ਪਤੀ ਸੀ ਭਾਈ ਜੇਠਾ ਜੀ ਨੂੰ ਗੁਰੂ ਬਣਾਇਆ, ਅਤੇ ਗੁਰੂ ਅਮਰਦਾਸ ਜੀ ਨੇ ਫਿਰ ਜਿਹੜੇ ਸੀਗੇ ਗੁਰੂ ਰਾਮਦਾਸ ਜੀ ਨੇ ਅੱਗੇ ਆਪਣੇ ਜਿਹੜੇ ਸਭ ਤੋਂ ਛੋਟੇ ਅਤੇ ਯੋਗ ਪੁੱਤਰ ਸੀ ਗੁਰੂ ਅਰਜਨ ਦੇਵ ਜੀ, ਉਹਨਾਂ ਨੂੰ ਗੁਰਗੱਦੀ ਸੌਂਪੀ।
ਇਸ ਤਰ੍ਹਾਂ ਜਿਹੜੀ ਗੱਦੀ ਸੀ ਗੁਰੂ ਗੱਦੀ ਉਹ ਜੱਦੀ ਬਣ ਗਈ। ਹੁਣ ਗੁਰੂ ਅਰਜਨ ਦੇਵ ਜੀ ਦਾ ਯੋਗਦਾਨ ਕੀ ਸੀ 1581 ਤੋਂ ਲੈ ਕੇ 1606 ਈਸਵੀ ਤੱਕ, ਉਹਦੇ ਬਾਰੇ ਆਪਾਂ ਜਾਣਕਾਰੀ ਲੈਂਦੇ ਹਾਂ। ਗੁਰੂ ਅਰਜਨ ਦੇਵ ਜੀ ਨੇ ਜਿਹੜੇ ਆ 1581 ਤੋਂ ਲੈ ਕੇ 1606 ਤੱਕ ਗੁਰਗੱਦੀ 'ਤੇ ਬਿਰਾਜਮਾਨ ਰਹੇ। ਭਾਵੇਂ ਉਹਨਾਂ ਨੂੰ ਆਪਣੇ ਵੱਡੇ ਭਰਾ ਪ੍ਰਿਥੀ ਚੰਦ ਅਤੇ ਹਿੰਦੂ ਅਤੇ ਮੁਸਲਮਾਨ ਕੱਟੜਪੰਥੀਆਂ ਦਾ ਜ਼ੋਰਦਾਰ ਵਿਰੋਧ ਦਾ ਸਾਹਮਣਾ ਕਰਨਾ, ਫਿਰ ਵੀ ਉਹਨਾਂ ਨੇ ਸਿੱਖ ਧਰਮ ਦੇ ਲਈ ਬਹੁਤ ਹੀ ਮਹੱਤਵਪੂਰਨ ਕਾਰਜ ਕੀਤੇ। ਤਾਂ ਆਪਾਂ ਦੇਖਦੇ ਹਾਂ ਆ ਫੋਟੋ ਦੇ ਵਿੱਚ ਸਾਨੂੰ ਨਜ਼ਰ ਆ ਰਿਹਾ ਹਰਿਮੰਦਰ ਸਾਹਿਬ ਨਜ਼ਰ ਆ ਰਿਹਾ, ਬਾਬਾ ਬੁੱਢਾ ਜੀ ਨਜ਼ਰ ਆ ਰਹੇ ਆ। ਠੀਕ ਹੈ, ਹੁਣ ਕਈ ਕੰਮ ਸੀਗੇ ਗੁਰੂ ਅਮਰਦਾਸ ਜੀ ਨੇ ਸ਼ੁਰੂ ਕੀਤੇ, ਉਹਨਾਂ ਕੰਮਾਂ ਨੂੰ ਸੰਪੂਰਨ ਕਿਹਨੇ ਕੀਤਾ? ਗੁਰੂ ਅਰਜਨ ਦੇਵ ਜੀ ਨੇ। ਗੁਰੂ ਰਾਮਦਾਸ ਜੀ ਦੇ ਜਿਹੜੇ ਕਾਰਜ ਸੀਗੇ ਉਹਨਾਂ ਨੂੰ, ਜਿਵੇਂ ਹੁਣ ਅੰਮ੍ਰਿਤਸਰ ਦੀ ਜਿਹੜੀ ਨੀਂਹ ਸੀ, ਰਾਮਦਾਸਪੁਰ ਦੀ ਨੀਂਹ ਗੁਰੂ ਰਾਮਦਾਸ ਜੀ ਨੇ ਰੱਖੀ ਸੀ, ਅਤੇ ਉੱਥੇ ਖੁਦਾਈ ਦਾ ਕੰਮ ਸ਼ੁਰੂ ਕੀਤਾ ਸੀ, ਉਹਨੂੰ ਪੂਰਾ ਕਿਹਨੇ ਕਰਾਇਆ? ਗੁਰੂ ਅਰਜਨ ਦੇਵ ਜੀ ਨੇ ਪੂਰਾ ਕਰਾਇਆ। ਆਹ ਦੇਖੋ ਇੱਕ ਸਰੋਵਰ ਜਿਹੜਾ ਗੁਰੂ ਆਪਣਾ ਅੰਮ੍ਰਿਤਸਰ ਹਰਿਮੰਦਰ ਸਾਹਿਬ ਦਾ ਸਾਨੂੰ ਨਜ਼ਰ ਆ ਰਿਹਾ, ਦੂਜਾ ਜਿਹੜਾ ਸਰੋਵਰ ਹੈਗਾ ਉਹ ਸੰਤੋਖ ਸਰੋਵਰ ਹੈਗਾ। ਅਤੇ ਬਾਬਾ ਬੁੱਢਾ ਜੀ ਦੀ ਸਹਾਇਤਾ ਨਾਲ ਉਹਨਾਂ ਨੇ ਅੰਮ੍ਰਿਤਸਰ ਸ਼ਹਿਰ ਦੇ ਨਿਰਮਾਣ ਦਾ ਕੰਮ ਮਹੱਤਵਪੂਰਨ ਕੰਮ ਜਿਹੜਾ ਪੂਰਾ ਕੀਤਾ। ਇਸ ਕਰਕੇ 3 ਤਸਵੀਰਾਂ ਜਿਹੜੀਆਂ ਤੁਹਾਨੂੰ ਇਸ ਦੇ ਵਿੱਚ ਦਿਖਾਈਆਂ ਜਾ ਰਹੀਆਂ। ਅਗਲਾ ਕਾਰਜ ਉਹਨਾਂ ਨੇ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਜਿਹੜਾ ਕੀਤਾ 1588-99 ਲਿਖਿਆ। 1588 ਵਿੱਚ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ। 1599 ਵਿੱਚ ਆ ਦੇਖੋ ਪਿਕਚਰ 'ਚ ਬੱਚਿਓ ਤੁਹਾਨੂੰ ਨਜ਼ਰ ਆ ਰਿਹਾ ਗੁਰੂ ਜੀ ਬੈਠੇ ਆ ਅਤੇ ਲਾਗੇ ਸੂਫੀ ਸੰਤ ਮੀਆਂ ਮੀਰ ਜੀ ਜਿਹੜਾ ਨੀਂਹ ਪੱਥਰ ਰੱਖ ਰਹੇ ਆ। ਇਹ ਮਹੱਤਵਪੂਰਨ ਕਾਰਜ ਜਿਹੜਾ ਹਰਿਮੰਦਰ ਸਾਹਿਬ ਦਾ ਉਸਾਰੀ ਦਾ ਕੰਮ ਜਿਹੜਾ ਆ ਗੁਰੂ ਅਰਜਨ ਦੇਵ ਜੀ ਦੇ ਸਮੇਂ ਸ਼ੁਰੂ ਹੋਇਆ। ਹੁਣ ਅਗਲੀ ਗੱਲ ਹੈ, ਹਰਿਮੰਦਰ ਸਾਹਿਬ ਦੇ ਵਿੱਚ 4 ਦਰਵਾਜ਼ੇ ਰੱਖੇ ਗਏ। ਠੀਕ ਹੈ ਬੱਚਿਓ, ਹੁਣ 4 ਦਰਵਾਜ਼ੇ ਤੁਸੀਂ ਦੇਖੋਗੇ, ਇੱਕ ਦਰਵਾਜ਼ਾ ਆਹ ਆ, ਇੱਕ ਇੱਧਰ ਦਰਵਾਜ਼ਾ, ਇੱਕ ਇੱਧਰ ਦਰਵਾਜ਼ਾ, ਇੱਕ ਆਹ ਦਰਵਾਜ਼ਾ, ਇਹ 4 ਦਰਵਾਜ਼ੇ ਆ। ਇਹ 4 ਦਰਵਾਜ਼ੇ ਜਿਹੜੇ ਆ ਕਿਸ ਗੱਲ ਦਾ ਸਬੂਤ ਆ? ਵੀ ਚਾਰੇ ਜਾਤਾਂ ਚਾਰੇ ਪਾਸਿਓਂ ਆਉਣ ਵਾਲੇ ਲੋਕਾਂ ਲਈ ਖੁੱਲ੍ਹੀਆਂ ਆ। ਉਸ ਸਮੇਂ ਜਿਹੜਾ ਸੀਗਾ ਸਮਾਜ 4 ਜਾਤਾਂ ਵਿੱਚ ਵੰਡਿਆ ਹੋਇਆ ਸੀਗਾ, ਅਤੇ ਉਹਨਾਂ ਨੇ ਦਰਵਾਜ਼ੇ 4 ਇਸ ਕਰਕੇ ਰੱਖੇ ਵੀ ਸਾਰੇ ਲੋਕਾਂ ਦੇ ਲਈ ਜਿਹੜਾ ਆ ਇਹ ਰਸਤੇ ਖੁੱਲ੍ਹੇ ਹਨ। ਫਿਰ ਅੱਗੇ ਆ ਜੀ ਅਗਲਾ ਜਿਹੜਾ ਕੰਮ ਸੀਗਾ ਉਹ ਹੋਇਆ ਆਦਿ ਗ੍ਰੰਥ ਸਾਹਿਬ ਦੀ ਗੱਲ ਕੀਤੀ ਹੋਈ ਆ। ਤਾਂ ਹਰਿਮੰਦਰ ਸਾਹਿਬ ਦੀ ਉਸਾਰੀ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੀ ਦੇਖ ਰੇਖ ਹੇਠ 1601 ਈਸਵੀ ਵਿੱਚ ਪੂਰੀ ਹੋ ਗਈ ਸੀ, ਅਤੇ 1604 ਈਸਵੀ ਆ ਦੇਖੋ ਦੋਵੇਂ ਤਰੀਕਾਂ ਦਿੱਤੀਆਂ। 1604 ਈਸਵੀ ਵਿੱਚ ਹਰਿਮੰਦਰ ਸਾਹਿਬ ਵਿੱਚ ਆਦਿ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ ਗਈ। ਇਹ ਬਹੁਤ ਮਹੱਤਵਪੂਰਨ ਕਦਮ ਸੀ। ਹਰਿਮੰਦਰ ਸਾਹਿਬ ਦੇ ਅੰਦਰ ਆਦਿ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ ਗਈ, ਜਿਹਦੇ ਵਿੱਚ ਪਿਛਲੇ ਸਾਰੇ ਗੁਰੂਆਂ ਦੀ ਬਾਣੀ ਦਰਜ ਸੀ, ਅਤੇ ਉਸ ਦੇ ਪਹਿਲੇ ਗ੍ਰੰਥੀ ਸਨ ਧੰਨ ਬਾਬਾ ਬੁੱਢਾ ਜੀ। ਇਹ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੈ, ਹਰ ਵਾਰੀ ਜਿਹੜਾ ਪੇਪਰਾਂ ਦੇ ਵਿੱਚ ਬੱਚਿਓ ਆਉਂਦਾ ਆ। ਅਗਲਾ ਕਾਰਜ ਉਹਨਾਂ ਨੇ ਜਿਹੜਾ ਕੀਤਾ ਗੁਰੂ ਅਰਜਨ ਦੇਵ ਜੀ ਨੇ ਤਰਨਤਾਰਨ ਸ਼ਹਿਰ ਦੀ ਵੀ ਸਥਾਪਨਾ ਕੀਤੀ। ਪਹਿਲਾਂ ਤਾਂ ਉਹਨਾਂ ਨੇ ਜਿਹੜੀ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਕੀਤਾ, ਠੀਕ ਹੈ ਨਾ। ਉਸ ਤੋਂ ਪਹਿਲਾਂ ਉਹਨਾਂ ਨੇ ਅੰਮ੍ਰਿਤਸਰ ਜਿਹੜਾ ਕੰਮ ਉਹਨਾਂ ਦਾ ਅਧੂਰਾ ਰਹਿ ਗਿਆ ਸੀਗਾ ਗੁਰੂ ਰਾਮਦਾਸ ਜੀ ਦਾ, ਉਹ ਕੰਮ ਸਾਰੇ ਸੰਪੂਰਨ ਕੀਤੇ। ਫਿਰ ਅਗਲਾ ਕੰਮ ਉਹਨਾਂ ਨੇ ਕੀਤਾ, ਉਹਨਾਂ ਨੇ ਤਰਨਤਾਰਨ ਸ਼ਹਿਰ ਦੀ ਜਿਹੜੀ ਉਸਾਰੀ ਕੀਤੀ। 1590 ਈਸਵੀ ਵਿੱਚ ਰਾਵੀ ਅਤੇ ਬਿਆਸ ਨਦੀਆਂ ਦੇ ਵਿਚਕਾਰ ਤਰਨਤਾਰਨ ਨਾਮ ਦਾ ਸ਼ਹਿਰ ਜਿਹੜਾ ਉਹਨਾਂ ਨੇ ਵਸਾਇਆ। ਬਹੁਤ ਵੱਡਾ ਸਰੋਵਰ ਜਿਹੜਾ ਉੱਥੇ ਬਣਿਆ ਹੋਇਆ ਹੈ, ਹਰਿਮੰਦਰ ਸਾਹਿਬ ਤੋਂ ਵੀ ਜ਼ਿਆਦਾ ਜਿਹੜਾ ਵੱਡਾ ਸਰੋਵਰ ਆ। ਅਤੇ ਖਾਰਾ ਪਿੰਡ ਆ ਉਸ ਜਗ੍ਹਾ ਦਾ ਨਾਂ ਦੇਖੋ ਲਿਖਿਆ ਹੋਇਆ ਪਿੰਡ ਦਾ ਨਾਂ, ਜਿੱਥੋਂ ਉਹਨਾਂ ਨੇ ਜ਼ਮੀਨ ਖਰੀਦ ਕੇ ਸਰੋਵਰ ਬਣਾਇਆ ਅਤੇ ਤਰਨਤਾਰਨ ਨਾਂ ਰੱਖਿਆ। ਤਰਨਤਾਰਨ ਦਾ ਮਤਲਬ ਆ ਜਿਹੜਾ ਬੰਦਾ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ ਉਹ ਇਸ ਭਵ ਸਾਗਰ ਤੋਂ ਤਰ ਜਾਏਗਾ, ਯਾਨੀ ਇਸ ਦੁਨੀਆ ਦੇ ਦੁੱਖਾਂ ਕਸ਼ਟਾਂ 'ਚੋਂ ਬਾਹਰ ਨਿਕਲ ਕੇ ਪਰਮਾਤਮਾ ਦੀ ਪ੍ਰਾਪਤੀ ਕਰ ਲਏਗਾ। ਤਾਂ ਇੱਕ ਹੋਰ ਮਹੱਤਵਪੂਰਨ ਸਥਾਨ ਜਿਹੜਾ ਸਿੱਖਾਂ ਨੂੰ ਮਿਲ ਗਿਆ ਤਰਨਤਾਰਨ ਦੇ ਨਾਂ 'ਤੇ। ਉਸ ਤੋਂ ਬਾਅਦ ਹੈ ਕਰਤਾਰਪੁਰ ਸ਼ਹਿਰ ਦੀ ਸਥਾਪਨਾ। ਕਰਤਾਰਪੁਰ ਦਾ ਮਤਲਬ ਹੈ ਈਸ਼ਵਰ ਦਾ ਘਰ। 1593 ਈਸਵੀ ਵਿੱਚ ਇਹਦੀ ਸਥਾਪਨਾ ਕੀਤੀ ਗਈ, ਤਰੀਕ ਦੇਖੋ ਬੱਚਿਓ ਲਿਖੀ ਹੋਈ ਵਿੱਚ। ਅਤੇ ਗੰਗਸਰ ਨਾਮ ਦਾ ਜਿਹੜਾ ਇੱਕ ਗੁਰਦੁਆਰਾ ਇੱਥੇ ਬਣਿਆ ਹੋਇਆ ਹੈ, ਅਤੇ ਆਪਣੇ ਘਰ ਦੇ ਕੋਲ ਹੀ ਆਪਣੇ ਇਲਾਕੇ ਦੇ ਕੋਲ ਹੀ ਕਰਤਾਰਪੁਰ ਜਿਹੜਾ ਹੈਗਾ ਸ਼ਹਿਰ ਵਸਿਆ ਹੋਇਆ। ਅਤੇ ਅਕਸਰ ਸਾਰੇ ਬੱਚੇ ਉਸ ਜਗ੍ਹਾ 'ਤੇ ਗਏ ਹੋਣਗੇ। ਤੁਸੀਂ ਹੁਣ ਉਸ ਹਿਸਾਬ ਨਾਲ ਤੁਸੀਂ ਦੇਖਿਓ ਵੀ ਗੁਰੂ ਅਰਜਨ ਦੇਵ ਜੀ ਨੇ
ਜਿਹੜਾ ਆ ਕਰਤਾਰਪੁਰ ਸ਼ਹਿਰ ਦੀ ਸਥਾਪਨਾ ਕੀਤੀ ਹੈ। ਅਤੇ ਗੰਗਸਰ ਗੁਰਦੁਆਰਾ ਜਿਹੜਾ ਆ ਉੱਥੇ ਇੱਕ ਉਹਨਾਂ ਨੇ ਖੂਹ ਖੁਦਵਾਇਆ ਅਤੇ ਉਹਦੇ ਵਿੱਚੋਂ ਉਹਨਾਂ ਨੇ ਗੰਗਾ ਦਾ ਪਾਣੀ ਇੱਕ ਲੋਟੇ ਵਿੱਚ ਪ੍ਰਗਟ ਕਰਤਾ, ਤਾਂ ਕਰਕੇ ਉਹ ਜਗ੍ਹਾ ਜਿਹੜੀ ਬਹੁਤ ਮਸ਼ਹੂਰ ਹੋ ਗਈ। ਉਹਨੂੰ ਅਸੀਂ ਜਿਹੜਾ ਆ ਲਿਖਿਆ ਹੋਇਆ ਗੁਰਦੁਆਰਾ ਗੰਗਸਰ ਸਾਹਿਬ, ਪਾਤਸ਼ਾਹੀ ਪੰਜਵੀਂ ਅਤੇ ਛੇਵੀਂ। ਹੁਣ ਆਹ ਦੇਖੋ ਕੀ ਡਿਟੇਲ ਲਿਖੀ ਹੈ। ਕਰਤਾਰਪੁਰ ਨਗਰ ਵਸਾ ਕੇ ਨਗਰ ਨਿਵਾਸੀਆਂ ਲਈ ਪਾਣੀ ਦੀ ਜ਼ਰੂਰਤ ਨੂੰ ਮੁੱਖ ਰੱਖਦਿਆਂ ਸੰਮਤ 1656 ਈਸਵੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਇੱਥੇ ਖੂਹ ਲਗਵਾਇਆ। ਇੱਥੇ ਹੀ ਗੁਰੂ ਜੀ ਨੇ ਆਪਣੇ ਸੇਵਕ ਭਾਈ ਵਿਸਾਖੀ ਰਾਮ ਤੋਂ ਗੰਗਾ ਨਦੀ ਵਿੱਚ ਡਿੱਗਾ ਗੜਵਾ ਇਸ ਖੂਹ ਵਿੱਚੋਂ ਪ੍ਰਗਟ ਕਰਾ ਕੇ ਤੀਰਥ ਗੰਗਾ ਦੇ ਸਥਾਨ ਇਸ਼ਨਾਨ ਦਾ ਭਰਮ ਦੂਰ ਕੀਤਾ। ਇਸੇ ਕਰਕੇ ਇਸ ਖੂਹ ਦਾ ਨਾਮ ਗੰਗਸਰ ਪੈ ਗਿਆ। ਗੁਰੂ ਜੀ ਨੇ ਇਸ ਖੂਹ ਨੂੰ ਅਨੇਕਾਂ ਵਾਰ ਵਰ ਦਿੰਦਿਆਂ ਫਰਮਾਇਆ ਕਿ ਜੋ ਇਸ ਖੂਹ ਦੇ ਜਲ ਨਾਲ ਇਸ਼ਨਾਨ ਕਰੇਗਾ ਉਸ ਦੇ ਸਾਰੇ ਸਰੀਰਕ ਅਤੇ ਮਾਨਸਿਕ ਰੋਗ ਦੂਰ ਹੋ ਜਾਣਗੇ। ਇੰਨੀ ਵਧੀਆ, ਇੰਨੀ ਪਵਿੱਤਰ ਜਗ੍ਹਾ ਆ ਇਹ। ਉਸ ਤੋਂ ਬਾਅਦ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੇ ਹਰਗੋਬਿੰਦਪੁਰ ਦੀ ਸਥਾਪਨਾ ਵੀ ਕੀਤੀ। 1595 ਈਸਵੀ ਵਿੱਚ ਉਹਨਾਂ ਦੇ ਘਰ ਗੁਰੂ ਹਰਗੋਬਿੰਦ ਜੀ ਦਾ ਜਨਮ ਹੋਇਆ। ਉਹਨਾਂ ਦੇ ਨਾਂ 'ਤੇ ਉਹਨਾਂ ਨੇ ਗੁਰੂ ਹਰਗੋਬਿੰਦਪੁਰ ਦੀ ਸਥਾਪਨਾ ਕੀਤੀ। ਅਤੇ ਆਹ ਵਿੱਚ ਬੱਚਿਓ ਤੁਸੀਂ ਦੇਖ ਰਹੇ ਹੋ ਜਗ੍ਹਾ ਤੁਹਾਨੂੰ ਦਿਖ ਰਹੀ ਹੈ ਨਕਸ਼ੇ ਦੇ ਵਿੱਚ, ਸ਼੍ਰੀ ਹਰਗੋਬਿੰਦਪੁਰ ਸ਼ਹਿਰ ਜਿਹੜਾ ਇੱਦਾਂ ਵਸਾਇਆ ਗਿਆ। ਫਿਰ ਉਹਨਾਂ ਨੇ ਛੇਹਰਟਾ ਸਾਹਿਬ ਇੱਕ ਆ, ਤੁਸੀਂ ਦੇਖੋਗੇ ਬੱਚਿਓ ਜਿਹੜਾ ਨਕਸ਼ਾ ਆਪਣੇ ਕੋਲ ਆ ਹੈਗਾ, ਆਹ ਦੇਖੋ ਹਾਰਟ ਬਣੇ ਹੋਏ ਆ, ਇਹਨੂੰ ਹਾਰਟ ਕਹਿੰਦੇ ਆ। ਆਹ 3 ਇੱਧਰ ਆ, 4 5 ਅਤੇ ਇੱਕ ਅੱਗੇ 6। ਇਹਨਾਂ ਦੇ ਵਿੱਚ ਕੱਪਾਂ ਦੇ ਖੂਹ ਹੈ, ਕੱਪਾਂ ਦੇ ਵਿੱਚ ਪਾਣੀ ਆਉਂਦਾ, ਪਾਣੀ ਜਦੋਂ ਉੱਪਰੋਂ ਆਉਂਦਾ ਉੱਪਰੋਂ ਘੁੰਮ ਕੇ ਡਿੱਗਦਾ ਅਤੇ ਬਾਹਰ ਪਾਣੀ ਸਾਰਾ ਬਾਹਰ ਨੂੰ ਆਉਂਦਾ। 6 ਹਾਰਟ ਲਾਏ ਉਹਨਾਂ ਨੇ। 6 ਹਾਰਟ ਤੋਂ ਹੀ ਆਹ ਗੁਰਦੁਆਰਾ ਤਾਂ ਛੇਹਰਟਾ ਸਾਹਿਬ ਜਿਹੜਾ ਇੱਥੇ ਬਣਿਆ। 6 ਹਾਰਟ ਮਤਲਬ ਖੂਹ ਹੈ, ਇੱਕ ਖੂਹ 'ਚੋਂ ਪਾਣੀ ਕੱਢਣ ਲਈ ਹਾਰਟ ਬਣੇ, ਉਹਨੂੰ ਛੇਹਰਟਾ ਕਿਹਾ ਜਾਂਦਾ। ਫਿਰ ਅਗਲਾ ਕੰਮ ਉਹਨਾਂ ਨੇ ਕੀਤਾ ਵੀ ਲਾਹੌਰ ਵਿਖੇ ਬੌਲੀ ਦਾ ਨਿਰਮਾਣ ਕੀਤਾ। ਕੰਸਟਰਕਸ਼ਨ ਆਫ ਬੌਲੀ ਐਟ ਲਾਹੌਰ। ਗੁਰੂ ਅਰਜਨ ਦੇਵ ਜੀ ਨੇ ਲਾਹੌਰ ਦੇ ਸ਼ਰਧਾਲੂਆਂ ਦੀ ਬੇਨਤੀ 'ਤੇ ਲਾਹੌਰ ਦੀ ਯਾਤਰਾ ਕੀਤੀ ਅਤੇ ਡੱਬੀ ਬਾਜ਼ਾਰ ਵਿੱਚ ਜਾ ਕੇ ਠਹਿਰੇ, ਉੱਥੇ ਇੱਕ ਬੌਲੀ ਦਾ ਨਿਰਮਾਣ ਕੀਤਾ ਅਤੇ ਉਹ ਸਿੱਖਾਂ ਲਈ ਇੱਕ ਧਾਰਮਿਕ ਸਥਾਨ ਬਣ ਗਿਆ। ਅੱਗੇ ਆ ਮਸੰਦ ਪ੍ਰਥਾ ਦਾ ਸੰਗਠਨ ਅਤੇ ਵਿਕਾਸ। ਮਸੰਦ ਪ੍ਰਥਾ ਬੇਸ਼ੱਕ ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤੀ ਸੀ, ਇਹਨਾਂ ਨੇ ਇਹਦਾ ਹੋਰ ਵਿਕਾਸ ਕੀਤਾ। ਠੀਕ ਹੈ ਨਾ। ਮਸੰਦ ਪ੍ਰਥਾ ਦੀ ਲੋੜ ਕਿਉਂ ਪਈ? ਕਿਉਂਕਿ ਗੁਰੂ ਜੀ ਨੇ 3-4 ਸ਼ਹਿਰ ਵਸਾਏ ਸੀ, ਉੱਥੇ ਲਈ ਪੈਸੇ ਦੀ ਲੋੜ ਸੀ, ਗੁਰਦੁਆਰੇ ਬਣਾਉਣੇ ਸੀ, ਸਰੋਵਰ ਬਣਾਉਣੇ ਸੀ। ਸਿੱਖ ਸੰਗਤ ਜਿਹੜੀ ਉਹਨਾਂ ਕੋਲ ਆਉਂਦੀ ਸੀ ਉਹਨਾਂ ਲਈ ਜਿਹੜੀ ਆ ਲੰਗਰ ਦੀ ਵਿਵਸਥਾ ਕਰਨੀ ਸੀ, ਰਹਿਣ ਲਈ ਘਰ ਬਣਾਉਣੇ, ਕਮਰੇ ਬਣਾਉਣੇ ਸੀਗੇ। ਇਹ ਸਾਰਾ ਕੁਛ ਜਿਹੜਾ ਇਸ ਕਰਕੇ ਉਹਨਾਂ ਨੂੰ ਮਸੰਦ ਪ੍ਰਥਾ ਦੀ ਲੋੜ ਪਈ। ਅਤੇ ਮਸੰਦ ਪ੍ਰਥਾ ਦਾ ਭਾਵ ਆਪਾਂ ਪੜ੍ਹ ਚੁੱਕੇ ਹਾਂ। ਫਾਰਸੀ ਭਾਸ਼ਾ ਦਾ ਸ਼ਬਦ ਮਸਨਦ ਭਾਵ ਉੱਚ ਸਥਾਨ, ਯਾਨੀ ਜਿਹੜਾ ਮਸੰਦ ਸੀਗਾ, ਵਿਅਕਤੀ ਜਿਹੜਾ ਸੀਗਾ ਉਹਨੂੰ ਉੱਚੇ ਸਥਾਨ 'ਤੇ ਬਿਠਾਇਆ ਜਾਂਦਾ ਸੀਗਾ। ਲੋਕ ਨੀਵੇਂ ਸਥਾਨ 'ਤੇ ਬੈਠ ਕੇ ਉਹਦੇ ਵਿਚਾਰ ਸੁਣਦੇ ਸੀ, ਇਸ ਕਰਕੇ ਉਹਨੂੰ ਮਸੰਦ ਕਿਹਾ ਜਾਂਦਾ ਸੀ। ਅੱਛਾ, ਅਗਲੀ ਗੱਲ ਮਹੱਤਵਪੂਰਨ ਹੈਗੀ ਆ ਦਸਵੰਧ। ਦਸਵੰਧ ਆਮਦਨ ਦਾ 10ਵਾਂ ਹਿੱਸਾ, ਉਹਨੂੰ ਦਸਵੰਧ ਕਿਹਾ ਜਾਂਦਾ। ਗੁਰੂ ਜੀ ਨੇ ਇਹ ਵਿਚਾਰਧਾਰਾ ਲੋਕਾਂ ਦੇ ਵਿੱਚ ਪ੍ਰਚਲਿਤ ਕੀਤੀ ਵੀ ਜਿੰਨੀ ਵੀ ਤੁਹਾਡੀ ਆਮਦਨ ਆ ਉਹਦਾ 10ਵਾਂ ਹਿੱਸਾ ਗੁਰੂ ਦੇ ਨਾਂ 'ਤੇ ਕੱਢ ਕੇ ਉਹ ਜਿਹੜਾ ਆ ਗੁਰੂ ਘਰ ਨੂੰ ਭੇਜਿਆ ਜਾਵੇ, ਉਹਨੂੰ ਦਸਵੰਧ ਕਿਹਾ ਜਾਣਾ। ਇਹ ਗੱਲ ਜਿਹੜੀ ਲੋਕਾਂ ਦੇ ਵਿਚਾਰ ਦਿਮਾਗ 'ਚ ਬਿਠਾਈ ਗਈ, ਜਿਹੜੀ ਅੱਜ ਵੀ ਲੋਕ ਜਿਹੜੇ ਇਸ ਗੱਲ ਨੂੰ ਮੰਨਦੇ ਆ। ਤਾਂ ਅਗਲਾ ਜਿਹੜਾ ਆਦਿ ਗ੍ਰੰਥ ਸਾਹਿਬ ਦਾ ਸੰਕਲਨ ਸੀਗਾ ਉਹ ਮਹੱਤਵਪੂਰਨ ਕੰਮ, ਕਿਉਂਕਿ ਜੋ ਆਦਿ ਗ੍ਰੰਥ ਸਾਹਿਬ ਦੀ ਸਥਾਪਨਾ ਜਿਹੜੀ ਉਹਨਾਂ ਨੇ ਕੀਤੀ ਆ 1604 ਦੇ ਵਿੱਚ, ਉਹਦੇ ਵਿੱਚ ਕੀ ਕੁਛ ਹੈ ਦੇਖੋ। ਬਾਬਾ ਮੋਹਨ ਜੀ, ਗੁਰੂ ਨਾਨਕ ਦੇਵ ਜੀ ਦੇ 975 ਸ਼ਬਦ, ਗੁਰੂ ਅੰਗਦ ਦੇਵ ਜੀ ਦੇ 62 ਸ਼ਬਦ, ਗੁਰੂ ਅਮਰਦਾਸ ਜੀ ਦੇ 907 ਸ਼ਬਦ, ਗੁਰੂ ਰਾਮਦਾਸ ਜੀ ਦੇ 679 ਸ਼ਬਦ, ਸੰਤਾਂ ਅਤੇ ਭੱਟਾਂ ਦੀ ਬਾਣੀ ਸਾਰੀ ਉਹਦੇ ਵਿੱਚ ਜੋੜ ਕੇ ਭਾਈ ਗੁਰਦਾਸ ਜੀ ਤੋਂ ਲਿਖਾ ਕੇ, ਗੁਰੂ ਜੀ ਬੈਠੇ ਹੋਏ ਆ ਨਾਲ, ਭਾਈ ਗੁਰਦਾਸ ਜੀ ਬੈਠੇ ਲਿਖਦੇ ਪਏ, ਬਾਣੀ ਸਾਰੀ ਲਿਖਾ ਕੇ ਉਹਨਾਂ ਨੇ ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ ਅਤੇ 1604 ਦੇ ਵਿੱਚ ਉਹਦੀ ਜਿਹੜੀ ਆ ਕੀਤੀ ਗਈ। ਉਹਨਾਂ ਨੇ ਹਰਿਮੰਦਰ ਸਾਹਿਬ ਦੇ ਵਿੱਚ ਸਥਾਪਨਾ ਕੀਤੀ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ 30 ਰਾਗਾਂ ਵਿੱਚ 2218 ਸ਼ਬਦਾਂ ਦੀ ਰਚਨਾ ਉਹਨਾਂ ਨੇ ਆਪ ਵੀ ਕੀਤੀ। ਫਿਰ ਘੋੜਿਆਂ ਦਾ ਵਪਾਰ ਨੂੰ ਵੀ ਉਤਸ਼ਾਹਿਤ ਕੀਤਾ। ਉਹਨਾਂ ਨੇ ਇਹ ਕਿਹਾ ਵੀ ਸਿੱਖ ਜਿਹੜੇ ਆ ਹੁਣ ਇੱਕ ਹੱਦ ਤੱਕ ਹੀ ਸੀਮਿਤ ਨਾ ਰਹਿਣ, ਸਗੋਂ ਉਹ ਉਹਨਾਂ ਨੂੰ ਵਪਾਰ ਕਰਨ ਲਈ ਵੀ ਉਤਸ਼ਾਹਿਤ ਕੀਤਾ। ਉਹਨਾਂ ਨੂੰ ਕਿਹਾ ਵੀ ਜੇ ਇੱਕ ਵਧੀਆ ਜੀਵਨ ਜਿਉਣਾ ਤਾਂ ਤੁਸੀਂ ਜਿਹੜਾ ਆ ਘੋੜਿਆਂ ਦਾ ਵਪਾਰ ਵੀ ਰੱਖੋ। ਉਹ ਕੀ ਕਰਦੇ ਸੀ, ਸਿੱਖ ਜਿਹੜੇ ਸੀਗੇ ਉਹ ਸਿੰਧ ਤੋਂ ਪਾਰ ਜਾ ਕੇ ਘੋੜਿਆਂ ਲੈ ਕੇ ਆਉਂਦੇ ਸੀ, ਉਹਨੂੰ ਵੇਚਦੇ ਸੀਗੇ। ਇਸ ਤਰ੍ਹਾਂ ਉਹ ਧਿਆਨ ਧਨੀ ਹੋ ਗਏ। ਇਸ ਤਰ੍ਹਾਂ ਗੁਰੂ ਦੇ ਖਜ਼ਾਨੇ ਦੇ ਵਿੱਚ ਵੀ ਪੈਸਾ ਹੋਰ ਆਉਣ ਲੱਗ ਪਿਆ। ਇਹ ਤੁਸੀਂ ਦੇਖ ਰਹੇ ਹੋ ਫੋਟੋ ਜਿਹੜੀ ਇਸ ਤਰ੍ਹਾਂ ਦੀ। ਫਿਰ ਸਮਾਜਿਕ ਸੁਧਾਰ ਕੀ ਕੀਤੇ? ਵਿਧਵਾ ਵਿਆਹ ਦਾ ਹੱਕ ਵਿੱਚ ਪ੍ਰਚਾਰ ਕੀਤਾ। ਵਿਧਵਾ ਮਤਲਬ ਜਿਹਦਾ ਪਤੀ ਮਰ ਜਾਂਦਾ ਸੀ, ਉਹਨਾਂ ਕਿਹਾ ਵੀ ਉਹਦਾ ਔਰਤ ਦਾ ਜੀਵਨ ਜਿਹੜਾ ਖਰਾਬ ਹੋ ਜਾਂਦਾ ਹੈ,
ਉਹਦਾ ਵਿਆਹ ਹੋਣਾ ਚਾਹੀਦਾ, ਉਹਨੂੰ ਹੱਕ ਹੋਣਾ ਚਾਹੀਦਾ। ਫਿਰ ਸ਼ਰਾਬ ਅਤੇ ਨਸ਼ੀਲੀਆਂ ਵਸਤੂਆਂ ਤੋਂ ਰੋਕਿਆ। ਤਰਨਤਾਰਨ ਵਿੱਚ ਕੋਹੜੀਆਂ ਦੇ ਲਈ ਵੱਖਰੀ ਬਸਤੀ ਦੀ ਸਥਾਪਨਾ ਕੀਤੀ। ਉਹਨਾਂ ਲਈ ਮੁਫਤ ਭੋਜਨ ਵਗੈਰਾ ਸਾਰੀਆਂ ਚੀਜ਼ਾਂ ਦਾ ਇੰਤਜ਼ਾਮ ਵੀ ਉਹਨਾਂ ਨੇ ਕੀਤਾ। ਫਿਰ ਸਿੱਖ ਧਰਮ ਦੇ ਪ੍ਰਚਾਰ ਲਈ ਵੱਖ-ਵੱਖ ਥਾਵਾਂ 'ਤੇ ਗਏ। ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਸਰਹਾਲੀ, ਬਹੁਤ ਸਾਰੀਆਂ ਥਾਵਾਂ ਦੇ ਨਾਮ ਵਿੱਚ ਦਿੱਤੇ ਹੋਏ। ਚੋਲਾ ਸਾਹਿਬ, ਭੈਣੀ ਸਾਹਿਬ, ਤਰਨਤਾਰਨ, ਗੋਇੰਦਵਾਲ, ਖੇਮਕਰਨ, ਚੂਨੀਆਂ, ਲਾਹੌਰ, ਡੇਰਾ ਬਾਬਾ ਨਾਨਕ, ਇਹਨਾਂ ਸਥਾਵਾਂ ਦੀ ਯਾਤਰਾ ਕੀਤੀ ਅਤੇ ਸਿੱਖਾਂ ਨੂੰ ਲੋਕਾਂ ਨੂੰ ਸਿੱਖ ਧਰਮ ਦੇ ਨਾਲ ਜੋੜਨ ਦੀ ਉਹਨਾਂ ਨੇ ਯਤਨ ਕੀਤੇ। ਹੁਣ ਗੁਰੂ ਅਰਜਨ ਦੇਵ ਜੀ ਦੇ ਸਮਰਾਟ ਅਕਬਰ ਨਾਲ ਮਿੱਤਰਤਾਪੂਰਨ ਸੰਬੰਧ ਸੀਗੇ, ਹੈ ਨਾ, ਉਹ ਗੱਲ ਆਪਾਂ ਪਹਿਲਾਂ ਕਰ ਚੁੱਕੇ ਹਾਂ। ਉਹਨਾਂ ਨੇ ਉਹਦਾ ਕਿਸਾਨਾਂ ਦਾ ਜਿਹੜਾ 1 ਸਾਲ ਦਾ ਕਰ ਜਾਂ ਲਗਾਨ ਮਾਫ ਕਰਤਾ ਸੀਗਾ। ਕਿਸਾਨਾਂ 'ਚ ਜਿਹੜੇ ਹਰਮਨ ਪਿਆਰੇ ਹੋ ਗਏ। ਫਿਰ ਸਿੱਖ ਧਰਮ ਦੇ ਲਈ ਉਹਨਾਂ ਨੇ ਆਤਮ ਬਲੀਦਾਨ ਕੀਤਾ। ਜਦੋਂ ਅਕਬਰ ਦੀ ਮੌਤ ਹੋ ਜਾਂਦੀ ਹੈ, ਅਕਬਰ ਦੀ ਮੌਤ ਤੋਂ ਬਾਅਦ ਜਹਾਂਗੀਰ, ਅਕਬਰ ਦਾ ਪੁੱਤਰ ਜਹਾਂਗੀਰ ਮੁਗਲ ਬਾਦਸ਼ਾਹ ਬਣਦਾ ਆ। ਉਹਦੇ ਵਿਚਾਰ ਜਿਹੜੇ ਆ ਗੁਰੂ ਅਰਜਨ ਦੇਵ ਜੀ ਦੇ ਪ੍ਰਤੀ ਵਧੀਆ ਨਹੀਂ ਸੀ, ਪਸੰਦ ਨਹੀਂ ਕਰਦਾ ਸੀ, ਕਿਉਂਕਿ ਉਹਨੂੰ ਐਂ ਲੱਗਦਾ ਵੀ ਕਿ ਗੁਰੂ ਅਰਜਨ ਦੇਵ ਜੀ ਮੁਸਲਮਾਨਾਂ ਨੂੰ ਪ੍ਰਭਾਵਿਤ ਕਰਕੇ ਸਿੱਖ ਬਣਾ ਰਹੇ ਆ। ਫਿਰ ਇੱਕ ਗੱਲ ਹੋਰ ਸੀਗੀ, ਜਿਹੜਾ ਉਹਨਾਂ ਦਾ ਪੁੱਤਰ ਸੀ ਖੁਸਰੋ ਸੀਗਾ। ਕਿਹਦਾ ਪੁੱਤਰ? ਜਹਾਂਗੀਰ ਦਾ ਪੁੱਤਰ ਖੁਸਰੋ ਸੀ। ਉਹਨੇ ਵਿਦਰੋਹ ਕਰਤਾ ਜਹਾਂਗੀਰ ਦੇ ਖਿਲਾਫ ਅਤੇ ਉੱਥੋਂ ਭੱਜ ਕੇ ਪੰਜਾਬ ਆ ਗਿਆ। ਪੰਜਾਬ ਆ ਕੇ ਇਹ ਉਸ ਵੇਲੇ ਗੁਰੂ ਜੀ ਨੂੰ ਵੀ ਮਿਲਦਾ ਆ, ਖੁਸਰੋ ਗੁਰੂ ਅਰਜਨ ਦੇਵ ਜੀ ਨੂੰ। ਇਸ ਗੱਲ ਦਾ ਪਤਾ ਜਦੋਂ ਜਹਾਂਗੀਰ ਬਾਦਸ਼ਾਹ ਨੂੰ ਲੱਗਦਾ ਆ, ਉਹ ਇਸ ਗੱਲ ਦਾ ਬੁਰਾ ਮਨਾਉਂਦਾ ਆ ਅਤੇ ਗੁਰੂ ਜੀ ਨੂੰ 2 ਲੱਖ ਰੁਪਏ ਦਾ ਜੁਰਮਾਨਾ ਲਾ ਦਿੰਦਾ। ਗੁਰੂ ਜੀ ਨਾ ਕਰ ਦਿੰਦੇ ਵੀ ਮੈਂ ਜੁਰਮਾਨਾ ਨਹੀਂ ਦੇਣਾ, ਮੈਂ ਕੋਈ ਗਲਤੀ ਨਹੀਂ ਕੀਤੀ, ਉਹ ਮੇਰਾ ਸ਼ਰਧਾਲੂ ਸੀ, ਮੈਨੂੰ ਮਿਲਣਾ ਆ ਅਤੇ ਮੈਂ ਉਹਨੂੰ ਮਿਲ ਲਿਆ। ਪਰ ਇਸ ਗੱਲ ਤੋਂ ਔਖੇ ਹੋ ਕੇ ਮੁਗਲ ਬਾਦਸ਼ਾਹ ਜਹਾਂਗੀਰ ਜਿਹੜਾ ਉਹਨਾਂ ਨੂੰ ਸਰੀਰਕ ਤਸੀਹੇ ਦੇ ਕੇ 1606 ਵਿੱਚ ਸ਼ਹੀਦ ਕਰ ਦਿੰਦਾ ਹੈ। ਇਹ ਸੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਤਸੀਹੇ ਦੇ ਕੇ। ਸੋ ਇਹ ਸੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਧਰਮ ਦੇ ਪ੍ਰਤੀ ਯੋਗਦਾਨ। ਉਹਨਾਂ ਨੇ ਵਿਕਾਸ ਦੇ ਲਈ ਕੀ ਯੋਗਦਾਨ ਕੀਤਾ? ਬਹੁਤ ਮਹੱਤਵਪੂਰਨ ਕੰਮ ਕੀਤੇ। ਬਾਣੀ ਦਾ ਸੰਕਲਨ ਕੀਤਾ, ਬਹੁਤ ਸਾਰੇ ਸ਼ਹਿਰ ਵੀ ਉਹਨਾਂ ਵਸਾਏ। ਸੋ ਬੱਚੋ, ਇਸ ਤਸਵੀਰ ਤੋਂ ਸਾਨੂੰ ਪਤਾ ਲੱਗਦਾ ਹੈ ਵੀ ਕਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੂੰ ਔਰੰਗਜ਼ੇਬ ਦੇ ਸਮੇਂ ਜਿਹੜਾ ਸ਼ਹੀਦ ਕੀਤਾ ਗਿਆ ਸੀ। ਉਸ ਤੋਂ ਬਾਅਦ ਅਗਲੇ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਬਾਰੇ ਆਪਾਂ ਪੜ੍ਹਨਾ, ਜਿਨ੍ਹਾਂ ਦਾ ਸਿੱਖ ਧਰਮ ਵਿੱਚ ਗੁਰੂ ਕਾਲ 1606 ਈਸਵੀ ਤੋਂ ਲੈ ਕੇ 1645 ਈਸਵੀ ਤੱਕ ਰਿਹਾ ਹੈ। ਸੋ ਇਹ ਤਸਵੀਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹੈ। ਗੁਰੂ ਹਰਗੋਬਿੰਦ ਜੀ ਦੀ ਨਵੀਂ ਨੀਤੀ ਕੀ ਸੀ? ਗੁਰੂ ਹਰਗੋਬਿੰਦ ਜੀ ਤੋਂ ਜਿਹੜਾ ਆ ਸਿੱਖਾਂ ਦਾ ਜਿਹੜਾ ਥੋੜ੍ਹਾ ਜਿਹਾ ਉਹਨਾਂ ਦਾ ਆਪਣਾ ਸਿਸਟਮ ਜਿਹੜਾ ਆ ਚੇਂਜ ਹੋ ਗਿਆ। ਪਹਿਲਾਂ ਸਿੱਖ ਗੁਰੂ ਜਿੰਨੇ ਸੀਗੇ ਉਹਨਾਂ ਨੇ ਤਕਰੀਬਨ ਸਾਰੇ ਲੋਕਾਂ ਨੂੰ ਸਿੱਖ ਧਰਮ ਵੱਲ ਆਕਰਸ਼ਿਤ ਕੀਤਾ, ਸਿੱਖ ਬਣਨ ਲਈ ਪ੍ਰੇਰਿਤ ਕੀਤਾ ਅਤੇ ਗੁਰੂਆਂ ਦੇ ਬਾਰੇ, ਪਰਮਾਤਮਾ ਦੇ ਬਾਰੇ ਗਿਆਨ ਦਿੱਤਾ। ਅਤੇ ਗੁਰੂ ਹਰਗੋਬਿੰਦ ਜੀ ਤੋਂ ਜਿਹੜਾ ਸਿੱਖਾਂ ਨੂੰ ਸ਼ਕਤੀਸ਼ਾਲੀ ਅਤੇ ਸੈਨਿਕ ਬਣਾਉਣ ਦੀ ਨੀਤੀ ਜਿਹੜੀ ਆ ਉਹ ਸ਼ੁਰੂ ਹੋਈ। ਅਤੇ ਸਭ ਤੋਂ ਪਹਿਲੀ ਗੱਲ ਜਿਹੜੀ ਆ ਬੱਚਿਓ, ਤੁਸੀਂ ਦੇਖ ਰਹੇ ਹੋ ਪਿਕਚਰ ਦੇ ਵਿੱਚ, ਮੀਰੀ ਅਤੇ ਪੀਰੀ ਦੀਆਂ 2 ਤਲਵਾਰਾਂ ਧਾਰਨ ਕੀਤੀਆਂ। ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਅਤੇ ਪੀਰੀ ਦੀਆਂ 2 ਤਲਵਾਰਾਂ ਧਾਰਨ ਕੀਤੀਆਂ। ਹੁਣ ਤੁਸੀਂ ਦੇਖੋਗੇ ਵੀ ਆਮ ਤੌਰ 'ਤੇ ਜਿਹੜਾ ਵੀ ਸੀ ਕੋਈ ਸੈਨਿਕ ਹੁੰਦਾ ਸੀ, ਉਹਨਾਂ ਕੋਲ 1 ਤਲਵਾਰ ਹੁੰਦੀ ਸੀ, ਤਾਂ ਗੁਰੂ ਜੀ ਕੋਲ 2 ਤਲਵਾਰਾਂ ਹੁੰਦੀਆਂ ਸੀ, ਇੱਕ ਮੀਰੀ ਦੀ, ਇੱਕ ਪੀਰੀ ਦੀ। ਹੁਣ ਇਹਦੇ ਵਿੱਚ ਕੀ ਅੰਤਰ ਆ? ਤੁਸੀਂ ਦੇਖੋ, ਇੱਕ ਪਾਸੇ ਇੱਕ ਮਾਲਾ ਫੜੀ ਹੋਈ ਆ, ਇੱਕ ਪਾਸੇ ਸਿਪਾਹੀ ਆ। ਤਾਂ ਇਹਨਾਂ ਦੋਵਾਂ ਤਲਵਾਰਾਂ ਦਾ ਉਹਨਾਂ ਨੇ ਕਿਹਾ ਵੀ ਸਿੱਖਾਂ ਦੇ ਲਈ ਬਹੁਤ ਮਹੱਤਵ ਹੈਗਾ। ਅਤੇ ਇਹ ਜਿਹੜੀਆਂ ਤਲਵਾਰਾਂ ਆ, ਜਿਨ੍ਹਾਂ 'ਚੋਂ ਮੀਰੀ ਦੀ ਤਲਵਾਰ ਜਿਹੜੀ ਸੀ ਉਹ ਸੰਸਾਰਿਕ ਵਿਸ਼ਿਆਂ ਦੇ ਮਾਮਲੇ ਵਿੱਚ ਅਗਵਾਈ ਕਰਦੀ ਸੀ। ਸੰਸਾਰ ਦੇ ਵਿੱਚ ਜੋ ਹੋਰ ਅਲੱਗ ਚੀਜ਼ਾਂ ਹੈਗੀਆਂ, ਪਰਮਾਤਮਾ ਦੀ ਪ੍ਰਾਪਤੀ ਦੀ ਗੱਲ ਹੈ, ਉਹ ਮੀਰੀ ਦੇ ਵਿੱਚ ਆਉਂਦੀ ਸੀ। ਅਤੇ ਪੀਰੀ ਦੀ ਤਲਵਾਰ ਜਿਹੜੀ ਉਹ ਧਾਰਮਿਕ ਰਹਿਨੁਮਾਈ ਦਾ ਚਿੰਨ੍ਹ ਸੀ। ਯਾਨੀ ਜੋ ਮੀਰੀ ਦੀਆਂ ਤਲਵਾਰਾਂ ਸੀਗੀਆਂ ਉਹ ਸੰਸਾਰ ਦੇ ਕੰਮਾਂ ਨੂੰ, ਸੰਸਾਰ ਨੂੰ ਚਲਾਉਣ ਦੇ ਲਈ ਜਿਹੜੀਆਂ ਵਰਤੀਆਂ ਜਾਂਦੀਆਂ ਸੀ। ਅਤੇ ਪੀਰੀ ਦੀ ਤਲਵਾਰ ਜਿਹੜੀ ਆ ਉਹ ਧਰਮ ਦੀ ਸਿੱਖਿਆ ਦੇ ਲਈ ਉਹਦਾ ਚਿੰਨ੍ਹ ਮੰਨਿਆ ਜਾਂਦਾ ਸੀਗਾ। ਇਸ ਘਟਨਾ ਦਾ ਸਿੱਖ ਧਰਮ ਦੇ ਵਿੱਚ ਬਹੁਤ ਪ੍ਰਭਾਵ ਪਿਆ। ਰਾਜਸੀ ਚਿੰਨ੍ਹਾਂ ਨੂੰ ਅਪਣਾਉਣਾ, ਤਾਂ ਗੁਰੂ ਹਰਗੋਬਿੰਦ ਸਾਹਿਬ ਤੋਂ ਪਹਿਲਾਂ ਜਿੰਨੇ ਵੀ ਗੁਰੂ ਸੀਗੇ ਉਹਨਾਂ ਨੇ ਰਾਜਸੀ ਚਿੰਨ੍ਹ ਨਹੀਂ ਅਪਣਾਏ। ਉਹ ਇੱਕ ਸਿੰਪਲ ਆਮ ਬੰਦੇ ਵਾਂਗੂ ਜਿਹੜਾ ਰਹਿੰਦੇ ਸੀਗੇ। ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੇਲੀ, ਦੇਖੋ ਸੇਲੀ ਸ਼ਬਦ ਲਿਖਿਆ, ਉੱਨ ਦੀ ਮਾਲਾ ਜਿਹੜੀ ਸੀ
ਉਹਨੂੰ ਛੱਡ ਕੇ 2 ਤਲਵਾਰਾਂ ਦੀ ਗੱਲ ਤਾਂ ਆਪਾਂ ਕਰ ਚੁੱਕੇ, ਮੀਰੀ ਅਤੇ ਪੀਰੀ ਦੀਆਂ ਤਲਵਾਰਾਂ ਉਹ ਧਾਰਨ ਕੀਤੀਆਂ। ਉਹਨਾਂ ਨੇ ਆਪਣੇ ਸੀਸ ਉੱਤੇ ਸ਼ਾਹੀ ਢੰਗ ਦੀ ਕਲਗੀ ਸਜਾਈ। ਤੁਸੀਂ ਬੱਚਿਓ ਆ ਪਿਕਚਰ ਵਿੱਚ ਦੇਖ ਰਹੇ ਹੋ ਕਲਗੀ ਜਿਹੜੀ ਆ ਗੁਰੂ ਜੀ ਦੇ ਆਹ ਦੇਖੋ ਪਗੜੀ ਦੇ ਉੱਤੇ ਇੱਥੇ ਕਲਗੀ ਲੱਗੀ ਹੋਈ ਆ, ਇਹ ਉਹਨਾਂ ਨੇ ਅਪਣਾਈ ਸੀਗੀ। ਅਤੇ ਉਹਨਾਂ ਨੇ 52 ਅੰਗ ਰੱਖਿਅਕ ਵੀ ਰੱਖੇ। ਅੰਗ ਰੱਖਿਅਕ ਮਤਲਬ ਜਿਵੇਂ ਆਪਾਂ ਬੋਡੀਗਾਰਡ ਕਹਿ ਦਿੰਦੇ ਇੰਗਲਿਸ਼ ਦੇ ਵਿੱਚ ਨਾ, ਉਹ ਤੁਸੀਂ ਈਜ਼ੀਲੀ ਸਮਝ ਸਕਦੇ ਆ ਵੀ ਆਪਣੀ ਰੱਖਿਆ ਦੇ ਲਈ ਉਹਨਾਂ ਨੇ 52 ਅੰਗ ਰੱਖਿਅਕ ਵੀ ਰੱਖੇ। ਅਤੇ ਇਸ ਤਰ੍ਹਾਂ ਉਹ ਇੱਕ ਰਾਜੇ ਵਾਂਗੂ ਜਿਹੜਾ ਰਹਿਣ ਲੱਗ ਪਏ। ਹੈ ਤਾਂ ਗੁਰੂ ਜੀ ਸੀ, ਪਰ ਉਹਨਾਂ ਨੇ ਜਦੋਂ ਮੀਰੀ ਅਤੇ ਪੀਰੀ ਦੀਆਂ ਤਲਵਾਰਾਂ ਧਾਰਨ ਕਰ ਲਈਆਂ ਤਾਂ ਉਹਨਾਂ ਨੇ ਜਿਹੜਾ ਆ ਆਪਣਾ ਰਾਜਸੀ ਸ਼ਾਹੀ ਠਾਠ ਬਾਠ ਜਿਹੜਾ ਉਹ ਵੀ ਜਿਹੜਾ ਦਿਖਾਇਆ। ਅਤੇ ਲੋਕ ਉਹਨਾਂ ਨੂੰ ਕੀ ਕਹਿਣ ਲੱਗ ਪਏ, ਉਹਨਾਂ ਦੇ ਲਈ ਇੱਕ ਵੱਖਰਾ ਨਵਾਂ ਸ਼ਬਦ ਆ ਸੱਚਾ ਪਾਤਸ਼ਾਹ। ਸੱਚਾ ਪਾਤਸ਼ਾਹ ਸ਼ਬਦ ਜਿਹੜਾ ਆ ਲੋਕ ਉਹਨਾਂ ਦੇ ਲਈ ਵਰਤਣ ਲੱਗ ਪਏ। ਉਸ ਤੋਂ ਅੱਗੇ ਆ ਗੁਰੂ ਸਾਹਿਬ ਨੇ ਘੋੜਿਆਂ ਅਤੇ ਸ਼ਸਤਰਾਂ ਦੀ ਭੇਟਾ। ਤਾਂ ਗੁਰੂ ਜੀ ਨੇ ਸਿੱਖਾਂ ਅਤੇ ਮਸੰਦਾਂ ਨੂੰ ਇਹ ਸੁਨੇਹਾ ਦਿੱਤਾ ਵੀ ਜਿਹੜੇ ਵੀ ਸਿੱਖ ਗੁਰੂਆਂ ਵਾਸਤੇ ਧਨ ਭੇਜਦੇ ਆ, ਉਹ ਧਨ ਦੀ ਥਾਂ 'ਤੇ ਘੋੜਿਆਂ ਅਤੇ ਸ਼ਸਤਰਾਂ ਨੂੰ ਭੇਜਿਆ ਕਰਨ। ਸ਼ਸਤਰ ਮਤਲਬ ਹਥਿਆਰ, ਤਲਵਾਰਾਂ, ਭਾਲੇ, ਕਿਰਪਾਨਾਂ, ਠੀਕ ਹੈ, ਇਹ ਚੀਜ਼ਾਂ ਜਿਹੜੀਆਂ ਭੇਜਿਆ ਕਰਨ। ਅਤੇ ਗੁਰੂ ਜੀ ਦੇ ਹੁਕਮ ਦੀ ਉਹਨਾਂ ਸਿੱਖਾਂ ਨੇ ਪਾਲਣਾ ਕੀਤੀ। ਵੱਡੀ ਗਿਣਤੀ ਵਿੱਚ ਘੋੜੇ ਅਤੇ ਸ਼ਸਤਰ ਇਕੱਠੇ ਹੋਣ ਲੱਗ ਪਏ। ਅਤੇ ਜਦੋਂ ਘੋੜੇ ਵੀ ਆ ਗਏ, ਸ਼ਸਤਰ ਵੀ ਆ ਗਏ, ਤਾਂ ਸਿੱਖ ਤਾਂ ਅੱਗੇ ਹੀ ਜਿਹੜੇ ਸੀਗੇ, ਜਦੋਂ ਮੱਲ ਅਖਾੜਾ ਜਿਹੜਾ ਬਣਾਇਆ ਗਿਆ ਅਤੇ ਅਖਾੜੇ ਤੋਂ ਜਿਹੜਾ ਉਹਨਾਂ ਦੀ ਸਰੀਰਕ ਸਮਰੱਥਾ ਜਿਹੜੀ ਬਹੁਤ ਜ਼ਿਆਦਾ ਵੱਧ ਗਈ ਸੀ, ਅਤੇ ਉਹਨਾਂ ਨੂੰ ਗੁਰੂ ਹਰਗੋਬਿੰਦ ਜੀ ਨੇ ਸੈਨਿਕ ਦਾ ਰੂਪ ਦੇਣਾ ਸ਼ੁਰੂ ਕਰਤਾ। ਇਸ ਤਰ੍ਹਾਂ ਸੈਨਾ ਦਾ ਨਿਰਮਾਣ ਕਰਨਾ ਸੌਖਾ ਹੋ ਗਿਆ। ਅਤੇ ਉਸ ਤੋਂ ਬਾਅਦ ਬੱਚਿਓ ਅਗਲੀ ਗੱਲ ਹੈ ਸਿੱਖ ਸੈਨਾ ਦਾ ਸੰਗਠਨ। ਤਾਂ ਆਪਾਂ ਪੜ੍ਹ ਲਿਆ ਸੀਗਾ ਵੀ ਗੁਰੂ ਜੀ ਕੋਲ 52 ਅੰਗ ਰੱਖਿਅਕ ਸਨ। ਉਹਨਾਂ ਨੇ ਸਾਰਿਆਂ ਨੂੰ ਇੱਕ ਇੱਕ ਘੋੜਾ ਅਤੇ ਸ਼ਸਤਰ ਦਿੱਤਾ, ਠੀਕ ਹੈ। ਉਹਨਾਂ ਨੇ 500 ਸਿੱਖਾਂ ਨੂੰ ਉਹ ਅੱਗੇ 5 ਜੱਥਿਆਂ ਵਿੱਚ ਵੰਡ ਦਿੱਤਾ, ਜਿਨ੍ਹਾਂ ਦੇ ਜਥੇਦਾਰ ਸਨ ਬਿਧੀ ਚੰਦ, ਪੀਰਾਨਾ, ਜੇਠਾ, ਪੈਰਾ, ਲੰਗਾ। ਉਹਨਾਂ ਨੇ ਬਿਨਾਂ ਕਿਸੇ ਜਾਤ ਭੇਦਭਾਵ ਦੇ ਸੈਨਾ ਵਿੱਚ ਪਠਾਨਾਂ ਨੂੰ ਵੀ ਭਰਤੀ ਕੀਤਾ, ਜਿਨ੍ਹਾਂ ਵਿੱਚ ਇੱਕ ਸੈਨਾ ਨਾਇਕ ਪੈਦਾ ਖਾਂ ਵੀ ਸੀ। ਯਾਨੀ ਗੁਰੂ ਜੀ ਨੇ ਸੈਨਾ ਤਿਆਰ ਕਰਨੀ ਸ਼ੁਰੂ ਕਰਤੀ। ਆਪਣੇ ਅੰਗ ਰੱਖਿਅਕਾਂ ਨੂੰ, ਹੋਰ ਸਿੱਖਾਂ ਨੂੰ ਜਿਹੜਾ ਆ ਘੋੜਾ ਅਤੇ ਸ਼ਸਤਰ ਦੇ ਕੇ ਅੱਗੇ ਜਿਹੜਾ ਆ ਹੋਰ ਲੋਕਾਂ ਨੂੰ ਭਰਤੀ ਕਰਨ ਦੇ ਵਾਸਤੇ ਕਿਹਾ। ਸੋ ਇਸ ਤਰ੍ਹਾਂ ਜਿਹੜਾ ਸੈਨਾ ਦਾ ਸੰਗਠਨ ਸ਼ੁਰੂ ਹੋ ਗਿਆ। ਗੁਰੂ ਸਾਹਿਬ ਦੇ ਰੋਜ਼ਾਨਾ ਜੀਵਨ ਵਿੱਚ ਪਰਿਵਰਤਨ ਹੁਣ ਕੀ ਸੀ ਗੁਰੂ ਜੀ ਦਾ? ਗੁਰੂ ਜੀ ਕੀ ਕਰਦੇ? ਸਵੇਰੇ ਉੱਠਦੇ, ਇਸ਼ਨਾਨ ਕਰਦੇ, ਫਿਰ ਲੰਗਰ ਵਿੱਚ ਤਿਆਰ ਹੋ ਕੇ ਜਾਂਦੇ। ਸੈਨਿਕਾਂ ਨੂੰ, ਸਿੱਖਾਂ ਨੂੰ ਭੋਜਨ ਉੱਥੇ ਛਕਾਇਆ ਜਾਂਦਾ। ਫਿਰ ਗੁਰੂ ਜੀ ਜਿਹੜੇ ਸ਼ਿਕਾਰ ਖੇਡਣ ਵੀ ਜਾਂਦੇ। ਉਸ ਤੋਂ ਬਾਅਦ ਉਹਨਾਂ ਨੇ ਦਰਬਾਰ ਵਿੱਚ ਅਬਦੁਲ ਅਤੇ ਨੱਥਾ ਮਾਲ ਢਾਡੀਆਂ ਨੂੰ ਵੀਰ ਰਸ ਦੀਆਂ ਵਾਰਾਂ ਗਾਉਣ ਲਈ ਵੀ ਲਾਇਆ। ਅਤੇ ਇਸ ਤਰ੍ਹਾਂ ਕਰਕੇ ਜਿਹੜਾ ਉਹ ਸਿੱਖਾਂ ਦੇ ਵਿੱਚ ਉਤਸ਼ਾਹ ਭਰਦੇ ਸੀ, ਜੋਸ਼ ਭਰਦੇ ਸੀ। ਉੱਥੇ ਹੀ ਉਹ ਸਿੱਖਾਂ ਨੂੰ ਇਨਾਮ ਅਤੇ ਸਜ਼ਾਵਾਂ ਵੀ ਦਿੰਦੇ। ਅਕਾਲ ਤਖਤ ਦੇ ਨੇੜੇ ਅਖਾੜੇ ਵਿੱਚ ਸਿੱਖਾਂ ਨੂੰ ਕਸਰਤ ਕਰਨ ਦੇ ਲਈ ਵੀ ਪ੍ਰੇਰਿਤ ਅਤੇ ਇਹ ਜਿਹੜਾ ਸੀਗਾ ਉਹਨਾਂ ਨੇ ਕੰਮ ਉਹਨਾਂ ਨੇ ਕੀਤੇ। ਇਸ ਤੋਂ ਇਲਾਵਾ ਜਿਹੜਾ ਆ ਜਦੋਂ ਹਰਿਮੰਦਰ ਸਾਹਿਬ ਵਿਖੇ ਸ਼ਾਮ ਨੂੰ ਜਿਹੜੀ ਸੀਗੀ ਸੰਗੀਤ ਮੰਡਲੀ, ਉਹ ਢੋਲਕ ਦੀ ਧੁਨੀ ਦੇ ਉੱਤੇ ਮਸ਼ਾਲਾਂ ਦੀ ਰੋਸ਼ਨੀ ਵਿੱਚ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਦੇ ਹੋਏ ਜੋਸ਼ੀਲੇ ਸ਼ਬਦ ਵੀ ਗਾਉਂਦੀ। ਅਤੇ ਇਸ ਤਰ੍ਹਾਂ ਕਰਕੇ ਜਿਹੜਾ ਇਹ ਉਹਨਾਂ ਦਾ ਜੀਵਨ ਦੇ ਵਿੱਚ ਪਰਿਵਰਤਨ ਆ ਗਿਆ ਸੀ। ਅਗਲਾ ਮਹੱਤਵਪੂਰਨ ਕੰਮ ਹੈ ਵਿੱਚੋਂ ਦੇਖਿਓ ਅਕਾਲ ਤਖਤ ਦੀ ਉਸਾਰੀ। ਅਕਾਲ ਤਖਤ ਸਾਨੂੰ ਸਾਰਿਆਂ ਨੂੰ ਪਤਾ ਵੀ ਹਰਿਮੰਦਰ ਸਾਹਿਬ ਦੇ ਵਿੱਚ ਜਦੋਂ ਅਸੀਂ ਜਾਂਦੇ, ਜਿੱਥੋਂ ਅਸੀਂ ਅੰਦਰ ਨੂੰ ਐਂਟਰ ਕਰਦੇ, ਉਹਦੇ ਸਾਹਮਣੇ ਇੱਕ ਬਿਲਡਿੰਗ ਬਣੀ ਹੋਈ ਆ, ਤੁਹਾਡੇ ਸਾਹਮਣੇ ਤਸਵੀਰ ਵੀ ਦਿਖ ਰਹੀ ਆ, ਉਹ ਅਕਾਲ ਤਖਤ ਆ। ਅਤੇ ਕੀ ਉਹਦੇ ਬਾਰੇ ਆਪਾਂ ਜਾਣਦੇ ਹਾਂ? ਹਰਿਮੰਦਰ ਸਾਹਿਬ ਦੇ ਸਾਹਮਣੇ ਪੱਛਮ ਵੱਲ ਅਕਾਲ ਤਖਤ ਦੀ ਉਸਾਰੀ ਕਰਵਾਈ। 12 ਫੁੱਟ ਉੱਚੇ ਥੜੇ ਦਾ ਨਿਰਮਾਣ ਕੀਤਾ। 12 ਫੁੱਟ ਉੱਚਾ ਥੜਾ ਬਣਾਇਆ ਤਾਂ ਕਿ ਜਿਹੜੇ ਲੋਕ ਹੇਠਾਂ ਬੈਠੇ ਆ ਗੁਰੂ ਜੀ ਨੂੰ ਦੇਖ ਸਕਣ ਅਤੇ ਗੁਰੂ ਜੀ ਦੇ ਵਿਚਾਰ ਸੁਣ ਸਕਣ। ਧਾਰਮਿਕ ਸਿੱਖਿਆ ਅਤੇ ਰਾਜਨੀਤਿਕ ਸਿੱਖਿਆ ਉੱਥੋਂ ਜਿਹੜੀ ਆ ਲੋਕਾਂ ਨੂੰ ਦਿੱਤੀ ਜਾਂਦੀ ਸੀ। ਸੈਨਿਕਾਂ ਨੂੰ ਸ਼ਸਤਰ ਵੀ ਵੰਡੇ ਜਾਂਦੇ ਸੀ। ਢਾਡੀਆਂ ਤੋਂ ਵੀਰ ਰਸ ਦੀਆਂ ਜੋਸ਼ੀਲੀਆਂ ਵਾਰਾਂ ਅਤੇ ਗੀਤ ਵੀ ਸੁਣਵਾਏ ਜਾਂਦੇ ਸੀ ਉਸ ਜਗ੍ਹਾ ਤੋਂ। ਹੁਣ ਵੀ ਆਪਾਂ ਜਦੋਂ ਜਾਂਦੇ ਨਾ ਬੱਚਿਓ, ਤੁਸੀਂ ਦੇਖਿਆ ਹੋਊਗਾ ਜਦੋਂ ਅਸੀਂ ਹਰਿਮੰਦਰ ਸਾਹਿਬ ਦੇ ਅੰਦਰ ਉੱਥੇ ਵੜਦੇ ਹਾਂ, ਜਦੋਂ ਅਸੀਂ ਜਿਹੜਾ ਰਸਤਾ ਬਣਿਆ ਹੋਇਆ ਮੱਥਾ ਟੇਕਣ ਵਾਲਾ, ਤਾਂ ਉਸ ਤੋਂ ਪਹਿਲਾਂ ਅਕਾਲ ਤਖਤ ਦੇ ਸਾਹਮਣੇ ਜਿਹੜਾ ਆ ਉੱਥੇ ਇਹ ਢਾਡੀ ਜੱਥੇ ਜਿਹੜੇ ਆ ਲਗਾਤਾਰ ਜਿਹੜੇ ਆ ਆਪਣੇ ਪਰਮਾਤਮਾ ਦਾ ਜਿਹੜਾ ਆ ਗੁਣਗਾਨ ਕਰਦੇ ਆ। ਉਹ ਜਿਹੜਾ ਰਿਵਾਜ ਹੁਣ ਵੀ ਚੱਲਿਆ ਆ ਰਿਹਾ। ਇਨਾਮ ਅਤੇ ਸਜ਼ਾਵਾਂ ਦਿੱਤੀਆਂ ਜਾਂਦੀਆਂ। ਅਖਾੜੇ ਵਿੱਚ ਸਿੱਖਾਂ ਨੂੰ ਕਸਰਤ ਕਰਨ ਲਈ ਪ੍ਰੇਰਿਤ ਅਤੇ ਮੁਗਲ ਬਾਦਸ਼ਾਹ ਨੂੰ ਇੱਕ ਸ਼ਕਤੀ ਦੇ ਰੂਪ ਵਿੱਚ ਉਹਨਾਂ ਨੇ ਦਿਖਾਇਆ ਆਪਣੇ ਆਪ ਨੂੰ ਵੀ ਜੇ ਤੁਸੀਂ ਬਾਦਸ਼ਾਹ ਅਤੇ ਅਸੀਂ ਵੀ ਘੱਟ ਨਹੀਂ ਹੈਗੇ।
ਹੁਣ ਦੇਖੋ ਤੁਸੀਂ, ਆਹ ਹਰਿਮੰਦਰ ਸਾਹਿਬ ਦੀ ਤਸਵੀਰ ਹੈਗੀ ਆ ਜਿਹੜੀ ਆਪਾਂ ਉੱਪਰੋਂ ਦੇਖਦੇ ਹਾਂ। ਹੁਣ ਜੇਕਰ ਜਿਹੜੇ ਤੁਹਾਨੂੰ ਅਸੀਂ ਦੱਸਣਾ ਹੋਵੇ, ਦੇਖੋ ਆਹ ਹੈਗਾ ਰਸਤਾ ਜਿੱਥੋਂ ਅਸੀਂ ਮੱਥਾ ਟੇਕਣ ਨੂੰ ਅੰਦਰ ਆਉਂਦੇ ਹਾਂ, ਠੀਕ ਹੈ ਨਾ। ਹੁਣ ਇਸ ਜਗ੍ਹਾ ਦੇ ਉੱਤੇ ਅਕਾਲ ਤਖਤ ਆ। ਜਿਹੜੇ ਬੱਚੇ ਨੂੰ ਅਜੇ ਵੀ ਨਹੀਂ ਪਤਾ ਲੱਗੂਗਾ ਕਿ ਅਕਾਲ ਤਖਤ ਕਿਹਨੂੰ ਕਹਿੰਦੇ ਆ, ਕਿਉਂਕਿ ਇੱਥੋਂ ਆਪਾਂ ਮੋਸਟਲੀ ਅੰਦਰ ਵੜਦੇ ਹਾਂ, ਇੱਥੋਂ ਆਉਂਦੇ ਹਾਂ। ਇੱਥੇ ਲੰਗਰ ਹਾਲ ਆ, ਇੱਦਾਂ ਘੁੰਮ ਕੇ ਫਿਰ ਅਸੀਂ ਜਦੋਂ ਇੱਥੋਂ ਪ੍ਰਸ਼ਾਦ ਲੈ ਕੇ ਅੰਦਰ ਨੂੰ ਜਾਂਦੇ ਹਾਂ, ਅਤੇ ਇਹਦੇ ਬਿਲਕੁਲ ਆਪੋਜ਼ਿਟ ਆ ਜਿਹੜਾ ਆ ਸਾਡੇ ਕੋਲ ਅਕਾਲ ਤਖਤ ਆ। ਜਿਨ੍ਹਾਂ ਬੱਚਿਆਂ ਨੂੰ ਨਹੀਂ ਪਤਾ, ਕਿਉਂਕਿ ਅਕਸਰ ਆਪਾਂ ਗਏ ਹੋਏ ਹਾਂ, ਕਈਆਂ ਨੂੰ ਨਹੀਂ ਪਤਾ ਲੱਗਦਾ ਵੀ ਅਕਾਲ ਤਖਤ ਕਿਹਨੂੰ ਕਹਿੰਦੇ, ਉਹਦੇ ਵਾਸਤੇ ਮੈਂ ਤੁਹਾਨੂੰ ਦੱਸਿਆ। ਅੰਮ੍ਰਿਤਸਰ ਦੀ ਕਿਲ੍ਹਾਬੰਦੀ, ਇਹ ਵੀ ਬਹੁਤ ਮਹੱਤਵਪੂਰਨ ਕੰਮ ਸੀਗਾ। ਗੁਰੂ ਜੀ ਨੇ ਅੰਮ੍ਰਿਤਸਰ ਦੀ ਰੱਖਿਆ ਲਈ ਚਾਰੇ ਪਾਸੇ ਕੰਧ ਉਸਾਰੀ ਅਤੇ ਉੱਥੇ ਇੱਕ ਕਿਲ੍ਹਾ ਬਣਾਇਆ ਜਿਹਨੂੰ ਲੋਹਗੜ੍ਹ ਦਾ ਨਾਂ ਦਿੱਤਾ ਜਾਂਦਾ ਹੈ। ਉੱਥੇ ਸੈਨਿਕਾਂ ਦਾ ਸਮਾਨ ਵੀ ਰੱਖਿਆ, ਅਤੇ ਇਹ ਇੱਕ ਬਹੁਤ ਮਹੱਤਵਪੂਰਨ ਸੀਗਾ ਗੁਰਦੁਆਰਾ। ਇੱਥੋਂ ਉਸ ਜਗ੍ਹਾ ਦੇ ਉੱਤੇ ਆਹ ਕਿਲ੍ਹਾ ਲੋਹਗੜ੍ਹ ਦਾ ਨਾਂ ਦਾ ਗੁਰਦੁਆਰਾ ਜਿਹੜਾ ਬਣਿਆ ਹੋਇਆ ਆ। ਗੁਰੂ ਹਰਗੋਬਿੰਦ ਜੀ ਵੱਲੋਂ ਸਿੱਖ ਧਰਮ ਦੇ ਪ੍ਰਚਾਰ ਅਤੇ ਸੰਗਠਨ ਲਈ ਕੀਤੇ ਗਏ ਹੋਰ ਕਾਰਜ ਕੀ ਸੀ, ਉਹ ਵੀ ਦੇਖਦੇ ਹਾਂ ਆਪਾਂ। ਤਾਂ ਪਹਿਲਾ ਹੈਗਾ ਗੁਰੂ ਹਰਗੋਬਿੰਦ ਜੀ ਦਾ ਕੀਰਤਪੁਰ ਵਿਖੇ ਨਿਵਾਸ। ਕੀਰਤਪੁਰ ਸਾਹਿਬ ਆਪਾਂ ਅਕਸਰ ਜਾਂਦੇ, ਜਦੋਂ ਅਨੰਦਪੁਰ ਸਾਹਿਬ ਦਾ ਮੇਲਾ ਲੱਗਦਾ ਹੈ ਤਾਂ ਕੀਰਤਪੁਰ ਦੇ ਵਿੱਚੋਂ ਸਾਰੀ ਸੰਗਤ ਲੰਘ ਕੇ ਜਾਂਦੀ ਆ, ਅਤੇ ਕੀਰਤਪੁਰ ਦੇ ਵਿੱਚ ਹੀ ਆਪਣਾ ਜਿਹੜਾ ਸਿੱਖ ਧਰਮ ਦੇ ਵਿੱਚ ਅਸਥੀਆਂ ਨੂੰ ਪ੍ਰਵਾਹਿਤ ਕੀਤਾ ਜਾਂਦਾ ਆ। ਇਹ ਬਹੁਤ ਮਹੱਤਵਪੂਰਨ ਸਥਾਨ ਜਿਹੜਾ ਬਣ ਗਿਆ ਹੈ। ਤਾਂ ਗੁਰੂ ਹਰਗੋਬਿੰਦ ਜੀ ਨੇ ਰਾਜਾ ਕਲਿਆਣ ਚੰਦ, ਜੋ ਕਿ ਗੁਰੂ ਹਰਗੋਬਿੰਦ ਜੀ ਦਾ ਭਗਤ ਸੀਗਾ, ਉਸ ਤੋਂ ਕੁਛ ਜ਼ਮੀਨ ਜਿਹੜੀ ਉਹਨੇ ਗੁਰੂ ਜੀ ਨੂੰ ਭੇਟਾ ਕੀਤੀ। ਉਸ ਜਗ੍ਹਾ ਦੇ ਉੱਤੇ ਗੁਰੂ ਜੀ ਨੇ ਕੀਰਤਪੁਰ ਸ਼ਹਿਰ ਦੀ ਉਸਾਰੀ ਕਰਵਾਈ। 1635 ਈਸਵੀ ਵਿੱਚ ਉਹਨਾਂ ਨੇ ਆਪਣਾ ਨਿਵਾਸ ਵੀ ਉਸ ਸਥਾਨ ਦੇ ਉੱਤੇ ਕਰ ਲਿਆ। ਆਪਣੇ ਜੀਵਨ ਦੇ ਅੰਤਮ 10 ਸਾਲ ਗੁਰੂ ਜੀ ਨੇ ਕੀਰਤਪੁਰ ਸਾਹਿਬ ਵਿਖੇ ਬਿਤਾਏ, ਅਤੇ ਆਹ ਕੀਰਤਪੁਰ ਸਾਹਿਬ ਵਿਖੇ ਦਾ ਗੁਰਦੁਆਰਾ ਆ। ਫਿਰ ਅੱਗੇ ਜਦੋਂ ਆਪਾਂ ਗੱਲ ਕਰਦੇ ਹਾਂ, ਤਾਂ ਗੁਰੂ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਧਾਰਮਿਕ ਯਾਤਰਾਵਾਂ ਵੀ ਕੀਤੀਆਂ। ਅੰਮ੍ਰਿਤਸਰ ਤੋਂ ਚੱਲ ਕੇ ਲਾਹੌਰ ਗਏ, ਗੁਰਦੁਆਰਾ ਡੇਰਾ ਸਾਹਿਬ ਬਣਵਾਇਆ। ਫਿਰ ਗੁਜਰਾਂਵਾਲਾ, ਤਿੱਬਰ ਤੋਂ ਹੁੰਦੇ ਕਸ਼ਮੀਰ ਪਹੁੰਚੇ। ਭਾਈ ਸੇਵਾਦਾਸ ਜੀ ਨੂੰ ਉਸ ਸੰਗਤ ਦਾ ਮੁਖੀ ਬਣਾਇਆ। ਨਨਕਾਣਾ ਸਾਹਿਬ ਵੀ ਗਏ, ਫਿਰ ਨਾਨਕਮਤੇ ਵੀ ਗਏ, ਮਾਲਵਾ ਖੇਤਰ, ਤਖਤਪੁਰਾ, ਡਰੋਲੀ ਭਾਈ, ਕਈ ਜਗ੍ਹਾ ਤੋਂ ਹੁੰਦੇ ਹੋਏ ਫਿਰ ਉਹ ਅੰਮ੍ਰਿਤਸਰ ਜਿਹੜੇ ਪਹੁੰਚੇ ਆ। ਅਤੇ ਉਹਨਾਂ ਦੀਆਂ ਧਾਰਮਿਕ ਯਾਤਰਾਵਾਂ ਵੀ ਜਿਹੜੀਆਂ ਉਹ ਬਹੁਤ ਮਹੱਤਵਪੂਰਨ ਸੀ। ਬਹੁਤ ਸਾਰੇ ਸਿੱਖਾਂ ਨੂੰ ਉਹਨਾਂ ਨੇ ਆਪਣੇ ਨਾਲ ਜੋੜਿਆ। ਧਰਮ ਪ੍ਰਚਾਰਕ ਵੀ ਉਹਨਾਂ ਨੇ ਵੱਖ-ਵੱਖ ਥਾਵਾਂ 'ਤੇ ਭੇਜੇ, ਅਤੇ ਇਹਦੇ ਵਿੱਚ ਦੇਖੋ ਨਾਮ ਵੀ ਦਿੱਤੇ ਹੋਏ ਆ। ਅਲਮਸਤ, ਫੂਲ ਗੋਂਡਾ, ਬਲੂ ਹਸਨਾ ਨਾਂ ਦੇ ਜਿਹੜੇ ਆ, ਇੱਦਾਂ ਉਹਨਾਂ ਨੇ ਪ੍ਰਚਾਰਕ ਭੇਜੇ ਸਿੱਖ ਧਰਮ ਦੇ ਪ੍ਰਚਾਰ ਦੇ ਲਈ। ਭਾਈ ਬਿਧੀ ਚੰਦ ਜੀ ਨੂੰ ਬੰਗਾਲ ਭੇਜਿਆ, ਭਾਈ ਗੁਰਦਾਸ ਜੀ ਨੂੰ ਕਾਬਲ ਭੇਜਿਆ, ਬਨਾਰਸ ਵੀ ਭੇਜਿਆ। ਇਹ ਸਾਰੇ ਜਿਹੜੇ ਧਰਮ ਪ੍ਰਚਾਰਕ ਉਹਨਾਂ ਨੇ ਭੇਜੇ। ਹਰ ਰਾਏ ਜੀ ਨੂੰ ਉੱਤਰਾਧਿਕਾਰੀ ਬਣਾਉਣਾ। ਤਾਂ ਜਦੋਂ ਗੁਰੂ ਹਰਗੋਬਿੰਦ ਜੀ ਨੇ ਦੇਖਿਆ ਕਿ ਉਹਨਾਂ ਦਾ ਅੰਤ ਸਮਾਂ ਨੇੜੇ ਆ ਗਿਆ ਹੈ, ਤਾਂ ਉਹਨਾਂ ਨੇ ਆਪਣੇ ਪੋਤਰੇ ਹਰ ਰਾਏ ਜੀ ਨੂੰ ਬਾਬਾ ਗੁਰਦਿੱਤਾ ਸਿੰਘ ਜੀ ਦੇ ਛੋਟੇ ਪੁੱਤਰ ਨੂੰ ਉੱਤਰਾਧਿਕਾਰੀ ਥਾਪ ਦਿੱਤਾ। ਜਦੋਂ ਗੁਰੂ ਜੀ ਨੂੰ ਇਹ ਲੱਗਿਆ ਵੀ ਹੁਣ ਮੇਰਾ ਅੰਤ ਸਮਾਂ ਆ ਗਿਆ, ਅਤੇ ਉਹਨਾਂ ਨੇ ਬਾਬਾ ਗੁਰਦਿੱਤਾ ਜੀ ਦੇ ਛੋਟੇ ਪੁੱਤਰ ਹਰ ਰਾਏ ਜੀ ਨੂੰ ਉੱਤਰਾਧਿਕਾਰੀ ਬਣਾਇਆ। ਉਸ ਤੋਂ ਬਾਅਦ ਗੁਰੂ ਹਰ ਰਾਏ ਜੀ ਦਾ ਯੋਗਦਾਨ ਆਪਾਂ ਦੇਖਣਾ। 1645 ਤੋਂ ਲੈ ਕੇ 1661 ਈਸਵੀ ਤੱਕ ਗੁਰੂ ਜੀ ਗੁਰਗੱਦੀ 'ਤੇ ਰਹੇ। ਉਹਨਾਂ ਦਾ ਕੀ ਯੋਗਦਾਨ ਰਿਹਾ, ਉਹਦੇ ਬਾਰੇ ਆਪਾਂ ਦੇਖਦੇ ਹਾਂ। ਸਿੱਖ ਧਰਮ ਦਾ ਪ੍ਰਚਾਰ ਕੀਤਾ ਉਹਨਾਂ ਨੇ। ਵਧੇਰੇ ਸਮਾਂ ਕੀਰਤਪੁਰ ਵਿਖੇ ਬਤੀਤ ਕੀਤਾ। ਭਾਈ ਗਿਰ, ਭਾਈ ਸੰਗਤੀਆ, ਭਾਈ ਗੋਦਾ, ਇਹਨਾਂ ਦੀ ਸਹਾਇਤਾ ਦੇ ਨਾਲ ਇਹਨਾਂ ਨੇ ਜਿਹੜਾ ਸਿੱਖ ਧਰਮ ਦੇ ਪ੍ਰਚਾਰ ਦੇ ਵਿੱਚ ਕਾਫੀ ਯੋਗਦਾਨ ਪਾਇਆ। ਉਹਨਾਂ ਨੇ ਜਿਹੜਾ ਆ ਕੇਂਦਰੀ ਪੰਜਾਬ ਤੋਂ ਲਾਹੌਰ, ਕਸੂਰ, ਚੂਨੀਆਂ ਆਦਿ ਇਲਾਕੇ ਦੇ ਪ੍ਰਚਾਰਕ ਇਹਨਾਂ ਨੂੰ ਥਾਪਿਆ, ਅਤੇ ਹੋਰ ਵੀ ਕਈ ਜਾਣਿਆਂ ਨੂੰ ਜਿਹੜਾ ਪ੍ਰਚਾਰਕ ਥਾਪ ਕੇ ਜਿਹੜਾ ਸਿੱਖ ਧਰਮ ਦਾ ਪ੍ਰਚਾਰ ਅੱਗੇ ਵਧਾਇਆ। ਗੁਰੂ ਜੀ ਨੇ ਸੰਗਤੀਆ ਦਾ ਨਾਂ ਭਾਈ ਫੇਰੂ ਰੱਖ ਦਿੱਤਾ। ਉਸ ਨੂੰ ਕੇਂਦਰੀ ਪੰਜਾਬ ਦੇ ਲਾਹੌਰ, ਕਸੂਰ, ਚੂਨੀਆਂ ਆਦਿ ਇਲਾਕੇ ਦਾ ਪ੍ਰਚਾਰਕ ਬਣਾਇਆ। ਇੱਦਾਂ ਹੀ ਗੁਰੂ ਜੀ ਕਰਤਾਰਪੁਰ ਵਿਖੇ ਵੀ ਠਹਿਰੇ, ਮੁਕੰਦਪੁਰ ਗਏ, ਅਤੇ ਉੱਤੋਂ ਦੁਸਾਂਝ ਵੀ ਗਏ। ਹੁਣ ਅਗਲੀ ਗੱਲ, ਇੱਕ ਹੋਰ ਇੰਪੋਰਟੈਂਟ ਘਟਨਾ ਹੈਗੀ ਆ ਗੁਰੂ ਹਰਰਾਏ ਜੀ ਦਾ ਫੁੱਲ ਨੂੰ ਵਰਦਾਨ। ਤਾਂ ਗੁਰੂ ਜੀ ਆਪਣੇ ਪ੍ਰਚਾਰ ਦੇ ਦੌਰਾਨ ਉਹ ਨਥਾਣਾ ਬਠਿੰਡੇ ਵਿਖੇ ਇੱਕ ਪਿੰਡ ਹੈ, ਉੱਥੇ ਗਏ। ਉੱਥੇ ਦੋ ਭਰਾ ਸੀ, ਕਾਲਾ ਅਤੇ ਕਰਮਚੰਦ, ਜੋ ਉਹਨਾਂ ਦੇ ਦਰਸ਼ਨ ਲਈ ਆਇਆ ਕਰਦੇ ਸੀ।
ਇੱਕ ਦਿਨ ਕਾਲਾ ਆਪਣੇ ਦੋ ਭਤੀਜਿਆਂ ਨੂੰ ਸੰਦਲੀ ਅਤੇ ਫੁੱਲ ਨੂੰ ਨਾਲ ਲੈ ਕੇ ਆਇਆ ਤਾਂ ਫੁੱਲ ਜਿਹੜਾ ਆਪਣੇ ਢਿੱਡ 'ਤੇ ਹੱਥ ਫੇਰਨ ਲੱਗਾ। ਗੁਰੂ ਜੀ ਨੇ ਇਹਦਾ ਅਰਥ ਜਾਣਿਆ ਅਤੇ ਉਹਨਾਂ ਦੱਸਿਆ ਵੀ ਫੁੱਲ ਗੂੰਗਾ ਆ ਪਰ ਭੁੱਖਾ ਵੀ ਆ, ਇਸ ਕਰਕੇ ਉਹ ਢਿੱਡ 'ਤੇ ਹੱਥ ਫੇਰਦਾ ਹੈ। ਤਾਂ ਗੁਰੂ ਜੀ ਨੇ ਉਸ ਫੁੱਲ ਨੂੰ ਵਰਦਾਨ ਦਿੱਤਾ ਕਿ ਤੂੰ ਬਹੁਤ ਹੀ ਮਹਾਨ, ਪ੍ਰਸਿੱਧ ਅਤੇ ਧਨਵਾਨ ਵਿਅਕਤੀ ਬਣੇਗਾ। ਉਹਦੀ ਸੰਤਾਨ ਦੇ ਘੋੜੇ ਜਮਨਾ ਦਾ ਪਾਣੀ ਪੀਣਗੇ। ਇਸ ਤਰ੍ਹਾਂ ਕਰਕੇ ਉਹਨਾਂ ਨੇ ਜੋ ਵਰ ਦਿੱਤਾ ਸੀ ਉਹ ਵਰ ਜਿਹੜਾ ਸਹੀ ਨਿਕਲਿਆ। ਅਤੇ ਉਸ ਤੋਂ ਬਾਅਦ ਜਿਹੜਾ ਪਟਿਆਲਾ, ਨਾਭਾ, ਜੀਂਦ ਰਿਆਸਤਾਂ ਦੇ ਰਾਜੇ ਫੁੱਲ ਦੀ ਸੰਤਾਨ ਦੇ ਵਿੱਚੋਂ ਹੀ ਹਨ। ਦਾਰਾ ਸ਼ਿਕੋਹ ਦੀ ਸਹਾਇਤਾ। ਤਾਂ ਅਗਲੀ ਗੱਲ ਜਿਹੜੀ ਆ 1658 ਈਸਵੀ ਵਿੱਚ ਮੁਗਲ ਸਮਰਾਟ ਸ਼ਾਹਜਹਾਂ ਦੇ ਪੁੱਤਰਾਂ ਵਿਚਕਾਰ ਰਾਜਗੱਦੀ ਵਾਸਤੇ ਯੁੱਧ ਛਿੜ ਗਿਆ ਸੀ ਅਤੇ ਇਸ ਵਿੱਚ ਔਰੰਗਜ਼ੇਬ ਜੇਤੂ ਰਿਹਾ। ਅਤੇ ਉਹ ਤੋਂ ਹਾਰਨ ਤੋਂ ਬਾਅਦ ਦਾਰਾ ਸ਼ਿਕੋਹ ਪੰਜਾਬ ਵੱਲ ਆਇਆ। ਉਹਦੇ ਗੁਰੂ ਜੀ ਦੇ ਨਾਲ ਸੰਬੰਧ ਚੰਗੇ ਸੀ, ਮਿੱਤਰਤਾਪੂਰਨ ਸੀਗੇ ਅਤੇ ਉਹ ਤਾਂ ਇੱਕ ਧਾਰਮਿਕ ਵਿਚਾਰਾਂ ਵਾਲਾ ਮੁਸਲਮਾਨ ਸੀ। ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਕਰਦਾ ਸੀਗਾ ਅਤੇ ਗੁਰੂ ਜੀ ਨੂੰ ਸਹਾਇਤਾ ਲਈ ਮਿਲਿਆ। ਗੁਰੂ ਜੀ ਨੇ ਉਹਨੂੰ ਆਪਣੀਆਂ ਸ਼ੁਭ ਇੱਛਾਵਾਂ ਵੀ ਦਿੱਤੀਆਂ ਦਾਰਾ ਸ਼ਿਕੋਹ ਨੂੰ। ਔਰੰਗਜ਼ੇਬ ਦਾ ਗੁਰੂ ਹਰਰਾਏ ਜੀ ਨੂੰ ਦਿੱਲੀ ਬੁਲਾਉਣਾ। ਹੁਣ ਜਦੋਂ ਔਰੰਗਜ਼ੇਬ ਨੂੰ ਇਹ ਪਤਾ ਲੱਗਾ ਵੀ ਦਾਰਾ ਸ਼ਿਕੋਹ ਹਾਰਨ ਤੋਂ ਬਾਅਦ ਗੁਰੂ ਜੀ ਕੋਲ ਗਿਆ ਆ ਤਾਂ ਉਹਨਾਂ ਨੇ ਗੁਰੂ ਜੀ ਨੂੰ, ਗੁਰੂ ਹਰਰਾਏ ਜੀ ਨੂੰ ਦਿੱਲੀ ਵਿਖੇ ਬੁਲਾਇਆ। ਉਹ ਇਹ ਪੁੱਛਣਾ ਚਾਹੁੰਦੇ ਸਨ ਕਿ ਸਿੱਖ ਧਰਮ ਜਿਹੜਾ ਆ ਉਹ ਮੁਸਲਮਾਨਾਂ ਦੇ ਖਿਲਾਫ ਤਾਂ ਨਹੀਂ ਹੈਗਾ। ਅਤੇ ਗੁਰੂ ਜੀ ਨੇ ਆਪ ਜਾਣ ਦੀ ਥਾਂ 'ਤੇ ਆਪਣੇ 14-15 ਸਾਲ ਦੇ ਵੱਡੇ ਪੁੱਤਰ ਰਾਮ ਰਾਏ ਜੀ ਨੂੰ ਭੇਜ ਦਿੱਤਾ। ਠੀਕ ਹੈ, ਜਾਂ ਦੇਖੋ ਰਾਮ ਰਾਏ ਦਾ ਨਾਮ ਹੀ ਦਿੱਤਾ ਹੋਇਆ। ਹੁਣ ਅਗਲੀ ਗੱਲ, ਆਸਾ ਦੀ ਵਾਰ ਕਿਉਂ ਇੱਥੇ ਲਿਖਿਆ ਹੋਇਆ। ਹੁਣ ਆਹ ਤੁਹਾਡੀ ਫੋਟੋ ਹੈ, ਦੇਖੋ ਇੱਕ ਪਾਸੇ ਜਿਹੜਾ ਆਹ ਔਰੰਗਜ਼ੇਬ ਦੀ ਫੋਟੋ ਵੀ ਤੁਹਾਨੂੰ ਨਜ਼ਰ ਆ ਰਹੀ ਹੈ। ਤਾਂ ਆਸਾ ਦੀ ਵਾਰ ਦੀ ਗੱਲ ਕਿਉਂ ਕੀਤੀ ਆ, ਅਗਲੀ ਗੱਲ ਜਿਹੜੀ ਤੁਹਾਨੂੰ ਮੈਂ ਦਿਖਾਉਣਾ ਹੈ ਵਿੱਚ ਦੇਖੋ ਆਹ ਲਿਖੀ ਹੋਈ ਜਿਹੜੀ ਬਾਣੀ, ਮਿੱਟੀ ਮੁਸਲਮਾਨ ਕੀ ਪੀੜੇ ਪਈ ਕੁਮਾਰ, ਇਹ ਜਿਹੜੀ ਗੱਲ ਆ ਆਸਾ ਦੀ ਵਾਰ ਦੇ ਵਿੱਚ ਲਿਖੀ ਹੋਈ। ਔਰੰਗਜ਼ੇਬ ਨੇ ਰਾਮ ਰਾਏ ਜੀ ਕੋਲ ਪੁੱਛਿਆ ਵੀ ਇਹਦੇ ਵਿੱਚ ਜਿਹੜਾ ਮੁਸਲਮਾਨ ਲਿਖਿਆ ਉਹਦਾ ਕੀ ਮਤਲਬ ਹੈ। ਤਾਂ ਉਹਨਾਂ ਨੇ ਇਸ ਗੱਲ ਨੂੰ ਜਿਹੜਾ ਬਦਲ ਲਿਆ ਰਾਮ ਰਾਏ ਜੀ ਨੇ ਵੀ ਇੱਥੇ ਮੁਸਲਮਾਨ ਨਹੀਂ, ਇਹ ਗਲਤੀ ਨਾਲ ਲਿਖਿਆ ਗਿਆ, ਇੱਥੇ ਬੇਈਮਾਨ ਹੋਣਾ ਸੀਗਾ। ਇਸ ਉੱਤਰ ਨਾਲ ਮੁਗਲ ਸਮਰਾਟ ਔਰੰਗਜ਼ੇਬ ਦੀ ਤਾਂ ਤਸੱਲੀ ਹੋ ਗਈ, ਪਰ ਗੁਰੂ ਹਰਰਾਏ ਜੀ ਨੂੰ ਇਸ ਗੱਲ ਦਾ ਬਹੁਤ ਦੁੱਖ ਪਹੁੰਚਿਆ ਵੀ ਰਾਮ ਰਾਏ ਜੀ ਜੋ ਕਿ ਉਹਨਾਂ ਦੇ ਪੁੱਤਰ ਸੀਗੇ, ਉਹਨਾਂ ਨੇ ਇਸ ਤਰ੍ਹਾਂ ਕਿਉਂ ਕਿਹਾ। ਉਹਨਾਂ ਨੂੰ ਨਹੀਂ ਕਹਿਣਾ ਚਾਹੀਦਾ ਸੀ, ਜੋ ਸੱਚ ਆ ਉਹ ਹੀ ਕਹਿਣਾ ਚਾਹੀਦਾ ਸੀ। ਤਾਂ ਇਹਦਾ ਅਸਰ ਅੱਗੇ ਜਾ ਕੇ ਇਹ ਪੈਂਦਾ ਵੀ ਜਦੋਂ ਉੱਤਰਾਧਿਕਾਰੀ ਦੀ ਨਿਯੁਕਤੀ ਕਰਦੇ ਆਪਣੇ ਤੋਂ ਬਾਅਦ ਗੁਰੂ ਹਰਰਾਏ ਜੀ, ਤਾਂ ਉਹ ਰਾਮ ਰਾਏ ਜੋ ਕਿ ਉਹਨਾਂ ਦੇ ਵੱਡੇ ਪੁੱਤਰ ਸੀ ਉਹਨਾਂ ਨੂੰ ਗੁਰਗੱਦੀ ਨਹੀਂ ਸੌਂਪਦੇ, ਇਸੇ ਘਟਨਾ ਦੇ ਕਾਰਨ ਹੀ ਜੋ ਪਿੱਛੇ ਤੁਹਾਨੂੰ ਦੱਸੀ ਗਈ ਆ। ਕਿਉਂਕਿ ਉਹਨਾਂ ਨੇ ਕਾਇਰਤਾ ਦਿਖਾਈ ਸੀਗੀ, ਡਰ ਗਏ ਸੀਗੇ ਅਤੇ ਜਾਣ ਕੇ ਉਹਨਾਂ ਨੇ ਬਾਣੀ ਬਦਲ ਦਿੱਤੀ। ਅਤੇ ਫਿਰ ਗੁਰੂ ਹਰਰਾਏ ਜੀ ਨੇ ਕੀ ਕੀਤਾ, ਉਹਨਾਂ ਨੇ ਆਪਣੇ ਉਸ ਤੋਂ ਛੋਟੇ ਪੁੱਤਰ 5 ਸਾਲਾਂ ਦਾ ਜਿਹੜਾ ਪੁੱਤਰ ਸੀਗਾ ਗੁਰੂ ਹਰਕ੍ਰਿਸ਼ਨ ਜੀ, ਉਹਨਾਂ ਨੂੰ ਗੁਰਗੱਦੀ ਦਾ ਉੱਤਰਾਧਿਕਾਰੀ ਬਣਾਇਆ। ਰਾਮ ਰਾਏ ਜੀ ਨੂੰ ਨਹੀਂ ਬਣਾਇਆ। ਇਸ ਗੱਲ ਨੂੰ ਜਿਹੜਾ ਆ ਤੁਸੀਂ ਯਾਦ ਰੱਖਣਾ ਵੀ ਕਾਰਨ ਕੀ ਸੀ, ਕਿਉਂ ਨਹੀਂ ਬਣਾਇਆ। ਹੁਣ ਅੱਗੇ ਗੁਰੂ ਹਰਕ੍ਰਿਸ਼ਨ ਜੀ ਦਾ ਯੋਗਦਾਨ 1661 ਤੋਂ ਲੈ ਕੇ 64 ਤੱਕ ਸਿਰਫ 3 ਸਾਲ ਹੀ ਆ। 1661 ਈਸਵੀ ਵਿੱਚ 8ਵੇਂ ਗੁਰੂ ਹਰਕ੍ਰਿਸ਼ਨ ਜੀ ਗੁਰਗੱਦੀ 'ਤੇ ਬੈਠੇ। ਉਹਨਾਂ ਦੀ ਉਮਰ ਉਸ ਵੇਲੇ 5 ਸਾਲ ਅਤੇ 3 ਮਹੀਨੇ ਦੀ ਸੀ। ਉਹਨਾਂ ਨੂੰ ਬਾਲ ਗੁਰੂ ਵੀ ਕਿਹਾ ਜਾਂਦਾ ਕਿਉਂਕਿ ਉਮਰ ਉਹਨਾਂ ਦੀ ਬਹੁਤ ਘੱਟ ਸੀ। ਅਤੇ ਉਹ 30 ਮਾਰਚ 1664 ਈਸਵੀ ਤੱਕ ਗੁਰੂ ਰਹੇ। ਇੰਨੇ ਕੁ ਸਮੇਂ ਦੌਰਾਨ ਉਹਨਾਂ ਨੇ ਕਈ ਕੰਮ ਕੀਤੇ ਸਿੱਖ ਧਰਮ ਦੇ ਵਿਕਾਸ ਦੇ ਲਈ। ਹੁਣ ਤੁਸੀਂ ਦੇਖੋ ਆ ਰਾਮ ਰਾਏ ਦੀ ਫੋਟੋ, ਔਰੰਗਜ਼ੇਬ ਦੀ ਫੋਟੋ ਆ। ਹੁਣ ਜਦੋਂ ਉਹਨੂੰ ਗੁਰਗੱਦੀ 'ਤੇ ਬੈਠੇ ਆ ਗੁਰੂ ਹਰਕ੍ਰਿਸ਼ਨ ਜੀ, ਤਾਂ ਰਾਮ ਰਾਏ ਕਿਉਂਕਿ ਵੱਡੇ ਸੀਗੇ ਅਤੇ ਉਹਨਾਂ ਨੇ ਵਿਰੋਧ ਕੀਤਾ ਵੀ ਇਹ ਗੁਰਗੱਦੀ ਉਹਨਾਂ ਨੂੰ ਮਿਲਣੀ ਚਾਹੀਦੀ। ਇਸ ਲਈ ਉਹ ਔਰੰਗਜ਼ੇਬ ਦੇ ਕੋਲ ਵੀ ਸ਼ਰਨ ਦੇ ਵਿੱਚ ਗਿਆ। ਉਹਨਾਂ ਨੇ ਸ਼ਿਕਾਇਤ ਕੀਤੀ ਵੀ ਗੁਰਗੱਦੀ ਉਹਨਾਂ ਨੂੰ ਮਿਲਣੀ ਚਾਹੀਦੀ ਸੀ। ਤਾਂ ਔਰੰਗਜ਼ੇਬ ਨੇ ਜਿਹੜਾ ਆ ਇਸ ਗੱਲ ਦਾ ਜਿਹੜਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ। ਲੜਾਈ ਦਾ ਜਿਹੜਾ ਉਹਨਾਂ ਨੇ ਵਿੱਚੋਂ ਉਹਨਾਂ ਦੋਵਾਂ 'ਚੋਂ ਕਿਹਾ ਉਹਨੇ ਜ਼ਰੂਰ ਵੀ ਮੈਂ ਤੁਹਾਡਾ ਜਿਹੜਾ ਝਗੜਾ ਮਿਟਾਊਂਗਾ, ਪਰ ਜਿਹੜਾ ਉਹ ਕਿਉਂਕਿ ਉਹਨੂੰ ਪਤਾ ਸੀ ਸਿੱਖ ਧਰਮ ਜਿਹੜਾ ਬਹੁਤ ਪ੍ਰਸਿੱਧ ਹੋ ਰਿਹਾ, ਇਸ ਕਰਕੇ ਅੰਦਰੋਂ ਉਹ ਖੁਸ਼ ਸੀਗਾ। ਫਿਰ ਔਰੰਗਜ਼ੇਬ ਦਾ ਗੁਰੂ ਹਰਕ੍ਰਿਸ਼ਨ ਜੀ ਨੂੰ ਦਿੱਲੀ ਬੁਲਾਉਣਾ। ਔਰੰਗਜ਼ੇਬ ਜਿਹੜਾ ਆ ਰਾਜਨੀਤੀ ਦਾ ਬਹੁਤ ਵੱਡਾ ਖਿਡਾਰੀ ਸੀਗਾ। ਉਹ ਦੋਵਾਂ ਦੇ ਭਰਾਵਾਂ ਦੀ ਲੜਾਈ ਦਾ ਲਾਭ ਲੈਣਾ ਚਾਹੁੰਦਾ ਸੀ। ਉਹਨੇ ਗੁਰੂ ਹਰਕ੍ਰਿਸ਼ਨ ਜੀ ਨੂੰ ਦਿੱਲੀ ਆਉਣ ਲਈ ਕਿਹਾ। 1664 ਈਸਵੀ ਵਿੱਚ ਕੀਰਤਪੁਰ ਤੋਂ ਚੱਲਦੇ ਹੋਏ ਆਪਣੀ ਮਾਤਾ ਦੇ ਨਾਲ, ਕੁਝ ਸਿੱਖਾਂ ਦੇ ਨਾਲ ਗੁਰੂ ਜੀ ਜਿਹੜਾ ਆ
ਦਿੱਲੀ ਵੱਲ ਨੂੰ ਚੱਲੇ। ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਵਿਖੇ, ਦੇਖੋ ਆ ਨਾਲ ਗੁਰਦੁਆਰਾ ਬਣਿਆ ਹੋਇਆ, ਇਹਦੇ ਬਾਰੇ ਵੀ ਗੱਲ ਕਰਦੇ ਹਾਂ। ਦਿੱਲੀ ਪਹੁੰਚ ਕੇ ਉਹ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਠਹਿਰੇ। ਉੱਥੇ ਰਾਜਾ ਜੈ ਸਿੰਘ ਨੇ ਉਹਨਾਂ ਦੀ ਸੂਝ-ਬੂਝ ਦੀ ਪਰਖ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਬਹੁਤ ਸਾਰੀਆਂ ਇਸਤਰੀਆਂ ਨੂੰ ਰਾਣੀ ਦੇ ਕੱਪੜੇ ਪਹਿਨਾ ਕੇ ਉੱਥੇ ਬਿਠਾ ਦਿੱਤਾ ਅਤੇ ਗੁਰੂ ਜੀ ਨੂੰ ਕਿਹਾ ਵੀ ਉਹ ਪਟਰਾਣੀ ਦੀ, ਯਾਨੀ ਉਹ ਰਾਜੇ ਦੀ ਰਾਣੀ ਦੀ ਪਛਾਣ ਕਰਨ। ਤਾਂ ਗੁਰੂ ਜੀ ਨੇ ਪਛਾਣ ਕੇ ਉਹਨਾਂ ਦੀ ਗੋਦ ਦੇ ਵਿੱਚ ਜਾ ਕੇ ਬੈਠ ਕੇ, ਇਸ ਗੱਲ ਤੋਂ ਰਾਜਾ ਜੈ ਸਿੰਘ ਬਹੁਤ ਖੁਸ਼ ਹੋਏ। ਉਹਨਾਂ ਦੀ ਸੂਝ-ਬੂਝ ਦੀ ਉਹਨੇ ਸ਼ਲਾਘਾ ਕੀਤੀ। ਉਸ ਸਥਾਨ ਦੇ ਉੱਤੇ ਅੱਜ ਕੱਲ੍ਹ ਗੁਰਦੁਆਰਾ ਬੰਗਲਾ ਸਾਹਿਬ ਬਣਿਆ ਹੋਇਆ ਆ, ਬਹੁਤ ਮਸ਼ਹੂਰ ਹੈ ਗੁਰਦੁਆਰਾ ਬੰਗਲਾ ਸਾਹਿਬ। ਆ ਕਰੋਨਾ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਦਿੱਲੀ ਦੀ ਜਨਤਾ ਦੀ ਸੇਵਾ ਕੀਤੀ ਹੈ ਬੰਗਲਾ ਸਾਹਿਬ ਗੁਰਦੁਆਰੇ ਨੇ। ਹੁਣ ਵੀ ਲੱਖ ਲੱਖ, ਡੇਢ ਡੇਢ ਲੱਖ ਦਾ ਲੋਕਾਂ ਦਾ ਜਿਹੜਾ ਸੀਗਾ ਲੰਗਰ ਬਣ ਕੇ ਰੋਜ਼ਾਨਾ ਜਿਹੜਾ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ ਜਾਂਦਾ ਸੀਗਾ। ਸੋ ਇਹ ਬੰਗਲਾ ਸਾਹਿਬ ਗੁਰਦੁਆਰਾ ਬਹੁਤ ਮਸ਼ਹੂਰ ਹੈ ਸਿੱਖਾਂ ਦੇ ਲਈ, ਦਿੱਲੀ ਵਿਖੇ ਆ। ਗੁਰੂ ਹਰਿਕ੍ਰਿਸ਼ਨ ਜੀ ਅਤੇ ਬਿਮਾਰ ਲੋਕ, ਜਦੋਂ ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਪਹੁੰਚੇ ਤਾਂ ਉੱਥੇ ਹੈਜ਼ਾ ਅਤੇ ਚੇਚਕ ਬਿਮਾਰੀਆਂ ਫੈਲੀਆਂ ਹੋਈਆਂ ਸੀ। ਗੁਰੂ ਜੀ ਨੇ ਜਿਹੜਾ ਸੀਗਾ ਉਹਨਾਂ ਬਿਮਾਰੀਆਂ ਨੂੰ ਦੂਰ ਕਰਨ ਦੇ ਲਈ ਯਤਨ ਕੀਤੇ। ਲੋਕਾਂ ਦੀਆਂ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਨੇ ਠੀਕ ਵੀ ਕੀਤਾ। ਸੋ ਆਪਾਂ ਦੇਖ ਰਹੇ ਹਾਂ ਕਿਸ ਤਰ੍ਹਾਂ ਉਹ ਲੋਕਾਂ ਦੀ ਸੇਵਾ ਕਰਦੇ ਪਏ ਸੀ। ਅਗਲੀ ਗੱਲ ਹੈ ਵੀ ਜੋਤੀ ਜੋਤ ਸਮਾਉਣ ਦੀ ਗੱਲ। ਆਪਾਂ ਪੜ੍ਹਿਆ ਸੀਗਾ ਵੀ ਸਿਰਫ 3 ਸਾਲ ਹੀ ਉਹ ਜਿਹੜਾ ਗੁਰਗੱਦੀ 'ਤੇ ਰਹੇ। ਕਾਰਨ ਕੀ ਸੀਗਾ? ਕਿਉਂਕਿ ਦਿੱਲੀ 'ਚ ਬਿਮਾਰੀ ਫੈਲੀ ਹੋਈ ਸੀ। ਜਦੋਂ ਉਹਨਾਂ ਨੇ ਲੋਕਾਂ ਨੂੰ ਠੀਕ ਕੀਤਾ ਤਾਂ ਉਸ ਬਿਮਾਰੀ ਦਾ ਸ਼ਿਕਾਰ ਉਹ ਖੁਦ ਵੀ ਹੋ ਗਏ, ਚੇਚਕ ਨਿਕਲ ਆਈ ਉਹਨਾਂ ਨੂੰ, ਜਿਸ ਕਾਰਨ ਉਹ ਸਵਰਗਵਾਸ ਹੋ ਗਏ। ਸਵਰਗਵਾਸ ਹੋਣ ਤੋਂ ਪਹਿਲਾਂ ਉਹਨਾਂ ਨੇ 5 ਪੈਸੇ ਅਤੇ 1 ਨਾਰੀਅਲ ਮੰਗਵਾ ਲਿਆ ਅਤੇ ਵਸਤਾਂ ਫੜ ਕੇ ਉਹਨਾਂ ਨੇ 3 ਵਾਰੀ ਘੁਮਾਇਆ ਅਤੇ ਕਿਹਾ ਬਾਬਾ ਬਕਾਲਾ। ਸੋ ਬਾਬਾ ਬਕਾਲਾ ਜਿਹੜਾ ਜਗ੍ਹਾ ਉਹ ਸਾਡੇ ਲਾਗੇ ਹੀ ਆ। ਉਸ ਤੋਂ ਭਾਵ ਇਹ ਸੀਗਾ ਵੀ ਉਹਨਾਂ ਦਾ ਉੱਤਰਾਧਿਕਾਰੀ ਬਕਾਲਾ ਪਿੰਡ ਅੰਮ੍ਰਿਤਸਰ ਵਿਖੇ ਹਨ, ਜੋ ਕਿ ਉਹਨਾਂ ਦੇ ਦਾਦਾ ਜੀ ਹਨ। ਗੁਰੂ ਤੇਗ ਬਹਾਦਰ ਜੀ ਦੀ ਗੱਲ ਇੱਥੇ ਹੋ ਰਹੀ ਹੈ। ਬਾਬਾ ਬਕਾਲਾ ਵਿਖੇ ਜਿਹੜਾ ਉਸ ਵੇਲੇ ਗੁਰੂ ਤੇਗ ਬਹਾਦਰ ਜੀ ਰਹਿ ਰਹੇ ਸੀਗੇ ਅਤੇ ਉਹਨਾਂ ਨੇ ਇਹ ਜਿਹੜਾ ਆਪਣੇ ਉੱਤਰਾਧਿਕਾਰੀ ਉਹਨਾਂ ਨੂੰ ਬਣਾਇਆ। ਅਤੇ 30 ਮਾਰਚ 1664 ਈਸਵੀ ਨੂੰ ਜੋਤੀ ਜੋਤ ਸਮਾ ਗਏ। ਫਿਰ ਗੁਰੂ ਤੇਗ ਬਹਾਦਰ ਜੀ ਦਾ ਯੋਗਦਾਨ 1664 ਈਸਵੀ ਤੋਂ 1675 ਈਸਵੀ ਵਿੱਚ ਆ। 11 ਅਗਸਤ 1664 ਈਸਵੀ ਨੂੰ ਦਰਗਾਹ ਮੱਲ ਕਈ ਹੋਰ ਵਿਅਕਤੀ ਗੁਰੂ ਹਰਿਕ੍ਰਿਸ਼ਨ ਜੀ ਵੱਲੋਂ ਭੇਜੇ ਗਏ ਨਾਰੀਅਲ ਅਤੇ 5 ਪੈਸੇ ਲੈ ਕੇ ਬਕਾਲਾ ਪਹੁੰਚੇ। ਉਸ ਤੋਂ ਅੱਗੇ ਆਪਾਂ ਬਹੁਤ ਸਾਰੀ ਕਹਾਣੀ ਵਰਿਆਂ ਵਾਰੀ ਸੁਣੀ ਆ ਵੀ ਕਿੱਦਾਂ ਅਲੱਗ-ਅਲੱਗ ਤਰ੍ਹਾਂ ਦੇ ਲੋਕ ਉੱਥੇ ਬੈਠੇ ਸੀ। ਸਾਰੇ ਕਹਿੰਦੇ ਸੀਗੇ ਵੀ ਜਿਹੜੇ ਆ ਵੀ ਅਸੀਂ ਗੁਰਗੱਦੀ ਦੇ ਵਾਰਸ ਹਾਂ, ਪਰ ਕਿਸ ਤਰ੍ਹਾਂ ਉਹਨਾਂ ਨੇ ਅੱਗੇ ਪਛਾਣਿਆ ਗੁਰੂ ਜੀ ਨੂੰ, ਇਹ ਇੱਕ ਵੱਖਰੀ ਕਹਾਣੀ ਆ। ਤੇਗ ਬਹਾਦਰ ਜੀ ਨੂੰ ਗੁਰੂ ਹਰਿਕ੍ਰਿਸ਼ਨ ਜੀ ਦਾ ਉੱਤਰਾਧਿਕਾਰੀ ਥਾਪਿਆ ਗਿਆ। ਭਾਈ ਗੁਰਦਿੱਤਾ ਜੀ ਬਾਬਾ ਬੁੱਝਾ ਜੀ ਦੇ ਸਪੁੱਤਰ ਜੋ ਉੱਥੇ ਹਾਜ਼ਰ ਸਨ ਨੇ ਉਹਨਾਂ ਦੇ ਮੱਥੇ 'ਤੇ ਤਿਲਕ ਲਾਇਆ। 9ਵੇਂ ਗੁਰੂ ਤੇਗ ਬਹਾਦਰ ਜੀ ਨੇ 1664 ਤੋਂ ਲੈ ਕੇ 1675 ਈਸਵੀ ਤੱਕ ਗੁਰਗੱਦੀ ਸੰਭਾਲੀ। ਅੱਗੇ ਗੱਲ ਕਰਦੇ ਉਹਨਾਂ ਦੀ ਯਾਤਰਾਵਾਂ ਦੀਆਂ। ਗੁਰੂ ਤੇਗ ਬਹਾਦਰ ਜੀ ਨੇ ਸਿੱਖ ਧਰਮ ਦੇ ਵਿਕਾਸ ਦੇ ਲਈ ਬਹੁਤ ਯਾਤਰਾਵਾਂ ਕੀਤੀਆਂ। ਤੁਸੀਂ ਆਹ ਦੇਖੋ ਪਿਕਚਰ ਜਿਹੜੀ ਆ ਭਾਰਤ ਦੀ ਫੋਟੋ ਹੈਗੀ ਆ। ਹੁਣ ਆਹ ਜਿਹੜਾ ਖੇਤਰ ਆ ਸਾਰਾ ਦਾ ਸਾਰਾ ਇੱਥੋਂ ਘੁੰਮ ਕੇ ਸਾਰਾ ਇਹ ਖੇਤਰ ਜਿਹੜਾ ਗੁਰੂ ਜੀ ਨੇ ਯਾਤਰਾਵਾਂ ਕੀਤੀਆਂ। ਪੰਜਾਬ ਤੋਂ ਲੈ ਕੇ ਆਸਾਮ ਤੱਕ ਗਏ, ਉੱਥੋਂ ਘੁੰਮ ਕੇ ਫਿਰ ਇਹ ਸਾਰਾ ਸਥਾਨ ਜਿਹੜੇ ਆ ਉਹਨਾਂ 'ਤੇ ਉਹਨਾਂ ਨੇ ਅੰਮ੍ਰਿਤਸਰ, ਵੱਲਾ, ਕੂਕੇ ਵਾਲੀ, ਗੁਰੂ ਕਾ ਬਾਗ, ਗੁਰੂ ਤੇਗ ਬਹਾਦਰ ਜੀ ਦੀਆਂ ਮਾਝੇ ਦੀਆਂ ਹੋਰ ਬਹੁਤ ਸਾਰੀ ਜਗ੍ਹਾ 'ਤੇ ਗਏ। ਇਹਨਾਂ ਨੂੰ ਡਿਟੇਲ ਦੇ ਵਿੱਚ ਤੁਸੀਂ ਪੜ੍ਹ ਸਕਦੇ ਆ। ਬਕਾਲਾ, ਬਿਲਾਸਪੁਰ, ਚੱਕ ਨਾਨਕੀ ਜਗ੍ਹਾ ਜਿਹਦਾ ਨੀਂਹ ਉਹਨਾਂ ਨੇ ਰੱਖੀ, ਉਹ ਜਗ੍ਹਾ ਉਹ ਇਹਨਾਂ ਨੇ ਵਸਾਈ। ਸੈਫਲਾਬਾਦ, ਕੈਥਲ, ਕੁਰੂਕਸ਼ੇਤਰ, ਪਟਨਾ, ਗੁਰੂ ਤੇਗ ਬਹਾਦਰ ਜੀ ਢਾਕਾ ਵਿਖੇ। 22 ਦਸੰਬਰ 1666 ਈਸਵੀ ਨੂੰ ਪਟਨਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ। ਇੱਕ ਵੱਖਰੀ ਘਟਨਾ ਹੈ, ਇਹਨੂੰ ਵੀ ਯਾਦ ਰੱਖਣਾ ਜ਼ਰੂਰੀ ਆ। ਇਹ ਸ਼ੁਭ ਖਬਰ 'ਤੇ ਗੁਰੂ ਤੇਗ ਬਹਾਦਰ ਜੀ ਜਦੋਂ ਉਹਨਾਂ ਨੂੰ ਮਿਲੀ ਉਹ ਢਾਕਾ ਵਿਖੇ ਸੀ। ਢਾਕਾ ਕਿੱਥੇ? ਬੰਗਲਾਦੇਸ਼ ਦੇ ਵਿੱਚ ਆ। ਉਸ ਤੋਂ ਬਾਅਦ ਬੰਗਲਾਦੇਸ਼ ਦੇ ਹੋਰ ਜਗ੍ਹਾ 'ਤੇ ਧੁਬਰੀ ਵਿਖੇ ਵੀ ਉਹ ਗਏ ਆ। ਪੰਜਾਬ ਦੇ ਮਾਲਵਾ ਅਤੇ ਬਾਂਗਰ ਪ੍ਰਦੇਸ਼ ਦੀਆਂ ਯਾਤਰਾਵਾਂ ਵੀ ਕੀਤੀਆਂ ਉਹਨਾਂ ਨੇ। ਚੱਕ ਨਾਨਕੀ ਤੋਂ ਸੈਫਲਾਬਾਦ, ਫਿਰ ਪਟਿਆਲਾ ਵਿਖੇ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਜਿਹੜਾ ਉੱਥੇ ਗਏ। ਫਿਰ ਮੋਤੀ ਬਾਗ ਗੁਰਦੁਆਰਾ ਸਾਹਿਬ, ਮੂਲੋਵਾਲ ਪਿੰਡ, ਖੂਹ ਖੁਦਵਾਇਆ ਪਿੰਡ, ਸ਼ੇਖਾਂ, ਢਿਲਵਾਂ, ਖੀਵਾ, ਸਮਾਊ, ਤੀਖੀ, ਖਿਆਲਾ ਮੋੜ, ਮੰਡੀ ਸਾਬੋ, ਬਠਿੰਡਾ, ਇਸ ਥਾਵਾਂ 'ਤੇ ਉਹ ਪਹੁੰਚੇ।
ਉਸ ਤੋਂ ਅਗਲੀ ਗੱਲ ਹੈਗੀ ਆ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ। ਇਹ ਵੀ ਸਿੱਖ ਧਰਮ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਆ, ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ। ਕਿਉਂਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਕਾਰਨ ਹੀ ਜਿਹੜਾ ਆ ਹਿੰਦੁਸਤਾਨ ਜਿਹੜਾ ਅੱਜ ਵੀ ਕਾਇਮ ਆ। ਹਿੰਦੂ ਧਰਮ ਦੀ ਕਹਿੰਦੇ ਆ ਵੀ ਜੇਕਰ ਹਿੰਦੂ ਧਰਮ ਦੀ ਰੱਖਿਆ ਕੀਤੀ ਗਈ ਆ ਤਾਂ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਬਚਾਇਆ। ਕਿਉਂਕਿ ਜੇਕਰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨਾ ਹੁੰਦੀ ਤਾਂ ਹੋ ਸਕਦਾ ਵੀ ਸਾਡੇ ਦੇਸ਼ ਦੇ ਵਿੱਚ ਹਿੰਦੂ ਧਰਮ ਹੀ ਨਾ ਹੁੰਦਾ, ਸਾਰੇ ਲੋਕ ਮੁਸਲਮਾਨ ਹੁੰਦੇ। ਕਿਉਂਕਿ ਉਹ ਜਿਹੜਾ ਸੀਗਾ ਔਰੰਗਜ਼ੇਬ ਸੀਗਾ, ਉਹ ਧੱਕੇ ਦੇ ਨਾਲ ਜਿਹੜਾ ਸਾਰਿਆਂ ਨੂੰ ਮੁਸਲਮਾਨ ਬਣਾ ਰਿਹਾ ਸੀ। ਤਾਂ ਕਿਸ ਤਰ੍ਹਾਂ ਹੋਈ ਹੈ? ਗੁਰੂ ਤੇਗ ਬਹਾਦਰ ਜੀ ਮਾਲਵੇ ਦੇ ਪਿੰਡਾਂ ਦੀ ਯਾਤਰਾ ਤੋਂ ਬਾਅਦ ਅਨੰਦਪੁਰ ਸਾਹਿਬ ਵਿਖੇ ਚਲੇ ਗਏ। ਗੁਰੂ ਤੇਗ ਬਹਾਦਰ ਜੀ ਕੋਲ ਕਸ਼ਮੀਰੀ ਪੰਡਤਾਂ ਨੇ ਫਰਿਆਦ ਕੀਤੀ ਕਿ ਔਰੰਗਜ਼ੇਬ ਦੇ ਹੁਕਮਾਂ ਨਾਲ ਉਹਨਾਂ ਨੂੰ ਜਬਰੀ ਮੁਸਲਮਾਨ ਬਣਾਇਆ ਜਾ ਰਿਹਾ ਹੈ। ਉਹਨਾਂ ਦੀ ਬੇਨਤੀ ਹੈ ਅਤੇ ਗੁਰੂ ਤੇਗ ਬਹਾਦਰ ਜੀ ਨੇ ਆਤਮ ਬਲਿਦਾਨ ਦੇਣ ਦਾ ਨਿਸ਼ਚੇ ਕੀਤਾ। ਉਹਨਾਂ ਨੂੰ ਗ੍ਰਿਫਤਾਰ ਕਰਕੇ ਇਸਲਾਮ ਧਰਮ ਪ੍ਰਵਾਨ ਕਰਨ ਲਈ ਕਿਹਾ ਗਿਆ। ਗੁਰੂ ਸਾਹਿਬ ਨੇ ਇਸਲਾਮ ਧਰਮ ਅਪਣਾਉਣ ਤੋਂ ਨਾ ਕਰਨ 'ਤੇ 11 ਦਸੰਬਰ 1675 ਈਸਵੀ ਨੂੰ ਚਾਂਦਨੀ ਚੌਂਕ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਗਿਆ। ਉਸ ਜਗ੍ਹਾ ਦੇ ਉੱਤੇ ਅੱਜ ਵੀ ਲਾਲ ਕਿਲ੍ਹੇ ਦੇ ਕੋਲ ਆ, ਲਾਲ ਕਿਲ੍ਹੇ ਦੇ ਬਿਲਕੁਲ ਸਾਹਮਣੇ ਉਹ ਜਗ੍ਹਾ ਆ, ਗੁਰਦੁਆਰਾ ਸ਼ੀਸ਼ਗੰਜ ਜਿਹੜਾ ਉੱਥੇ ਬਣਿਆ ਹੋਇਆ ਆ। ਗੁਰੂ ਤੇਗ ਬਹਾਦਰ ਜੀ ਸ਼ਹੀਦੀ ਜਿੱਥੇ ਹੋਈ ਆ। ਕਿਉਂਕਿ ਜਿਹੜੇ ਕਸ਼ਮੀਰੀ ਪੰਡਤ ਸੀਗੇ ਜਾਂ ਉਹਨਾਂ ਨੇ ਔਰੰਗਜ਼ੇਬ ਨੂੰ ਇਹ ਕਹਿ ਤਾ ਗੁਰੂ ਜੀ ਦੇ ਕਹਿਣ ਦੇ ਉੱਤੇ ਵੀ ਜੇਕਰ ਗੁਰੂ ਤੇਗ ਬਹਾਦਰ ਜੀ ਮੁਸਲਮਾਨ ਬਣ ਜਾਂਦੇ ਆ ਅਤੇ ਅਸੀਂ ਸਾਰੇ ਹਿੰਦੂ ਧਰਮ ਛੱਡ ਕੇ ਮੁਸਲਮਾਨ ਬਣ ਜਾਵਾਂਗੇ। ਸੋ ਔਰੰਗਜ਼ੇਬ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਬਣਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ। ਇਸ ਕਾਰਨ ਗੁੱਸੇ ਵਿੱਚ ਆ ਕੇ ਉਹਨਾਂ ਨੇ ਉਹਨਾਂ ਨੂੰ ਸ਼ਹੀਦ ਕਰਵਾਤਾ। ਸੋ ਇਹ ਹੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ। ਅਤੇ ਬੱਚਿਓ, ਇਹ ਆਪਣਾ ਲੈਸਨ ਸੀਗਾ ਦੂਸਰੇ ਗੁਰੂ ਤੋਂ ਲੈ ਕੇ 9ਵੇਂ ਗੁਰੂ ਤੱਕ। ਗੁਰੂ ਨਾਨਕ ਦੇਵ ਜੀ ਬਾਰੇ ਅਲੱਗ ਵਿਸ਼ਾ ਆ, ਅਲੱਗ ਟੌਪਿਕ ਆ, ਅਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਬਾਰੇ ਉਹ ਇੱਕ ਅਲੱਗ ਟੌਪਿਕ ਹੈ। ਕਿਉਂਕਿ ਉਹਦੇ ਵਿੱਚ ਬਹੁਤ ਵਿਸਥਾਰ ਨਾਲ ਬਹੁਤ ਸਾਰੀਆਂ ਗੱਲਾਂ ਪੜ੍ਹਨੀਆਂ ਪੈਣੀਆਂ ਆਪਾਂ ਨੂੰ। ਅਤੇ ਉਹਦੇ ਵਿਚਕਾਰ ਜਿਹੜਾ ਦੂਜੇ ਗੁਰੂ ਤੋਂ ਲੈ ਕੇ 9ਵੇਂ ਗੁਰੂ ਤੱਕ ਅਸੀਂ ਸੰਖੇਪ ਵਿੱਚ ਸਾਰੀ ਜਾਣਕਾਰੀ ਲੈ ਰਹੀ ਹਾਂ। ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ ਨੂੰ ਅਸੀਂ ਸੰਖੇਪ 'ਚ ਕੀਤਾ, ਸਿਰਫ ਨਾਂ ਹੀ ਪੜ੍ਹੇ ਥਾਵਾਂ ਦੇ। ਡਿਟੇਲ ਦੇ ਵਿੱਚ ਉੱਥੇ ਕਿਹੜੀ ਘਟਨਾ ਕਿਵੇਂ ਹੋਈ ਉਹ ਤੁਸੀਂ ਆਪਣੀ ਬੁੱਕ ਦੇ ਵਿੱਚੋਂ ਜਿਹੜਾ ਪੜ੍ਹ ਸਕਦੇ ਹੋ ਵੀ ਕਿਸੇ ਸਥਾਨ 'ਤੇ ਢਾਕਾ ਵਿਖੇ, ਸੈਫਲਾਬਾਦ ਵਿਖੇ ਜਾਂ ਕੁਰੂਕਸ਼ੇਤਰ ਵਿਖੇ ਉਹਨਾਂ ਨੇ ਕੀ ਕਾਰਜ ਕੀਤੇ, ਕੀ ਘਟਨਾ ਵਾਪਰੀ, ਉਹ ਤੁਸੀਂ ਉੱਥੇ ਡਿਟੇਲ 'ਚ ਦੇਖ ਸਕਦੇ ਹੋ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਜਿੰਨੀ ਕੁ ਵਾਰੀ ਵੀ ਇਸ ਵੀਡੀਓ ਨੂੰ ਦੇਖੋਗੇ ਉਨੀ ਵਾਰੀ ਤੁਹਾਡੇ ਦਿਮਾਗ ਦੇ ਵਿੱਚ ਨਵੀਆਂ ਗੱਲਾਂ ਆਉਣਗੀਆਂ। ਸੋ ਤੁਸੀਂ ਧਿਆਨ ਦੇ ਨਾਲ ਸਾਰੀ ਵੀਡੀਓ ਨੂੰ ਦੇਖਣਾ ਹੈ ਅਤੇ ਇਹ ਤੋਂ ਸਿੱਖਣ ਦੀ ਕੋਸ਼ਿਸ਼ ਕਰਨੀ ਹੈ। ਧੰਨਵਾਦ।